ਕੌਮੀ ਆਵਾਜ਼ ਦੇ ਸਭ ਸਤਿਕਾਰਯੋਗ ਦਰਸ਼ਕਾਂ ਨੂੰ ਨਿੱਘੀ ਜੀਵਨ ਕਹਿੰਦੇ ਆ ਗੁਰੂ ਸਾਹਿਬ ਦੇ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਉਂਦੇ ਆ ਜੀ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ ਇੱਕ ਵਾਰ ਫਿਰ ਤੁਹਾਨੂੰ ਜੀਵਨ ਨੂੰ ਖਾਸ ਗੱਲਬਾਤ ਦੇ ਵਿੱਚ ਜੋ ਅਸੀਂ ਹਰ ਰੋਜ਼ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ 7:30 ਦੇ ਉੱਤੇ ਲੈ ਕੇ ਹਾਜ਼ਰ ਹੁੰਦੇ ਹਾਂ। ਅੱਜ ਦੇ ਇਸ ਗੱਲਬਾਤ ਦੇ ਵਿੱਚ ਅਸੀਂ 3-4 ਮੁੱਦਿਆਂ ਦੇ ਉੱਤੇ ਗੱਲਬਾਤ ਕਰਨੀ ਆ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਸਾਡੀ ਸਕਰੀਨ ਦੇ ਉੱਤੇ ਦੇਖ ਹੀ ਰਹੇ ਹੋ ਕਿ ABP ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜਿਹੜੀਆਂ ਟਿੱਪਣੀਆਂ ਨੇ ਉਹ ਹੁਣ SFS ਦੇ ਆਗੂ ਨੂੰ ਇੱਕੋ ਜਿਹੀਆਂ ਜਾਪ ਰਹੀਆਂ ਨੇ। SFS ਜਿਹੜੀ ਇੱਕ ਵਿਦਿਆਰਥੀ ਜਥੇਬੰਦੀ ਆ, ਉਹਨਾਂ ਦੇ ਆਗੂ ਕਨੂਪ੍ਰਿਆ ਨੇ ਇਹ ਟਿੱਪਣੀ ਦੇ ਵਿੱਚ ਕਿਹਾ ਗਾ। ਉਹਨਾਂ ਦੇ ਕਹਿਣ ਦਾ ਕਾਰਨ ਕੀ ਆ, ਅਸੀਂ ਅੰਤਰਪ੍ਰੀਤ ਸਿੰਘ ਹੋਰਾਂ ਤੋਂ ਜਾਣਾਂਗੇ। ਅੰਤਰਪ੍ਰੀਤ ਸਿੰਘ SFS ਦੇ ਆਗੂ ਨੇ ਅਤੇ ਅੱਜ ਦੇ ਸਾਡੇ ਸ਼ੋਅ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਸਰਵਰਿੰਦਰ ਸਿੰਘ ਰੂਮੀ ਅਤੇ ਹਰਵਿੰਦਰ ਸਿੰਘ ਵੀ ਸ਼ਾਮਲ ਰਹਿਣਗੇ। ਇਸ ਦੇ ਵਿੱਚ ਨਾਲ ਦੀ ਨਾਲ ਅਸੀਂ ਨਵਰੀਤ ਸਿੰਘ, ਸ਼ਹੀਦ ਨਵਰੀਤ ਸਿੰਘ ਜੋ ਪੁਲਿਸ ਦੀ ਗੋਲੀ ਦੇ ਨਾਲ ਮਾਰਿਆ ਗਿਆ ਹੈ ਅਤੇ ਹੁਣ ਇੰਡੀਅਨ ਸਟੇਟ ਉਸ ਨੂੰ ਝੂਠ ਸਾਬਤ ਕਰਨ ਦੇ ਉੱਤੇ ਲੱਗੀ ਹੋਈ ਆ, ਉਹਦੇ ਉੱਤੇ ਵੀ ਗੱਲਬਾਤ ਕਰਾਂਗੇ। ਅਤੇ ਅਖੀਰ ਦੇ ਉੱਤੇ ਮਨਦੀਪ ਪੁਨੀਆ ਜੋ ਸਾਡੇ ਹੀ ਭਾਈਚਾਰੇ ਦਾ ਇੱਕ ਨੌਜਵਾਨ ਹੈ, ਭਾਵ ਕਿ ਜਰਨਲਿਸਟ ਹੈ, ਉਸ ਨੂੰ ਜਿਸ ਤਰ੍ਹਾਂ ਇੰਡੀਅਨ ਸਟੇਟ ਦੇ ਵੱਲੋਂ ਤੰਗ ਕੀਤਾ ਜਾ ਰਿਹਾ, ਉਸ ਨੂੰ ਅਰੈਸਟ ਕਰ ਲਿਆ ਗਿਆ ਹੈ ਸੱਚ ਬੋਲਣ ਦੇ ਲਈ। ਉਸ ਦੇ ਉੱਤੇ ਵੀ ਆਪਾਂ ਅਖੀਰ ਦੇ ਉੱਤੇ ਗੱਲਬਾਤ ਕਰਾਂਗੇ। ਨਾਲ ਦੀ ਨਾਲ ਤੁਹਾਡੀਆਂ ਆਪਾਂ ਟਿੱਪਣੀਆਂ ਵੀ ਪੜ੍ਹੀ ਜਾਵਾਂਗੇ। ਤੁਸੀਂ ਆਪਣੀ ਟਿੱਪਣੀਆਂ ਕਰਦੇ ਰਹਿਣਾ ਅਤੇ ਇਸ ਗੱਲਬਾਤ ਨੂੰ ਅੱਗੇ ਤੁਸੀਂ ਸਾਂਝੇ ਵੀ ਕਰ ਲੈਣਾ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਅੰਤਰਪ੍ਰੀਤ ਸਿੰਘ ਹੋਰਾਂ ਤੋਂ ਹੀ ਸ਼ੁਰੂ ਕਰਦੇ ਹਾਂ। ਸੋ ਅੰਤਰਪ੍ਰੀਤ ਸਿੰਘ ਜੀ, ਜੀਓ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਧੰਨਵਾਦ ਅੰਤਰਪ੍ਰੀਤ ਸਿੰਘ ਜੀ। ਹਾਂਜੀ, ਇਹ ਟਿੱਪਣੀ ਕਾਫੀ ਜ਼ਿਆਦਾ ਗੰਭੀਰ ਆ ਜੋ ਬੀਬੀ ਕਨੂਪ੍ਰਿਆ ਹੋਰਾਂ ਨੇ ਕੀਤੀ ਆ, ਜਿਹੜੇ ਤੁਹਾਡੇ SFS ਦੇ ਆਗੂ ਰਹੇ ਨੇ ਤੇ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨਾਂ ਵੀ ਉਹਨਾਂ ਨੇ ਜਿੱਤੀਆਂ ਨੇ, ਪ੍ਰਧਾਨ ਵੀ ਰਹੇ ਨੇ। ਸੋ ਕੀ ਕਾਰਨ ਰਹੇ ਕਿ ਉਹਨਾਂ ਨੂੰ ਇੰਨੀ ਇੱਕ ਬਹੁਤ ਵੱਡੀ ਟਿੱਪਣੀ ਕਰਨੀ ਪੈ ਗਈ, ਜਿਹੜੀ ਕਿਰਤੀ ਕਿਸਾਨ ਯੂਨੀਅਨ ਹੁਣ ਲੱਗੀ ਹੋਈ ਹੈ ਕਿਸਾਨ ਸੰਘਰਸ਼ ਦੇ ਵਿੱਚ? ਭਾਈ ਸਾਹਿਬ, ਮਤਲਬ 26 ਜਨਵਰੀ ਦੇ ਇਰਦ ਗਿਰਦ ਜਿਹੜੀਆਂ ਦਿੱਲੀ ਸਿੰਘੂ ਮੋਰਚੇ ਤੇ ਹੋਰ ਜਿਹੜੇ ਬਾਰਡਰਾਂ ਦੇ ਉੱਤੇ ਧਰਨੇ ਚੱਲ ਰਹੇ ਨੇ, ਉੱਥੇ ਜਿਹੜੀਆਂ ਘਟਨਾਵਾਂ ਹੋਈਆਂ ਨੇ, ਮਤਲਬ 26 ਤੋਂ ਪਹਿਲਾਂ ਹੀ ਉਹ ਘਟਨਾਵਾਂ ਸ਼ੁਰੂ ਹੋ ਗਈਆਂ ਸੀਗੀਆਂ। 26 ਨੂੰ ਹਨਾ ਜੋ ਸਾਰਾ ਵਰਤਾਰਾ ਵਾਪਰਿਆ ਹੈਗਾ, ਉਸ ਤੋਂ ਬਾਅਦ ਮਤਲਬ ਜਿਹੜੀ 27 ਤਰੀਕ ਨੂੰ ਇਲਜ਼ਾਮਬਾਜ਼ੀ ਸ਼ੁਰੂ ਹੋਈ ਸਟੇਜ ਤੋਂ। ਮਤਲਬ ਉਹ ਇਲਜ਼ਾਮਬਾਜ਼ੀ ਦੇ ਵਿੱਚ ਸਭ ਤੋਂ ਮੂਹਰੇ ਹੋ ਕੇ ਮਤਲਬ ਕਿਰਤੀ ਕਿਸਾਨ ਯੂਨੀਅਨ ਦਾ ਜਿਹੜਾ ਆਗੂ ਹੈਗਾ ਰਜਿੰਦਰ ਸਿੰਘ, ਉਹਨੇ ਮਤਲਬ ਦੀਪ ਸਿੱਧੂ, ਲੱਖੇ ਸਦਾਨੇ ਦਾ ਨਾਮ ਲੈ ਕੇ SFS ਤੇ DSO ਦੋ ਵਿਦਿਆਰਥੀ ਜਥੇਬੰਦੀਆਂ ਦੇ ਨਾਮ ਲਏ ਤੇ ਦੋ ਉਹ ਸ਼ਬਦ ਵਰਤ ਰਿਹਾ ਹੈਗਾ, ਇੱਕ ਅਖੌਤੀ ਇਤਿਹਾਸਕਾਰ, ਇੱਕ ਅਖੌਤੀ ਵਿਦਵਾਨ। ਫਿਰ ਉਹ ਨਹੀਂ ਸਮਝ ਆ ਰਿਹਾ ਵੀ ਕਿੰਨਾ ਬਾਰੇ ਕਹਿ ਰਿਹਾ ਹੈਗਾ। ਤੇ ਇਹ ਜਿਹੜੇ ਇਲਜ਼ਾਮਬਾਜ਼ੀਆਂ ਸ਼ੁਰੂ ਹੋਈਆਂ, ਉਸ ਇਲਜ਼ਾਮਬਾਜ਼ੀ ਤੋਂ ਬਾਅਦ ਮਤਲਬ ਕਿਰਤੀ ਕਿਸਾਨ ਯੂਨੀਅਨ ਦੇ ਨਾਲ ਜਿਹੜਾ ਜੁੜਿਆ ਹੋਇਆ ਵਿਦਿਆਰਥੀ ਵਿੰਗ ਹੈ PSU, ਪੰਜਾਬ ਸਟੂਡੈਂਟ ਯੂਨੀਅਨ, ਤਾਂ ਪੰਜਾਬ ਸਟੂਡੈਂਟ ਯੂਨੀਅਨ ਦੇ ਜਿੰਨੇ ਕੁ ਕਾਰਕੁਨ ਫੇਸਬੁੱਕ ਤੇ ਮਤਲਬ ਉਹਨਾਂ ਦੇ ਐਕਟਿਵਿਸਟ ਮੈਂਬਰ ਐਕਟਿਵ ਨੇਗੇ, ਉਹਨਾਂ ਨੇ ਇਹ ਮਤਲਬ ਕੂੜ ਪ੍ਰਚਾਰ ਜਿਹੜਾ ਰਜਿੰਦਰ ਨੇ ਸਟੇਜ ਤੋਂ ਬੋਲਿਆ, ਉਹ ਕੂੜ ਪ੍ਰਚਾਰ ਫੈਲਾਇਆ ਤੇ ਨਾਲ ਦੇ ਨਾਲ ਮਤਲਬ SFS ਨੂੰ ਬੈਨ ਕਰੋ, DSO ਨੂੰ ਬੈਨ ਕਰੋ, ਮਤਲਬ ਇਹ ਪ੍ਰਚਾਰ ਚਲਾਇਆ। ਤੇ ਇਹੀ ਪ੍ਰਚਾਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਾਡੀ ਜਿਹੜੀ ਵਿਰੋਧੀ ਵਿਦਿਆਰਥੀ ਜਥੇਬੰਦੀ ਹੈ, ਜਿਹੜੀ ਮਤਲਬ ਵੀ ਸਟੇਟ ਦੀ ਰਹਿਨੁਮਾਈ ਕਰਦੀ ਹੈ, ਸਟੇਟ ਦਾ ਹਿੱਸਾ ਹੈਗੀ ABVP ਨੇ ਵੀ ਬਿਲਕੁਲ ਇਹੀ ਪ੍ਰਚਾਰ ਚਲਾਇਆ। ਤੇ ਮਤਲਬ ਇਸੇ ਕਰਕੇ ਕਨੂਪ੍ਰਿਆ ਨੇ ਮਤਲਬ ਇਹ ਟਿੱਪਣੀ ਕੀਤੀ ਸੀ ਕਿ SFS ਦੇ ਜਿਹੜੇ ਵੀਡੀਓ ਸੀਗੀ 24 ਤਰੀਕ 24 ਜਾਂ 25 ਤਰੀਕ ਵਾਲੀ, ਜਿਹਦੇ ਵਿੱਚ ਅਸੀਂ ਸੁਝਾਅ ਦਿੱਤਾ ਸੀ, ਮੰਗ ਰੱਖੀ ਸੀ ਵੀ ਭਾਈ ਜਿਹੜਾ 20 ਤੇ 21 ਤਰੀਕ ਤੋਂ ਲੈ ਕੇ ਲਗਾਤਾਰ 24-25 ਤਰੀਕ ਤੱਕ ਨੌਜਵਾਨ ਵੱਡੀ ਗਿਣਤੀ ਦੇ ਵਿੱਚ, ਤੇ ਇਕੱਲੇ ਨੌਜਵਾਨ ਨਹੀਂ, ਬਜ਼ੁਰਗ ਵੀ, ਹਰ ਉਮਰ ਦਾ ਬੰਦਾ, ਖੈਰ ਜ਼ਿਆਦਾਤਰ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਸਿੰਘੂ ਟਿੱਕਰੀ ਮੋਰਚਾ ਤੇ ਪਹੁੰਚ ਰਹੇ ਨੇ 26 ਤਰੀਕ ਦੀ ਤਿਆਰੀ ਲਈ ਕਿ 26 ਤਰੀਕ ਨੂੰ ਅਸੀਂ ਟਰੈਕਟਰ ਪਰੇਡ ਕਰਨੀ ਹੈ, ਜਿਹਨੂੰ ਖੁਦ ਆਗੂਆਂ ਨੇ ਪ੍ਰਚਾਰਿਆ ਸੀਗਾ ਵੀ ਇਹ ਦਿੱਲੀ ਦੀ ਹਿੱਕ ਤੇ ਟਰੈਕਟਰ ਪਰੇਡ ਹੋਊਗੀ, ਇਹ ਮੋਦੀ ਦੀ ਹਿੱਕ ਤੇ ਟਰੈਕਟਰ ਚੜਨਗੇ। ਤੇ ਇਸ ਕਿਸਮ ਦੇ ਬਿਆਨ ਵੀ ਆਏ ਸੀਗੇ ਕਿ ਜਾਂ 26 ਜਨਵਰੀ ਨੂੰ ਦੋ ਪਰੇਡਾਂ ਹੋਣਗੀਆਂ, ਸਰਕਾਰ ਦੀ ਪਰੇਡ ਦੇ ਨਾਲ ਸਾਡੀ ਪਰੇਡ ਹੋਊਗੀ, ਜਾਂ ਦੋਨੇ ਨਹੀਂ ਹੋਣਗੀਆਂ, ਵੀ ਅਸੀਂ ਸਰਕਾਰ ਦੀ ਨਹੀਂ ਹੋਣ ਦੇਣੀ ਜੇ ਸਾਨੂੰ ਇਜਾਜ਼ਤ ਨਾ ਮਿਲੀ। ਇਹੋ ਜਿਹੇ ਬਿਆਨ ਲਗਾਤਾਰ ਮਤਲਬ ਦਿੱਤੇ ਗਏ ਨੇ ਕਿ ਉਸ ਤੋਂ ਬਾਅਦ ਨੌਜਵਾਨਾਂ ਦਾ ਜੋਸ਼ ਵੀ ਵਧਿਆ ਹੈਗਾ, ਨੌਜਵਾਨਾਂ 'ਚ ਹੱਲਾਸ਼ੇਰੀ ਵੀ ਵਧੀ ਹੈ ਵੀ ਬਈ ਐਡੀ ਮਜ਼ਬੂਤ ਸੱਤਾ ਨੂੰ ਟੱਕਰ ਦਿੱਤੀ ਜਾ ਸਕਦੀ। ਤੇ ਉਹ ਟੱਕਰ ਤੇ ਜਾਣ ਦੇ ਮਨਸ਼ੇ ਦੇ ਨਾਲ ਜਦੋਂ ਉਹ 20-21 ਤਰੀਕ ਤੋਂ ਲਗਾਤਾਰ ਉੱਥੇ ਪਹੁੰਚਣਾ ਸ਼ੁਰੂ ਹੋਏ ਤੇ ਅਖੀਰ ਤੋਂ ਇਹਨਾਂ ਨੇ ਮਤਲਬ ਆਪਣਾ ਉਹ ਰੂਟ ਚੇਂਜ ਕਰ ਲਿਆ। ਆਪਣੀ ਮੰਗ ਸੀ ਵੀ ਨੌਜਵਾਨ ਪਿੰਡਾਂ ਵਾਲਾ ਰੂਟ ਨਹੀਂ ਐਕਸੈਪਟ ਕਰ ਰਹੇ ਹੈਗੇ, ਨੌਜਵਾਨਾਂ ਦਾ ਜੋਸ਼ ਚਾਹੁੰਦਾ ਹੈਗਾ ਵੀ ਰਿੰਗ ਰੋਡ ਤੇ ਗੇੜਾ ਕੱਟਿਆ ਜਾਵੇ। ਯੂਨੀਅਨਾਂ ਇਹ ਫੈਸਲਾ ਆਪਦਾ ਮੁੜ ਵਿਚਾਰਨ, ਰਿੰਗ ਰੋਡ ਤੇ ਰਹਿਣ। ਜੇ ਪੁਲਿਸ ਰੋਕੂਗੀ, ਦੇਖੋ ਪੰਜਾਬ ਤੋਂ ਵੀ
ਸਿੰਘੂ ਤੱਕ ਪੁਲਿਸ ਦੀਆਂ ਇਜਾਜ਼ਤਾਂ ਨਾਲ ਨਹੀਂ ਆਏ ਹੈਗੇ, ਉੱਥੇ ਵੀ ਰੋਕਾਂ ਲੱਗੀਆਂ ਹੋਈਆਂ ਸੀਗੀਆਂ। ਖੱਟੜ ਸਰਕਾਰ ਨੇ ਥਾਂ ਥਾਂ ਤੇ ਬੈਰੀਕੇਡਿੰਗ ਕੀਤੀ ਹੋਈ ਸੀ, ਲੋਕਾਂ ਨੇ ਬੈਰੀਕੇਡ ਪੱਟ ਮਾਰੇ ਤੇ ਸਿੰਘੂ ਤੱਕ ਮੋਰਚੇ ਨੂੰ ਚੱਕ ਲਿਆਏ। ਤੇ ਸਿੰਘੂ ਤੋਂ ਬਾਅਦ ਵੀ ਜੇ ਰਿੰਗ ਰੋਡ ਦਾ ਗੇੜਾ ਕੱਢਣ ਲਈ ਸਾਨੂੰ ਬੈਰੀਕੇਡ ਹਟਾਉਣੇ ਪੈ ਗਏ। ਸਾਡੇ ਕੋਲ ਇੰਨੇ ਮਜ਼ਬੂਤ ਟਰੈਕਟਰ ਨੇ, ਇੰਨਾ ਅਸੀਂ ਲੋਹਾ ਲਿਆ ਕੇ ਖੜਾ ਕੀਤਾ ਹੋਇਆ, ਅਸੀਂ ਬਿਨਾਂ ਕਿਸੇ ਪੁਲਿਸ ਵਾਲੇ ਤੇ ਨੁਕਸਾਨ ਪਹੁੰਚਾਏ ਅਸੀਂ ਬੈਰੀਕੇਡ ਪੱਟ ਮਾਰਾਂਗੇ, ਰਿੰਗ ਰੋਡ ਦਾ ਗੇੜਾ ਕੱਢ ਕੇ ਆਵਾਂਗੇ। 32 ਯੂਨੀਅਨਾਂ ਸਾਡੀ ਅਗਵਾਈ ਕਰਨ, 32 ਦੇ 32 ਆਗੂ ਸਾਡੇ ਮੂਹਰੇ ਲੱਗਣ, ਕਿੱਡੀ ਕੋਖੀ ਗੱਲ ਹੈ। ਸਾਡੀ ਇਹ ਸੁਝਾਅ ਸੀ, ਸਾਡੀ ਇਹ ਮੰਗ ਸੀ ਵੀ ਨੌਜਵਾਨਾਂ ਦੀ ਭਾਵਨਾ ਜੋ ਹੈਗੀ ਆ, ਲੋਕਾਂ ਦੀ ਜੋ ਭਾਵਨਾ, ਲੋਕਾਂ ਦੀ ਭਾਵਨਾ ਦੇ ਬਰਾਬਰ ਹੋ ਕੇ ਤੁਸੀਂ ਹਾਣਦੇ ਹੋ ਕੇ ਫੈਸਲਾ ਲਓ ਤੇ ਆਪਦੇ ਫੈਸਲੇ ਨੂੰ ਮੁੜ ਵਿਚਾਰੋ, ਇੰਨੀ ਕੁ ਗੱਲ ਸੀ। ਉਸ ਤੋਂ ਬਾਅਦ 26 ਵਾਲੀ ਘਟਨਾ ਤੋਂ ਬਾਅਦ ਜਿਵੇਂ 27 ਤਰੀਕ ਨੂੰ ਸਟੇਜ ਤੇ ਸਵੇਰੀ ਚੜ੍ਹ ਕੇ ਰਜਿੰਦਰ ਸਿੰਘ ਨੇ ਇਲਜ਼ਾਮਬਾਜ਼ੀ ਲਾਈ ਵੀ ਇਹ ਦੱਲੇ ਸ਼ਬਦ ਵਰਤਿਆ, ਇਹਨਾਂ ਨੇ ਪੈਸੇ ਖਾਧੇ ਨੇ, ਇਹ ਗੱਦਾਰ ਨੇ, ਇਹ ਜਿਹੜੇ ਸ਼ਬਦ ਵਰਤੇ। ਉਸ ਤੋਂ ਬਾਅਦ PSU ਨੇ ਲਗਾਤਾਰ ਉਹ ਪ੍ਰਚਾਰਿਆ, ਤਾਂ PSU ਨੇ ਜੋ SFS DSO ਦੇ ਉਲਟ ਘਟੀਆ ਟਿੱਪਣੀਆਂ ਕੀਤੀਆਂ ਤੇ ABVP ਨੇ ਵੀ ਬਿਲਕੁਲ ਉਹੀ ਟਿੱਪਣੀਆਂ ਕੀਤੀਆਂ। ਇਸ ਕਰਕੇ ਕਾਨੂੰਨ ਇਹ ਬਿਆਨ ਦਿੱਤਾ ਸੀਗਾ ਕਿ SFS ਨੂੰ ਲੈ ਕੇ ਮਤਲਬ PSU, ਉਹਨੇ ਤਾਂ ਕਾਮਰੇਡ ਸ਼ਬਦ ਕਿਹਾ ਸੀਗਾ ਕਿ ਸਾਰੇ ਕਾਮਰੇਡ, ਖਾਸ ਕਰਕੇ ਉਹਦੇ ਵਿੱਚ ਜਿਹੜੇ PSU ਤੇ ਕਿਰਤੀ ਕਿਸਾਨ ਯੂਨੀਅਨ ਦਾ ਜ਼ੋਰ ਲੱਗਿਆ ਸੀ ਤੇ ABVP, ਇਹਨਾਂ 'ਚ ਕੋਈ ਫਰਕ ਨਹੀਂ ਹੈਗਾ ਜੀ। ਇਹ ਤਾਂ ਤੁਸੀਂ ਗੱਲ ਦੀ ਸਾਰੀ ਦਾ ਪਿੱਛੋਂ ਦੱਸਿਆ, ਇਹਦੀ ਪਿੱਠ ਭੂਮੀ ਕੀ ਆ। ਪਰ ਠੀਕ ਹੈ, ਜਦੋਂ ਕੋਈ ਵਿਚਾਰਧਾਰਾਵਾਂ ਵੱਖ-ਵੱਖ ਤਰੀਕੇ ਦੇ ਨਾਲ ਚੱਲਦੀਆਂ ਤੇ ਉਹਨਾਂ ਦੇ ਵਿੱਚੋਂ ਵੱਖ-ਵੱਖ ਤਰ੍ਹਾਂ ਦੇ ਬਿਆਨ ਵੀ ਆਉਂਦੇ ਰਹਿੰਦੇ ਨੇ, ਪਰ ਜਿਹੜੀ ਟੈਂਟ ਪੱਟਣ ਵਾਲੀ ਗੱਲ ਆ, ਇਹ ਤਾਂ ਐਕਸਟ੍ਰੀਮ ਸੀ। ਜਿਹੜੀ ਸਾਨੂੰ ਵੀ ਵੀਡੀਓ ਦੇਖੀ, ਅਸੀਂ ਦਰਸ਼ਕਾਂ ਦੇ ਲਈ ਚਲਾਵਾਂਗੇ ਵੀ ਉਹ, ਅਸੀਂ ਪਹਿਲਾਂ ਵੀਡੀਓ ਹੀ ਆਪਾਂ ਚਲਾਉਂਦੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਗੱਲ ਕਰਦੇ ਹਾਂ। ਸੋ ਦਰਸ਼ਕੋ, ਵੀਡੀਓ ਜਿਹੜੀ ਇਸ ਦਾ ਫਰੇਮ ਆ ਥੋੜ੍ਹਾ ਜਿਹਾ ਉਹ ਸਾਡੇ ਸਕਰੀਨ ਦੇ ਵਿੱਚ ਪੂਰਾ ਫਿੱਟ ਨਹੀਂ ਆਊਗਾ, ਪਰ ਫਿਰ ਵੀ ਤੁਸੀਂ ਉਮੀਦ ਹੈ ਕਿ ਇਸ ਜਿਹੜੀ ਗੱਲ ਤੁਹਾਨੂੰ ਸਮਝਾਉਣੀ ਚਾਹੁੰਦੇ ਹੋ ਤੁਸੀਂ ਸਮਝ ਲਓਗੇ। ਸੋ ਆਪਾਂ ਦੇਖਦੇ ਹਾਂ ਵੀਡੀਓ, ਜਿਹੜੀ ਕਾਫੀ ਜ਼ਿਆਦਾ ਵਾਇਰਲ ਵੀ ਹੋਈ ਹੈ ਅਤੇ ਕਾਫੀ ਜ਼ਿਆਦਾ ਆਪਾਂ ਕਹਿ ਦਈਏ ਕਿ ਇੱਕ ਟੈਰੀਬਲ ਤਸਵੀਰ ਵੀ ਪੇਸ਼ ਕਰਦੀ ਹੈ। ਦੁਬਾਰੇ ਬੋਲੋ ਵੀ ਅਸੀਂ ਚਕਾਉਂਦੇ ਆ ਟੈਂਟ। ਬੋਲੇ ਕੀ ਬੋਲੇ ਸੀ, ਬੋਲੋ। ਮੇਰੀ ਮਰਜ਼ੀ ਹੈ, ਮੈਂ ਬੋਲਾਂ ਜਨਾਬ। ਬੋਲੇ ਕੀ ਸੀ, ਕੀ ਬੋਲੇ ਸੀ, ਕੀ ਬੋਲੇ ਸੀ, ਕਿਹਦੀ ਹਿੰਮਤ ਹੈ ਇੱਥੇ ਟੈਂਟ ਇੱਕ ਮਿੰਟ, ਕੀ ਬੋਲੇ ਸੀ, ਬੋਲੇ ਕੀ ਸੀ? ਤੁਸੀਂ ਇਦਾਂ ਦੇ ਇੱਥੇ ਹਰਕਤਾਂ ਕਰੂਗੇ? ਨਹੀਂ, ਪੂਰੀ ਗੱਲ ਬੋਲੋ, ਕੀ ਬੋਲੇ ਕੀ ਸੀ? ਨਹੀਂ, ਇਹਨਾਂ ਨੂੰ ਦੁਬਾਰਾ ਬੋਲੋ, ਦੁਬਾਰੇ ਗੱਲ ਬੋਲਦੀ ਹੈ, ਦੁਬਾਰਾ ਬੋਲੋ, ਦੁਬਾਰਾ। ਕੁੜੀਆਂ ਨਾਲ ਕੀ ਗੱਲਾਂ ਕਰਦੇ ਹੋ ਤੁਸੀਂ, ਸਭ ਦੇਖ ਰਹੇ ਅਸੀਂ। ਅੱਛਾ ਜੀ, ਇਹ ਦਰਸ਼ਕੋ ਨੇ ਹਰਮੇਸ਼ ਸਿੰਘ ਮੇਛੀ ਢੇਸੀ, ਮਾਫੀ ਚਾਹੁੰਦਾ, ਇਹ ਸੀਨੀਅਰ ਆਗੂ ਨੇ ਕਿਰਤੀ ਕਿਸਾਨ ਯੂਨੀਅਨ ਦੇ, ਜਿਨ੍ਹਾਂ ਦੇ ਜ਼ਿਆਦਾ ਬੋਲਣ ਵਾਲੇ ਅੱਗੇ ਆ ਕੇ ਆਗੂ ਨੇ ਰਜਿੰਦਰ ਸਿੰਘ। ਸੋ ਇਹ ਨੌਬਤ ਕਿਉਂ ਆ ਗਈ ਉਹਨਾਂ ਦੇ ਲਈ ਕਿ ਉਹ ਤੁਹਾਡੀ ਜਥੇਬੰਦੀ ਦਾ ਟੈਂਟ ਹੀ ਪੱਟਣ ਆ ਗਈ? ਇਹ ਸਿਰਫ ਵਿਚਾਰਾਂ ਦੇ ਵਖਰੇਵੇਂ ਹੁੰਦੇ ਆ, ਠੀਕ ਆ, ਉਹ ਕਿਸੇ ਦੇ ਵੀ ਹੋ ਸਕਦੇ ਆ। ਤੇ ਉੱਥੇ ਕੀ ਤੁਹਾਡੀ ਉਦੋਂ ਬਾਅਦ ਦੇ ਵਿੱਚ ਗੱਲ ਹੋਈ? ਕੀ ਤੁਸੀਂ ਉਹਦੇ ਮੌਜੂਦ ਸੀ ਉਸ ਵਕਤ ਜਦੋਂ ਟੈਂਟ ਪੱਟਣ ਆਏ, ਜਾਂ ਤੁਹਾਡੇ ਹੋਰ ਵਿਦਿਆਰਥੀ ਉੱਥੇ ਮੌਜੂਦ ਸੀ? ਸਾਡੀ ਜਥੇਬੰਦੀ ਦੇ ਮਤਲਬ 6 ਤੋਂ 7 ਵਿਦਿਆਰਥੀ ਉੱਥੇ ਮੌਜੂਦ ਸੀਗੇ, ਜਿਹਦੇ ਵਿੱਚ 3-4 ਕੁੜੀਆਂ ਸੀਗੀਆਂ, 3-4 ਮੁੰਡੇ ਸੀਗੇ। ਤੇ ਉਸ ਤੋਂ ਬਿਨਾਂ ਜਿੱਥੇ ਇਹ ਟੈਂਟ ਲੱਗਿਆ ਹੋਏਗਾ, ਜਿਹੜੇ ਪੈਟਰੋਲ ਪੰਪ ਤੇ ਇਹ ਟੈਂਟ ਜੀ ਲੱਗਿਆ ਹੋਏਗਾ, ਉੱਥੇ ਤੰਬੂ ਲਾਏ ਹੋਏ ਨੇ ਛੋਟੇ, 2-2, 4-4, 5-5 ਜਾਣਿਆਂ ਦੇ ਰਹਿਣ ਲਈ। ਉੱਥੇ ਜਿਹੜੇ ਹੋਰ ਲੋਕ ਰਹਿ ਰਹੇ ਸੀਗੇ ਉਹ ਉੱਥੇ ਇਕੱਠੇ ਹੋ ਗਏ। ਉਹ ਫਾਊਂਡੇਸ਼ਨ ਦੇ 2-3 ਵਲੰਟੀਅਰ ਇਕੱਠੇ ਹੋ ਗਏ, ਜਿਸ ਚੋਂ ਇੱਕ ਨਿਹੰਗ ਸਿੰਘ ਨੇਗੇ। ਤੇ ਮੇਰੇ ਖਿਆਲ 'ਚ ਨੇੜੇ ਆਪਣਾ ਅਖੰਡ ਕੀਰਤਨੀ ਜਥੇ ਵਾਲਿਆਂ ਦਾ ਲੰਗਰ ਹੈ, ਉੱਥੋਂ 2 ਬੰਦੇ ਪਹੁੰਚ ਗਏ ਸੀਗੇ ਉਹਨਾਂ ਦੇ, ਮਤਲਬ ਉਵੇਂ ਠੀਕ ਠਾਕ ਇਕੱਠ ਹੋ ਗਿਆ। ਤੇ ਮਤਲਬ ਅਸੀਂ ਤਾਂ ਟੈਂਟ ਦੇ ਅੰਦਰੋਂ ਹੀ ਵਿਰੋਧ ਕਰ ਰਹੇ ਹਾਂਗੇ, ਆਮ ਲੋਕਾਂ ਨੇ ਹੀ ਭਜਾ ਦਿੱਤਾ ਉਹਨੂੰ, ਮਤਲਬ ਆਮ ਲੋਕ ਉਹਦੇ ਪਿੱਛੇ ਤੱਕ ਪਏ ਨੇਗੇ, ਜਿੱਥੋਂ ਉਹ ਮਤਲਬ ਜਾਨ ਬਚਾ ਕੇ ਕਹਿ ਸਕਦੇ, ਮਤਲਬ ਪੱਲਾ ਛਡਾ ਕੇ ਭੱਜਿਆ ਗਿਆ ਹਰਮੇਸ਼ ਸਿੰਘ ਢੇਸੀ। ਤੇ ਇਹਦੀ ਵੀ ਪਿੱਠ ਭੂਮੀ ਦੇ ਵਿੱਚ ਇੱਕ ਘਟਨਾ ਹੋਰ, 2 ਘਟਨਾਵਾਂ ਹੋਰ ਹੈਗੀਆਂ ਨੇ। ਮਤਲਬ ਉਹ ਸਿੱਧਾ ਟੈਂਟ ਪਟਾਉਣ ਨਹੀਂ ਆਏ ਹੈਗੇ। ਤੇ ਅਸਲ ਦੇ ਵਿੱਚ 27 ਤਰੀਕ ਨੂੰ ਜਿਵੇਂ ਰਜਿੰਦਰ ਸਿੰਘ ਲਗਾਤਾਰ ਸਟੇਜ ਤੋਂ ਬਿਆਨਬਾਜ਼ੀ ਕਰ ਰਿਹਾ ਸੀਗਾ, ਇਲਜ਼ਾਮ ਲਗਾ ਰਿਹਾ ਸੀਗਾ, ਗੱਦਾਰ ਦੇ ਤਗਮੇ ਵੰਡ ਰਿਹਾ ਸੀਗਾ, ਜਾਂ ਮਤਲਬ ਦੱਲੇ ਵਰਗੇ ਸ਼ਬਦ ਵਰਤ ਰਿਹਾ ਸੀਗਾ। ਉਸ ਤੋਂ ਬਾਅਦ ਸ਼ਾਮ ਨੂੰ ਉਹ ਆਪ 10 ਕੁ ਮੁੰਡਿਆਂ ਨੂੰ ਨਾਲ ਲੈ ਕੇ ਉਸੇ ਪੈਟਰੋਲ ਪੰਪ ਤੇ ਆਏਗਾ। ਪੈਟਰੋਲ ਪੰਪ ਤੇ ਜਿਹੜਾ ਵਾਸ਼ਰੂਮ ਵਾਲਾ ਪਾਸਾ ਹੈਗਾ, ਉਧਰਲੇ ਪਾਸੇ ਆ ਕੇ ਖੜਾ ਹੋ ਕੇ ਉੱਚੀ ਜਿਵੇਂ ਵੀ ਮਤਲਬ ਵੀ ਬਿਨਾਂ ਸਿਰ ਪੈਰ ਦੀਆਂ ਗੱਲਾਂ ਕਰਨ ਲੱਗ ਗਿਆ, ਦੇਖ ਲਾਂਗੇ ਇਹਨਾਂ ਨੂੰ, ਆ ਚੱਕ ਕੇ ਲੈ ਜਾਾਂਗੇ, ਐਂ ਕਰ ਦਾਂਗੇ, ਉਹ ਕਰ ਦਾਂਗੇ, ਇਹੋ ਜਿਹੀ ਬਿਆਨਬਾਜ਼ੀ ਕੀਤੀ ਹੈਗੀ ਉਹਨੇ। ਉੱਥੋਂ ਫਿਰ ਨਿਕਲ ਗਿਆ, ਮਤਲਬ ਵੀ ਉਹੀ ਦਹਿਸ਼ਤ ਦਾ ਮਾਹੌਲ ਜਿਹਾ ਜਨਰੇਟ ਕਰਨ ਆਇਆ ਸੀਗਾ ਤੇ ਇਹੋ ਜਿਹੀਆਂ ਗੱਲਾਂ ਕਰਕੇ ਉੱਚੀ ਬੋਲ ਕੇ ਤੇ ਚੱਲ ਗਿਆ। ਫਿਰ ਉਸੇ ਰਾਤ ਨੂੰ ਉਹੀ ਪੈਟਰੋਲ ਪੰਪ ਤੇ 2 ਥਾਵਾਂ ਤੇ, ਇੱਕ ਤਾਂ ਉਹ ਬਾਥਰੂਮ ਵਾਲੇ ਗੇਟ ਤੇ, ਇੱਕ ਪੈਟਰੋਲ ਪੰਪ ਦੀ ਬਾਹਰਲੀ ਕੰਧ ਤੇ SFS ਮੁਰਦਾਬਾਦ ਦੇ 2 ਪੋਸਟਰ ਲਾ ਕੇ ਗਿਆ ਸੀਗਾ ਉਹ, ਮਤਲਬ ਹਾਂਜੀ, ਇਹ ਪੋਸਟਰ ਵੀ ਲੱਗੇ ਸੀਗੇ। ਤੇ ਆਪਾਂ ਨੂੰ ਚਲੋ ਇਹ ਸ਼ੋਰ ਨਹੀਂ ਹੈਗਾ ਕਿ ਲਾਏ ਉਹਨਾਂ ਨੇ ਸੀ ਜਾਂ ਕਿਸੇ ਹੋਰ ਨੇ ਲਾਏ ਸੀ, ਪਰ ਜਦੋਂ ਇਲਜ਼ਾਮ ਲਾਉਣ
ਇਲਜ਼ਾਮ ਸਿਰਫ ਇੱਕ ਧਿਰ ਲਾ ਰਹੀ ਹੈ ਤਾਂ ਆਪਾਂ ਨੂੰ ਪੂਰਾ ਸ਼ੱਕ ਹੈਗਾ, ਕਿਉਂਕਿ ਜੇ ਆਮ ਲੋਕਾਂ ਨੇ ਮੰਨ ਲਓ ਵੀ ਐਸਐਫਐਸ ਮੁਰਦਾਬਾਦ ਕਹਿਣਾ ਹੁੰਦਾ ਤਾਂ ਆਮ ਲੋਕਾਂ ਨੂੰ ਉੱਥੇ ਪੋਸਟਰ ਲਾਉਣ ਦੀ ਲੋੜ ਨਹੀਂ ਸੀ ਹੈਗੀ, ਉਹ ਅੰਦਰ ਸਾਡੇ ਟੈਂਟ 'ਚ ਆ ਕੇ ਸਾਡੀ ਬਾਂਹ ਫੜ ਸਕਦੇ ਸੀਗੇ ਹਨਾ। ਆਮ ਲੋਕਾਂ 'ਚ ਇੰਨਾ ਕੁ ਜਿਗਰਾ ਹੁੰਦਾ ਹੈਗਾ, ਆਮ ਲੋਕਾਂ ਨੂੰ ਆਪਦਾ ਨਾਮ ਲਿਖੋ ਕਿ ਕੋਈ ਪੋਸਟਰ ਲਾਉਣ ਦੀ ਲੋੜ ਨਹੀਂ ਸੀ ਹੈਗੀ, ਇਹ ਸਾਫ਼ ਗੱਲ ਹੈਗੀ। ਤਾਂ ਪੋਸਟਰ ਵੀ ਲੱਗੇ ਨੇਗੇ। ਫਿਰ ਉਸ ਤੋਂ ਬਾਅਦ ਤੀਜੇ ਨੰਬਰ ਤੇ ਇਹ ਘਟਨਾ ਕੱਲ੍ਹ ਵਾਲੀ ਹੋਈ ਹੈ ਕਿ ਉਹਨਾਂ ਦਾ ਬੰਦਾ ਸਿੱਧਾ ਹੀ ਆਪਦੇ 5-6 ਮੁੰਡਿਆਂ ਨੂੰ ਵਲੰਟੀਅਰਾਂ ਨੂੰ ਨਾਲ ਲੈ ਕੇ ਆ ਗਿਆ ਵੀ ਮੈਂ ਤੁਹਾਡਾ ਟੈਂਟ ਚਕਾ ਦੂੰਗਾ, ਮੈਂ ਕਰ ਦੂੰਗਾ, ਉਹ ਕਰ ਦੂੰਗਾ, ਤੁਸੀਂ ਇੱਥੇ ਆਹ ਹਰਕਤਾਂ ਕਰ ਦਿਓ, ਇਹੋ ਜਿਹੇ ਸ਼ਬਦ ਵਰਤੇ ਨੇਗੇ, ਜਿਹਦੇ ਵਿੱਚੋਂ 25 ਸਕਿੰਟ ਦੀ ਤਾਂ ਵੀਡੀਓ ਵੀ ਬਣੀ ਹੈ ਜਿਹੜੀ ਤੁਸੀਂ ਹੁਣ ਚਲਾਈ ਹੈਗੀ। ਤਾਂ ਫਿਰ ਕੱਲ ਮਤਲਬ ਮੌਕੇ ਤੇ ਸਾਡੇ ਜਿਹੜੇ ਉੱਥੇ ਵਿਦਿਆਰਥੀ ਮੌਜੂਦ ਸੀਗੇ ਉਹਨਾਂ ਨੇ ਵਿਰੋਧ ਕੀਤਾ, ਆਮ ਲੋਕਾਂ ਨੇ ਉਹਦੀ ਮਤਲਬ ਘਟੀਆ ਸ਼ਬਦਾਵਲੀ ਨੂੰ ਦੇਖ ਕੇ ਉਹਦਾ ਵਿਰੋਧ ਕੀਤਾ ਤੇ ਉਹਨੂੰ ਭਜਾਇਆ ਉੱਥੋਂ। ਤਾਂ ਇਹ ਕੱਲ ਸਾਰੀ ਘਟਨਾ ਹੋਈ ਹੈਗੀ। ਇਹ ਬੇਸਿਕਲੀ ਹੁਣ ਮਤਲਬ ਰਜਿੰਦਰ ਹੋਰਾਂ ਦੀ ਪੂਰੀ ਜਥੇਬੰਦੀ ਦਾ ਜ਼ੋਰ ਅਸਲ ਦੇ ਵਿੱਚ ਇਹਦੇ ਵਿੱਚ ਜਿਹੜੀ ਦਿੱਕਤ ਆ ਰਹੀ ਹੈਗੀ, ਤੁਸੀਂ ਜਿਵੇਂ ਹੁਣ ਆਹ ਗੱਲ ਤੋਂ ਪਹਿਲਾਂ ਹੀ ਕਿਹਾ ਸੀਗਾ ਵੀ ਇਹ ਵਿਚਾਰਾਂ ਦਾ ਵਖਰੇਵਾਂ ਹੈਗਾ, ਇਹ ਗੱਲ ਇੱਥੇ ਤੱਕ ਕਿਵੇਂ ਪਹੁੰਚ ਗਈ, ਇਹ ਵਿਚਾਰਾਂ ਦਾ ਵਖਰੇਵਾਂ। ਇੱਥੇ ਅੰਤਰਪ੍ਰੀਤ ਸਿੰਘ ਜੀ, ਤੁਸੀਂ ਸੰਯੁਕਤ ਮੋਰਚੇ ਤੇ ਤੁਹਾਡੀ ਜਥੇਬੰਦੀ ਪਿਛਲੇ ਸਮੇਂ 'ਚ ਸੰਬੋਧਨ ਕਰਦੀ ਰਹੀ ਆ ਉਸ ਸਿੰਘੂ ਦੀ ਸਟੇਜ ਤੋਂ, ਤੁਸੀਂ ਇਸ ਸਾਰੇ ਸੰਘਰਸ਼ ਦੇ ਵਿੱਚ ਇੱਕ ਹਿੱਸਾ ਹੋ ਐਜ ਏ ਨੌਜਵਾਨ, ਇੱਕ ਜਥੇਬੰਦਕ ਨੌਜਵਾਨ ਹੋਣਾ ਵੀ ਵੱਡੀ ਗੱਲ ਹੁੰਦੀ ਹੈ। ਕੀ ਤੁਸੀਂ ਸੰਯੁਕਤ ਮੋਰਚੇ ਦੀ ਜਿਹੜੀ ਕਮੇਟੀ ਆ ਉਹਨਾਂ ਕੋਲ ਨਹੀਂ ਇਸ ਦੀ ਕੰਪਲੇਂਟ ਕੀਤੀ ਕਿ ਦੇਖੋ ਇਹ ਸ਼ਰੇਆਮ ਜਿਵੇਂ ਜਿਵੇਂ ਇੱਕ ਸਟੇਟ ਦੀ ਜਥੇਬੰਦੀ ABP ਕਰਦੀ ਹੁੰਦੀ ਹੈ, ਜਿਸ ਤਰ੍ਹਾਂ ਉਹਦਾ ਦਸਤੂਰ ਰਿਹਾ ਹੈਗਾ, ਕਿ ਉਸ ਤਰ੍ਹਾਂ ਕਰ ਰਹੀ ਹੈ, ਕਿ ਤੁਹਾਨੂੰ ਥੋੜਾ ਬਹੁਤ ਇੱਧਰ ਧਿਆਨ ਦੇਣਾ ਚਾਹੀਦਾ, ਇਸ ਤਰ੍ਹਾਂ ਦੀ ਕੋਈ ਪਹੁੰਚ ਕੀਤੀ ਤੁਸੀਂ ਅਜੇ ਤੱਕ? ਅਸੀਂ ਜਿਹੜੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਹੈ ਜਿਹਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ, ਉਹਨਾਂ ਨੂੰ ਸਾਰੀ ਰਿਪੋਰਟਿੰਗ ਕਰਤੀ ਕਿ ਇਹ ਘਟਨਾ ਹੋਈ ਹੈਗੀ, ਕਿਰਤੀ ਕਿਸਾਨ ਯੂਨੀਅਨ ਦਾ ਫਲਾਣਾ ਆਗੂ ਆਇਆ ਤੇ ਉਹਨੇ ਆਹ ਹਰਕਤ ਕੀਤੀ ਆ, 25 ਸਕਿੰਟ ਵਾਲੀ ਵੀਡੀਓ ਵੀ ਦਿਖਾਈ ਹੈ, ਤੇ ਉਹਨਾਂ ਨਾਲ ਗੱਲ ਹੋਈ ਹੈਗੀ। ਉਸ ਤੋਂ ਬਿਨਾਂ ਹਲੇ ਖੈਰ ਕਿਸੇ ਹੋਰ ਆਗੂ ਨਾਲ ਤਾਂ ਗੱਲ ਨਹੀਂ ਹੋਈ ਹੈਗੀ, ਤੇ ਹਲੇ ਤੱਕ ਮਤਲਬ ਕਿਸਾਨ ਯੂਨੀਅਨ ਦੀ ਕੋਈ ਮੀਟਿੰਗ ਨਹੀਂ ਹੈਗੀ। ਸੁਰਜੀਤ ਸਿੰਘ ਫੂਲ ਹੋਰਾਂ ਨੇ ਸਾਡੇ ਨਾਲ ਖੁੱਲ ਕੇ ਗੱਲ ਕੀਤੀ ਵੀ ਸਾਡੇ ਸਮਰਥਨ 'ਚ ਖੜੇ ਨੇਗੇ, ਮਤਲਬ ਵੀ ਅੱਗੇ ਤੋਂ ਜੇ ਮਤਲਬ ਕਿਰਤੀ ਕਿਸਾਨ ਯੂਨੀਅਨ ਜਾਂ ਕਿਸੇ ਵੀ ਜਥੇਬੰਦੀ ਦਾ ਕੋਈ, ਪਹਿਲੀ ਗੱਲ ਤਾਂ ਕਿਸੇ ਜਥੇਬੰਦੀ ਦੇ ਕਿਸੇ ਵੀ ਨੁਮਾਇੰਦੇ ਨੂੰ ਜਾਂ ਕਿਸੇ ਵੀ ਮੈਂਬਰ ਨੂੰ ਇਹ ਅਧਿਕਾਰ ਹੀ ਨਹੀਂ ਹੈਗਾ ਵੀ ਉਹ ਪੂਰੇ 10 ਕਿਲੋਮੀਟਰ ਦੇ ਸਿੰਘੂ ਦੇ ਧਰਨੇ ਦੇ ਵਿੱਚੋਂ ਕਿਸੇ ਦੇ ਟੈਂਟ ਚੁਕਾਉਣ ਦੀ ਹਿੰਮਤ ਕਰੇ, ਕਿਉਂਕਿ ਮਤਲਬ ਬਹੁਤ ਸਾਫ਼ ਗੱਲ ਹੈ ਕਿਸੇ ਇੱਕ ਦਾ ਧਰਨਾ ਨਹੀਂ ਹੈਗਾ, ਕਿਸੇ ਦੇ ਇੱਕ ਦੇ ਸਹਾਰੇ ਤੇ ਧਰਨਾ ਨਹੀਂ ਚੱਲ ਰਿਹਾ ਹੈਗਾ, ਹਰ ਕਿਸੇ ਦਾ ਆਪੋ ਆਪਣਾ ਯੋਗਦਾਨ ਹੈਗਾ, ਹਰ ਕੋਈ ਆਪੋ ਆਪਣੇ ਤਰੀਕੇ ਨਾਲ ਯੋਗਦਾਨ ਪਾ ਰਿਹਾ ਹੈਗਾ। ਤੇ ਕਿਰਤੀ ਕਿਸਾਨ ਯੂਨੀਅਨ ਵਾਲਾ ਜਿਵੇਂ ਪਿਛਲੇ 4-5 ਦਿਨਾਂ ਤੋਂ 27 ਤਰੀਕ ਤੋਂ ਪਹਿਲਾਂ ਤਾਂ ਇਲਜ਼ਾਮਬਾਜ਼ੀ ਲਾ ਦੇਣੀ, ਜਿਹੜਾ ਵੀ ਖੜਕਦਾ ਸੀਗਾ ਸਾਰੇ ਦਾ ਨਾਮ ਧਰ ਦੇਣਾ ਗੱਦਾਰਾਂ ਦੀ ਲਿਸਟ ਦੇ ਵਿੱਚ, ਫਿਰ ਟੈਂਟ ਚੁਕਾਉਣ ਤੱਕ ਆ ਜਾਣਾ। ਇਹ ਬਹੁਤ ਕਲੀਅਰ ਉਹੀ ਹੈਗਾ ਵੀ ਉਹਨਾਂ ਨੂੰ ਐਂ ਲੱਗਦਾ ਵੀ ਸ਼ਾਇਦ ਧਰਨਾ ਚੱਲ ਹੀ ਸਾਡੇ ਕਰਕੇ ਰਿਹਾ ਤੇ ਅਸੀਂ ਜਦੋਂ ਜੀ ਕਰਾਂਗੇ ਜਿਹਦਾ ਮਰਜ਼ੀ ਟੈਂਟ ਚੁਕਾਉਣ ਦੀ ਮਤਲਬ ਹਿੰਮਤ ਕਰ ਸਕਦੇ ਹਾਂਗੇ। ਤਾਂ ਇਹ ਮਤਲਬ ਸੁਰਜੀਤ ਸਿੰਘ ਫੂਲ ਹੋਰਾਂ ਨੂੰ ਅਸੀਂ ਸਾਰੀ ਰਿਪੋਰਟਿੰਗ ਕੀਤੀ ਹੋਈ ਹੈਗੀ ਜੀ। ਹਰਵਿੰਦਰ ਸਿੰਘ ਜੀ, ਤੁਸੀਂ ਕੋਈ ਹੋਰ ਇਹਦੇ ਵਿੱਚ ਟਿੱਪਣੀ ਜਾਂ ਸਵਾਲ ਐਡ ਕਰਨਾ ਚਾਹੁੰਦੇ ਹੋ? ਸਰਵਿੰਦਰ ਸਿੰਘ ਜੀ, ਦੋਨੇ ਜਿਨ੍ਹਾਂ ਨੂੰ ਠੀਕ ਲੱਗੇ ਪਹਿਲਾਂ। ਹਾਂਜੀ ਅੰਤਰਪ੍ਰੀਤ ਜੀ, ਇਹੀ ਚਾਹਾਂਗੇ ਥੋੜੀ ਜਿਹੀ ਤੁਸੀਂ, ਕਿਉਂਕਿ ਉੱਥੇ ਹਾਜ਼ਰ ਸੀ ਜਦੋਂ 26 ਜਨਵਰੀ ਵਾਲੀ ਸਾਰੀ ਘਟਨਾਕ੍ਰਮ ਚੱਲਦਾ ਵਾ, ਤੇ ਜਿਸ ਤਰੀਕੇ ਦੇ ਨਾਲ ਬਾਅਦ ਦੇ ਵਿੱਚ ਸੰਯੁਕਤ ਮੋਰਚੇ ਦੀ ਸਟੇਜ ਦੇ ਉੱਤੋਂ ਗਦਾਰੀ ਦੇ ਤਗਮੇ ਜਿਹੜੇ ਆ ਜਾਂ ਫਤਵੇ ਜਿਹੜੇ ਆ ਉਹ ਦਿੱਤੇ ਜਾਂਦੇ ਲੋਕਾਂ ਨੂੰ, ਤੇ ਇੱਕ ਬਾਅਦ ਦੇ ਵਿੱਚ ਜਿਵੇਂ ਤੁਸੀਂ ਆਪ ਹੀ ਗੱਲ ਕੀਤੀ ਵੀ ਪੋਸਟਰ ਜਿਹੜੇ ਨੇ SFS ਦੇ ਵਿਰੁੱਧ, ਸਟੂਡੈਂਟਸ ਫਾਰ ਜਿਹੜੇ ਤੁਸੀਂ ਹੈਗੇ ਹੋ, ਲਾਈਕ ਤੁਹਾਡੇ ਸਟੂਡੈਂਟ ਜਥੇਬੰਦੀ ਦੇ ਵਿਰੁੱਧ ਲਾਏ ਜਾਂਦੇ ਨੇ, ਤੇ ਉਦਾਂ ਦੇ ਪੋਸਟਰ ਸਾਨੂੰ ਫੋਟੋਆਂ ਦੇ ਵਿੱਚ ਦੀਪ ਸਿੱਧੂ ਦੇ ਵਿਰੁੱਧ ਵੀ ਨਜ਼ਰ ਆਏ ਨੇ ਕੁਝ ਤਸਵੀਰਾਂ ਦੇ ਵਿੱਚ, ਜਾਣੀ ਕਿ ਵੱਡੇ ਆਦਮਕਦ ਪੋਸਟਰ, ਉਹਦੇ ਉੱਤੇ ਦੀਪ ਸਿੱਧੂ ਨੂੰ ਗਦਾਰ ਲਿਖਿਆ। ਦੀਪ ਸਿੱਧੂ ਜਾਂ ਲੱਖਾ ਸਿਧਾਣਾ ਜਾਂ ਕੋਈ ਵੀ ਜਿਹੜੇ ਚਾਹੇ ਕਿਰਤੀ ਕਿਸਾਨ ਯੂਨੀਅਨ ਵਾਲੇ ਆ ਜਾਂ ਜਿਹੜੇ ਦੂਸਰੇ ਆਪਣੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ, ਭੰਦੇਰ ਹੋਣਾ ਦੀ, ਪੰਨੂ ਹੋਣਾ ਦੀ, ਜੋ ਵੀ ਜਿਹੜੀ ਉੱਥੇ ਸਿੱਖ ਜਥੇਬੰਦੀਆਂ ਜਿੰਨੀਆਂ ਵੀ ਸੰਘਰਸ਼ ਕਰ ਰਹੀਆਂ ਨੇ ਜਾਂ ਕਿਸਾਨ ਜਥੇਬੰਦੀਆਂ ਸੰਘਰਸ਼ ਦੇ ਵਿੱਚ ਸ਼ਾਮਲ ਨੇ ਜਿੰਨੀਆਂ ਵੀ, ਜਾਂ ਹੋਰ ਵੀ ਜਿਹੜੀਆਂ ਸ਼ਖਸੀਅਤਾਂ ਸ਼ਾਮਲ ਨੇ ਪੰਜਾਬ ਨਾਲ ਜੁੜੀਆਂ ਹੋਈਆਂ, ਉਹਨਾਂ ਦੀ ਕਿਸੇ ਦੀ ਵੀ ਜਿਹੜੀ ਆਲੋਚਨਾ ਕਿਸੇ ਗੱਲ ਨੂੰ ਲੈ ਕੇ ਜਾਂ ਕਿਸੇ ਪੱਖ ਤੋਂ ਲੈ ਕੇ ਕੀਤੀ ਜਾ ਸਕਦੀ ਆ, ਪਰ ਉਹਦੇ ਲਈ ਇੱਕ ਨਾ ਆਲੋਚਨਾ ਲਈ ਵੀ ਕੋਈ ਤੁਹਾਡੀ ਸੀਮਾ ਹੁੰਦੀ ਆ ਵੀ ਤੁਸੀਂ ਬੇਮਤਲਬ ਦਾ ਕਿਸੇ ਨੂੰ ਗਾਲੀ ਗਲੋਚ ਨਹੀਂ ਕਰ ਸਕਦੇ। ਜਿਵੇਂ ਅੱਜ ਇੱਕ ਕੈਨੇਡਾ ਤੋਂ ਨੌਜਵਾਨ ਆ, ਉਹਨੇ ਇੱਕ ਟਵੀਟ ਕਰਕੇ ਕਿਹਾ ਵੀ ਜਿਹਨੂੰ ਆਪਾਂ ਅੰਗਰੇਜ਼ੀ ਦਾ ਸ਼ਬਦ ਵਰਤਦੇ ਹਾਂ ਵਿਚ ਹੰਟਿੰਗ, ਵੀ ਤੁਸੀਂ ਕਿਸੇ ਨੂੰ ਜਿਵੇਂ ਆਪਣੇ ਪੁਰਾਣੇ ਜ਼ਮਾਨੇ ਚ ਹੁੰਦਾ ਨਾ ਵੀ ਕਿਸੇ ਨੂੰ ਚੜੇਲ ਗਰਦਾਨ ਕੇ ਉਹਨੂੰ ਬਾਅਦ ਚ ਰੋੜਿਆਂ ਨਾਲ ਮਾਰ ਦੇਣਾ, ਰੋੜੇ ਮਾਰ ਕੇ ਮਾਰ ਦੇਣਾ ਜਾਂ ਅੱਗ ਲਾ ਕੇ ਸਾੜ ਦੇਣਾ, ਉਸ ਤਰੀਕੇ ਦੇ ਨਾਲ ਵੀ ਤੁਸੀਂ ਕਿਸੇ ਨੂੰ ਇਸ ਤਰੀਕੇ ਦੇ ਨਾਲ ਯਾਨੀ ਕਿ ਦੋਸ਼ੀ ਬਣਾ ਕੇ ਪੇਸ਼ ਕਰਨਾ ਸਟੇਜ ਦੇ ਉੱਤੋਂ। ਪਹਿਲਾਂ ਤਾਂ ਮੈਂ ਚਾਹੂੰਗਾ ਤੁਸੀਂ ਸੰਖੇਪ ਦੇ ਸ਼ਬਦਾਂ ਦੇ ਵਿੱਚ ਸਾਨੂੰ, ਕਿਉਂਕਿ ਤੁਸੀਂ ਉਹਦੇ ਪ੍ਰਤੱਖ ਗਵਾਹ ਹੋ, ਜੋ 26 ਜਨਵਰੀ ਦੀਆਂ ਸਾਰੀਆਂ ਘਟਨਾਵਾਂ ਹੋਈਆਂ ਨੇ ਉੱਥੇ, ਤੁਸੀਂ ਮਹੀਨੇ ਤੋਂ ਜ਼ਿਆਦਾ ਸਮਾਂ ਉੱਥੇ ਸੰਘਰਸ਼ ਦੇ ਵਿੱਚ ਸ਼ਾਮਲ ਸੀ, ਕਿਸ ਤਰ੍ਹਾਂ ਦੇ ਸਾਰਾ ਕੁਛ ਹੋਇਆ, ਉਹ ਕਿਵੇਂ ਹੋਇਆ, ਤੇ ਫਿਰ
ਕਿਹੜੇ ਹਾਲਾਤਾਂ ਦੇ ਵਿੱਚ ਆ ਕੇ ਕਿਵੇਂ ਇਹਨਾਂ ਜਥੇਬੰਦੀਆਂ ਨੇ ਉਹ ਜਿਹੜਾ ਰੁਖ ਅਪਣਾਇਆ ਜਿਹਦੇ ਵਿੱਚ ਜਾਣੀ ਕਿ ਲੋਕਾਂ ਨੂੰ ਗਦਾਰੀ ਦੇ ਤਗਮੇ ਜਿਹੜੇ ਆ ਉਹ ਵੰਡੇ ਗਏ, ਉਹਦੇ ਬਾਰੇ ਮੈਂ ਜ਼ਰੂਰ ਚਾਹੂੰਗਾ। ਇਹਦੇ ਬਾਰੇ ਥੋੜਾ ਜਿਹਾ ਬਰੀਫ ਜੇ ਤੁਸੀਂ ਕਰ ਸਕੋ ਅੰਤਪ੍ਰੀਤ ਜੀ। ਹਾਂਜੀ, ਮੈਂ ਬਰੀਫ ਦੱਸ ਦਿੰਦਾ। ਬੇਸਿਕਲੀ ਇਹ ਹੋਇਆਗਾ ਕਿ 2 ਜਨਵਰੀ ਨੂੰ 8 ਕਿਸਾਨ ਆਗੂਆਂ ਨੇ ਸੰਯੁਕਤ ਮੋਰਚੇ ਦੇ ਵਿੱਚੋਂ ਮਤਲਬ ਪ੍ਰੈਸ ਕਲੱਬ 'ਚ ਜਾ ਕੇ ਮਤਲਬ ਇਹ ਐਲਾਨ ਕਰਤਾ ਸੀਗਾ ਕਿ ਦਿੱਲੀ 26 ਤਰੀਕ ਨੂੰ ਦਿੱਲੀ ਜਾਣਾ ਹੈਗਾ। ਉਹ ਬਹੁਤ ਖੁੱਲੀ ਕਾਲ ਸੀ, 26 ਨੂੰ ਦਿੱਲੀ 'ਚ ਕਿੱਥੇ ਜਾਣਾ ਹੈਗਾ, ਕਿਵੇਂ ਜਾਣਾ ਹੈਗਾ, ਜੇ ਪੁਲਿਸ ਰੋਕੂਗੀ ਤੁਹਾਡਾ ਕੀ ਰਾਹ ਹੋਊਗਾ, ਉਹਦੇ ਬਾਰੇ ਕੋਈ ਗੱਲ ਨਹੀਂ ਸੀ। 26 ਨੂੰ ਦਿੱਲੀ ਜਾਣਾ ਹੈਗਾ। ਉਸ ਤੋਂ ਬਾਅਦ 4 ਜਨਵਰੀ ਨੂੰ ਸਰਕਾਰ ਨਾਲ ਇਹਨਾਂ ਦੀ ਮੀਟਿੰਗ ਸੀਗੀ। ਉਦਣ ਕਮਲਜੀਤ ਪੰਨੂ ਜਿਹੜਾ 32 ਯੂਨੀਅਨਾਂ ਦੇ ਵਿੱਚੋਂ ਪੰਜਾਬ ਦਾ ਇੱਕ ਆਗੂ ਹੈਗਾ, ਉਹਨੇ ਇੱਕ ਪੱਤਰਕਾਰ ਨੂੰ ਇਹ ਕਿਹਾ ਹੈਗਾ ਵੀ ਜਾਂ 26 ਤਰੀਕ ਨੂੰ 2 ਪਰੇਡਾਂ ਹੋਣਗੀਆਂ, ਸਰਕਾਰ ਨੂੰ ਸਾਡੇ ਲਈ ਰਾਹ ਖੋਲਣਾ ਪੈਣਾ ਹੈਗਾ, ਵੀ ਸਰਕਾਰ ਦੀ ਪਰੇਡ ਦੇ ਨਾਲ ਟਰੈਕਟਰਾਂ ਦੀ ਸਾਡੀ ਪਰੇਡ ਹੋਊਗੀ। ਜੇ ਸਰਕਾਰ ਸਾਨੂੰ ਰਾਹ ਨਹੀਂ ਦਊਗੀ ਤੇ ਜਾਂ ਤਾਂ ਫਿਰ ਗੋਲੀ ਚੱਲੂਗੀ, ਬੰਦੇ ਮਰਨਗੇ, ਜਾਂ ਫਿਰ ਸਰਕਾਰ ਦੀ ਅਸੀਂ ਪਰੇਡ ਤੈਸ ਨੈਸ ਕਰਾਂਗੇ, ਸਰਕਾਰ ਦੀ ਵੀ ਨਹੀਂ ਹੋਣ ਦਿੰਦੇ। ਐਡਾ ਗਰਮ ਬਿਆਨ ਸੀਗਾ 4 ਤਰੀਕ ਦਾ। ਉਸ ਤੋਂ ਬਾਅਦ ਵੀ ਲਗਾਤਾਰ ਇਹਨਾਂ ਦੇ ਬਿਆਨਬਾਜ਼ੀਆਂ ਆਈਆਂ ਗਈਆਂ ਨੇ। ਰਜਿੰਦਰ ਦੀ ਆਪ ਦੀ ਬਿਆਨ ਆਈ ਹੋਈ ਹੈ ਵੀ 26 ਤਰੀਕ ਨੂੰ ਮੋਦੀ ਦੀ ਹਿੱਕ ਤੇ ਟਰੈਕਟਰ ਚਾੜਾਂਗੇ, ਇਹਦੇ ਲਈ ਤਿਆਰੀ ਖਿੱਚ ਲਓ। ਇਹ ਮਤਲਬ ਰਜਿੰਦਰ ਦਾ ਆਪ ਦਾ ਬਿਆਨ ਹੈ। ਹੋਰ ਕਈ ਕਿਸਾਨ ਆਗੂਆਂ ਨੇ ਮਤਲਬ ਇਹੋ ਜਿਹੀ ਤੱਤੀ ਸ਼ਬਦਾਵਲੀ ਦੇ ਵਿੱਚ ਬਿਆਨ ਦਿੱਤੇ ਨੇ। ਲੋਕਾਂ 'ਚ ਜਜ਼ਬਾ ਬਣਿਆ ਹੈਗਾ ਵੀ 26 ਨੂੰ ਸਾਡਾ ਸੰਘਰਸ਼ ਇੱਕ ਪੜਾਅ ਅੱਗੇ ਵਧੂਗਾ। ਜਿਵੇਂ 2 ਮਹੀਨੇ ਪੰਜਾਬ 'ਚ ਸੰਘਰਸ਼ ਟੋਲਾਂ ਤੇ ਬੈਠ ਕੇ, ਰੇਲਵੇ ਸਟੇਸ਼ਨਾਂ ਤੇ ਬਹਿ ਕੇ, ਪਟੜੀਆਂ ਤੇ ਬਹਿ ਕੇ ਚੱਲਿਆ ਸੀਗਾ। ਆਪਾਂ ਅੰਤਰਪ੍ਰੀਤ ਜੀ 1 ਮਿੰਟ ਆਪਾਂ ਬਿਆਨ ਸੁਣਾ ਵੀ ਦਿੰਦੇ ਹਾਂ, ਕਈ ਵਾਰੀ ਲੋਕਾਂ ਦੇ ਦਿਮਾਗ 'ਚੋਂ ਨਿਕਲ ਜਾਂਦੀ ਹੈ ਚੀਜ਼। ਆਪਾਂ ਬਿਆਨ ਸੁਣਾ ਦਿੰਦੇ ਹਾਂ, ਕੁਝ ਸੈਕਿੰਡ ਦਾ ਹੀ ਆ। ਹਾਂਜੀ, ਪਸ਼ੂਆਂ 'ਚ ਬਰਾਬਰ ਗੁਣ ਹੁੰਦੇ ਆ ਕਿ ਖਾਂਦੇ ਪੀਂਦੇ ਆ, ਬੱਚੇ ਪੈਦਾ ਕਰਦੇ ਆ, ਮਰ ਜਾਂਦੇ। ਇੱਕੋ ਜਿਹਾ ਗੁਣ ਆ ਮਨੁੱਖਾਂ ਤੇ ਪਸ਼ੂਆਂ ਦੇ 'ਚ। ਫਰਕ ਕਿੱਥੇ ਆ? ਪਸ਼ੂ ਫਰਕ ਨਹੀਂ ਕਰ ਪਾਉਂਦਾ ਵੀ ਕੀ ਗਲਤ ਆ ਤੇ ਕੀ ਠੀਕ ਆ। ਮਨੁੱਖ ਨੂੰ ਇਹ ਸੋਝੀ ਦਿੱਤੀ ਆ ਕੁਦਰਤ ਨੇ। ਇਸ ਕਰਕੇ ਜੇ ਗਲਤ ਦੇ ਖਿਲਾਫ ਕੋਈ ਨਹੀਂ ਬੋਲਦਾ, ਫਿਰ ਉਹਦੇ 'ਚ ਵੀ ਪਸ਼ੂਆਂ ਤੇ ਉਹਦੇ ਬੰਦੇ 'ਚ ਕੋਈ ਫਰਕ ਨਹੀਂ। ਇਸ ਕਰਕੇ ਇਸ ਤੋਂ ਵੱਡਾ ਗਲਤ ਨਹੀਂ ਹੋ ਸਕਦਾ, ਇਸ ਤੋਂ ਵੱਡੀ ਲਹਿਰ ਨਹੀਂ ਹੋ ਸਕਦੀ। ਔਰ ਜਿਹੜੇ ਆਪਣੇ ਮਨੁੱਖ ਹੋਣ ਦੀ ਜ਼ਿੰਦਗੀ ਨੂੰ ਸਫਲਾ ਕਰਨਾ ਚਾਹੁੰਦੇ ਆ ਜੋ 26 ਜਨਵਰੀ ਨੂੰ ਸਾਰੇ 25 ਨੂੰ ਸਾਰੇ ਨਾਕਿਆਂ ਤੇ ਲਿਆ ਕੇ ਖੜੇ ਕਰ ਲੋ ਟਰੈਕਟਰ, ਤੇ 26 ਨੂੰ ਦੁਨੀਆ ਦੇ ਵਿੱਚ ਮੋਦੀ ਦੀ ਨਹੀਂ, ਮੋਦੀ ਦੀ ਹਿੱਕ ਤੇ ਚੱਲਣ ਵਾਲੇ ਟਰੈਕਟਰਾਂ ਦੀ ਚਰਚਾ ਹੋਵੇ। ਇੰਨੀਆਂ ਬੇਨਤੀਆਂ ਦੇ ਨਾਲ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਨਾਲ ਕਨੂਪੀ ਵੀ ਜੁੜ ਗਏ ਨੇ। ਕਨੂਪੀ, ਤੁਹਾਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਬਹੁਤ ਹੀ ਸ਼ਾਰਟ ਨੋਟਸ ਦੇ ਉੱਤੇ ਤੁਹਾਨੂੰ ਦੋਨੇ ਹੀ ਆਗੂਆਂ ਨੂੰ ਅਸੀਂ ਸੁਨੇਹਾ ਦਿੱਤਾ ਸੀ। ਤੁਸੀਂ ਇਹ ਸਮਾਂ ਕੱਢਿਆ ਕੌਮੀ ਆਵਾਜ਼ ਦੇ ਲਈ। ਇਸ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕਿ ਇੰਨੇ ਸਖਤ ਬਿਆਨ ਕਿਉਂ ਦੇਣੇ ਪੈ ਗਏ। ਖਾਸ ਕਰ ਜਿਹੜਾ ਤੁਹਾਡੀ ਟਿੱਪਣੀ ਸੀ ਕਿ ABP ਤੇ ਕਿਰਤੀ ਕਿਸਾਨ ਯੂਨੀਅਨ ਦੇ ਕਮੈਂਟ ਦੇ ਵਿੱਚ ਕੋਈ ਫਰਕ ਨਹੀਂ, ਉਹਨਾਂ ਦੇ ਤੇ ਅੰਤਰਪ੍ਰੀਤ ਸਿੰਘ ਹੋਰਾਂ ਨੇ ਆਪਣੇ ਕਮੈਂਟਸ ਰੱਖੇ ਨੇ। ਤੁਸੀਂ ਇਸ ਦੇ ਵਿੱਚ ਕੋਈ ਹੋਰ ਗੱਲ ਐਡ ਕਰਨੀ ਚਾਹੋ ਕਿ ਐਡਾ ਸਖਤ ਬਿਆਨ ਕਿਵੇਂ ਤੁਹਾਨੂੰ ਟਿੱਪਣੀ ਤੁਹਾਨੂੰ ਕਰਨੀ ਪੈ ਗਈ, ਵੀ ਜਿਹੇ ਕੀ ਹਾਲਾਤ ਉਹਨਾਂ ਨੇ ਬਣਾ ਦਿੱਤੇ ਸੀ? ਇੱਕ ਚੀਜ਼ ਤਾਂ ਕਿ ਪ੍ਰੋਟੈਸਟ ਦੇ ਅੰਦਰ ਮਤਲਬ ਕੋਈ ਸ਼ੱਕ ਨਹੀਂ ਹੈ ਕਿ ਸੰਯੁਕਤ ਕਿਸਾਨ ਏਕਤਾ ਮੋਰਚਾ ਦੀ ਅਗਵਾਈ ਦੇ ਅੰਦਰ ਪ੍ਰੋਟੈਸਟ ਚੱਲ ਰਿਹਾ ਹੈ, ਤੇ ਅਸੀਂ ਵੀ ਇਹੀ ਸੋਚਦੇ ਹਾਂ ਕਿ ਇਸੇ ਹੀ ਅਗਵਾਈ ਦੇ ਅੰਦਰੋਂ ਮਤਲਬ ਉਹ ਪ੍ਰੋਟੈਸਟ ਵੀ ਅੱਗੇ ਵਧੇ ਤੇ ਚੱਲੇ। ਪਰ ਕਿਤੇ ਨਾ ਕਿਤੇ ਇੱਦਾਂ ਦੀਆਂ ਸਟੇਟਮੈਂਟਸ ਜਿਹੜੀਆਂ ਸਟੇਜ ਤੋਂ ਦਿੱਤੀਆਂ ਗਈਆਂ ਨੇ, ਮਤਲਬ ਉਹਨਾਂ ਵਿੱਚ ਸਾਫ਼ ਝਲਕਦਾ ਆ ਕਿ ਜਿਵੇਂ ਤੁਹਾਨੂੰ ਇਹ ਮਹਿਸੂਸ ਕਰਾਇਆ ਜਾ ਰਿਹਾ ਹੋਵੇ ਕਿ ਇਹ ਪ੍ਰੋਟੈਸਟ ਤੁਹਾਡਾ ਨਹੀਂ ਹੈ। ਇੱਦਾਂ ਦੇ ਕਈ ਕਮੈਂਟਸ ਆਏ ਨੇ ਪਰਸਨਲੀ ਵੀ ਤੇ ਸਟੇਜਸ ਤੋਂ ਵੀ ਬੋਲੇ ਗਏ ਨੇ ਵੀ ਜਿਸ 'ਚ ਤੁਹਾਨੂੰ ਮਤਲਬ ਕਿਹਾ ਗਿਆ ਹੋਵੇ ਕਿ ਇਹ ਤੁਹਾਡੇ ਸਟੂਡੈਂਟਸ ਦਾ ਪ੍ਰੋਟੈਸਟ ਨਹੀਂ ਹੈਗਾ, ਤੁਸੀਂ ਇੱਥੇ ਆਪਣੇ ਜਾਮੀਆ ਜਾਂ ਦਿੱਲੀ ਰਾਈਟਸ ਦੇ ਬਦਲੇ ਲੈਣ ਨਹੀਂ ਆਏ ਪੁਲਿਸ ਦੇ ਨਾਲ। ਤਾਂ ਕਿਤੇ ਨਾ ਕਿਤੇ ਉਹ ਓਵਰਆਲ ਪੋਲੀਟੀਕਲ ਐਟਮੋਸਫੇਅਰ ਨੂੰ ਮੈਨੂੰ ਲੱਗਦਾ ਜਾਂ ਜਿਹੜਾ ਵੀ ਆਸ-ਪਾਸ ਸਾਡਾ ਅੱਜ ਦੇ ਟਾਈਮ ਦਾ ਪੋਲੀਟੀਕਲ ਨੈਰੇਟਿਵ ਆ ਉਹਨੂੰ ਭੁੱਲ ਕੇ ਅਸੀਂ ਜ਼ਰੂਰ 3 ਕਾਨੂੰਨਾਂ ਨੂੰ ਹੀ ਵਾਪਸ ਕਰਵਾਉਣਾ ਹੈ ਆ, ਇਹੀ ਡਿਮਾਂਡ ਸਾਡੀ ਸੈਂਟਰਲ ਡਿਮਾਂਡ ਆ। ਪਰ ਇਸ ਸਭ ਦੇ ਅੰਦਰ ਜਿਹੜੇ ਤਰੀਕੇ ਨਾਲ ਵਰਤਾਵਾ ਮਤਲਬ SFS ਦੇ ਨਾਲ ਹੋਇਆ ਤੇ ਉੱਥੇ ਮੌਜੂਦ ਮਤਲਬ ਸਾਨੂੰ ਏਦਾਂ ਲੱਗਣ ਲੱਗ ਗਿਆ ਸੀ ਤੇ ਏਦਾਂ ਦੇ ਕਮੈਂਟਸ ਆ ਗਏ ਕਿ ਤੁਸੀਂ ਇਹਨੂੰ ਖਰਾਬ ਕਰਨ ਆਏ ਹੋ। ਤਾਂ ਇੱਕ ਤਰ੍ਹਾਂ ਨਾਲ ਐਕਸਕਲੂਡ ਕਰਨ ਵਾਲੀ ਪੋਲਿਟਿਕਸ ਜਿਹੜੀ BJP RSS ਕਰਦੀ ਹੈ ਬਾਹਰ, ਉਹਦਾ ਹੀ ਇੱਕ ਰਿਫਲੈਕਸ਼ਨ ਮੋਰਚੇ ਦੇ ਅੰਦਰ ਦਿਖਣ ਲੱਗ ਜਾਏ ਤਾਂ ਉਹਨੂੰ ਕੁਐਸਚਨ ਕਰਨਾ ਬਣਦਾ ਹੈ ਸਾਡਾ ਵੀ ਫਰਕ ਕੀ ਰਹਿ ਗਿਆ ਜੇ ਮਤਲਬ BJP ਨੇ ਸਾਨੂੰ ਐਂਟੀ ਨੈਸ਼ਨਲ ਘੋਸ਼ਿਤ ਕਰਨਾ ਆ ਤਾਂ ਕਿਸੇ ਨੇ ਸਾਨੂੰ ਗੱਦਾਰ ਘੋਸ਼ਿਤ ਕਰਨਾ ਆ। ਤਾਂ ਏਦਾਂ ਦੇ ਫਾਤਵੇ ਕੱਢਣੇ ਮਤਲਬ ਇਹ ਖੁਦ ਵਿੱਚ ਹੀ ਬਹੁਤ ਹੀ ਅਨਡੈਮੋਕ੍ਰੈਟਿਕ ਹੈ ਤੇ ਇਹ ਵੀ ਦਰਸਾਉਂਦੇ ਨੇ ਵੀ ਕਿੱਦਾਂ ਮਤਲਬ ਬਹੁਤ ਸਾਰੀਆਂ ਖੱਬੇ ਪੱਖੀ ਧਿਰਾਂ ਵੀ ਉਸੇ ਹੀ ਕਦਮਾਂ ਤੇ ਚੱਲ ਰਹੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਉਹ ਅਦਰਵਾਈਜ਼ ਅਪੋਜ਼ ਕਰ ਰਹੀਆਂ ਹੁੰਦੀਆਂ ਨੇ। ਜੀ, ਇਸ ਤੋਂ ਬਾਅਦ ਦੀ ਜਿਹੜੀ ਘਟਨਾ ਹੋਈ ਆ
ਉਹ ਹੀ ਹੈ ਢਿੰਡ ਪੁੱਟਣ ਵਾਲੀ, ਜਿੱਥੇ ਕਿ ਕੁਝ ਬੱਚੀਆਂ ਖੜੀਆਂ ਨੇ ਤੇ ਕੁਝ ਵੀਰ ਵੀ ਖੜੇ ਨੇ। ਉਹ ਕਾਫੀ ਜ਼ਿਆਦਾ ਐਕਸਟ੍ਰੀਮ ਲੱਗੀ ਸਾਰਿਆਂ ਨੂੰ ਹੀ। ਚਲੋ ਬਿਆਨਬਾਜ਼ੀ ਚੱਲਦੀ ਰਹਿੰਦੀ ਹੈ ਦੋਨੇ ਪਾਸੇ, ਠੀਕ ਆ, ਪਰ ਬੱਚੀਆਂ ਦੇ ਉੱਤੇ ਇਸ ਤਰ੍ਹਾਂ ਇੱਕ ਧਾਵੀ ਦੇ ਤੌਰ ਦੇ ਉੱਤੇ ਬਣ ਕੇ ਜਾਣਾ, ਉਹ ਵਾਕਈ ਨਿੰਦਣਯੋਗ ਗੱਲ ਆ। ਅਸੀਂ ਵੀ ਇੱਥੋਂ ਉਸਦੀ ਨਿੰਦਾ ਕਰਦੇ ਹਾਂ। ਕੀ ਤੁਹਾਡੀ ਉਹਨਾਂ ਬੱਚੀਆਂ ਦੇ ਨਾਲ ਗੱਲ ਹੋਈ, ਭੈਣਾਂ ਦੇ ਨਾਲ? ਉਸ ਤੋਂ ਬਾਅਦ ਥੋੜਾ ਅੰਤਰਪ੍ਰੀਤ ਨੇ ਉਹਦੇ ਉੱਤੇ ਝਾਤ ਪਾ ਵੀ ਦਿੱਤੀ ਆ। ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਇੰਨਾ ਐਕਸਟ੍ਰੀਮ ਕਿਉਂ ਚਲੇ ਗਏ ਉਹ? ਜੀ ਬਿਲਕੁਲ, ਸਾਡੇ ਸਾਥੀ ਉੱਥੇ ਕਈ ਦਿਨਾਂ ਤੋਂ ਕਿ ਸ਼ੁਰੂਆਤ ਤੋਂ ਹੀ ਉੱਥੇ ਰੁਕੇ ਹੋਏ ਨੇ, ਜਿਸ ਵਿੱਚ ਸਾਡੀਆਂ ਮਹਿਲਾ ਸਾਥੀ ਵੀ ਉੱਥੇ ਹੀ ਰੁਕੇ ਹੁੰਦੇ ਨੇ, ਜਿਨ੍ਹਾਂ ਨੇ ਕਿ ਵੀਡੀਓ ਬਣਾਇਆ ਉਹ ਵਾਲਾ ਜਦੋਂ ਉਹ ਧਮਕਾਉਣ ਆਏ ਸੀਗੇ ਉਹਨਾਂ ਨੂੰ। ਤੇ ਇਹੋ ਜਿਹੇ ਕਈ ਕਮੈਂਟਸ ਨੇ ਤੇ ਕਈ ਜਿਹੜੇ ਉਹਨਾਂ ਨੇ ਮਤਲਬ ਐਬਿਊਜ਼ ਕੀਤਾ, ਜਿਹੜਾ ਕਿ ਰਿਕਾਰਡਡ ਸਟੇਟਮੈਂਟਸ ਨਹੀਂ ਆਇਆ ਬਟ ਉਹਨਾਂ ਵੱਲੋਂ ਦਿੱਤਾ ਗਿਆ ਆ। ਤੇ ਬਹੁਤ ਸਾਫ਼ ਹੈ ਕਿ ਇੱਕ ਤਰੀਕੇ ਨਾਲ ਮੋਰਚੇ ਦੇ ਅੰਦਰ ਹੀ ਐਕਸਕਲੂਡ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤੇ ਉਹਦੇ ਵਿੱਚ ਇਹ ਧਿਆਨ ਨਹੀਂ ਦਿੱਤਾ ਜਾ ਰਿਹਾ ਕਿ ਹੁਣ ਤੱਕ ਦਾ ਜਿਹੜਾ ਨੌਜਵਾਨ ਕੁੜੀਆਂ ਨੂੰ ਉੱਥੇ ਲਿਆਉਣ ਲਈ ਜਿਹੜਾ ਇੱਕ ਕੰਮ ਹੈਗਾ ਆ, ਜਾਂ ਨੌਜਵਾਨ ਵਰਗ ਤੱਕ ਆਪਣਾ ਰੀਚ ਪਹੁੰਚਾਉਣ ਦੀ, ਆਪਣੀ ਡਿਮਾਂਡਸ ਪਹੁੰਚਾਉਣ ਲਈ ਜਿਹੜਾ ਜਥੇਬੰਦੀ ਲਗਾਤਾਰ ਕੰਮ ਕਰ ਰਿਹਾ ਆ, ਉਹਨੂੰ ਕਿੱਦਾਂ ਮਤਲਬ ਮਿਲਾਇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੋਰਚੇ ਦੇ ਅੰਦਰ ਹੀ। ਤਾਂ ਉਹਦੇ ਵਿੱਚ ਜਿੰਨੀ ਕੁ ਸਾਡੀ ਗੱਲ ਹੋਈ ਕਿ ਪਹਿਲਾਂ ਤਾਂ ਪੰਪ ਵਾਲਿਆਂ ਦਾ ਹੀ ਕਹਿਣਾ ਸੀਗਾ ਕਿ ਸਾਨੂੰ ਮਤਲਬ ਹੋਮ ਮਿਨਿਸਟਰੀ ਵੱਲੋਂ ਆ ਰਿਹਾ ਹੈ ਕਿ ਤੁਹਾਡਾ ਤੰਬੂ ਬਹੁਤ ਹੀ ਵੱਡਾ ਲੱਗ ਰਿਹਾ ਹੈ, ਅਲੱਗ ਲੱਗ ਰਿਹਾ ਹੈ, ਤੇ ਇਸ ਨੂੰ ਅਸੀਂ ਮਤਲਬ ਤਾਂ ਕਰਕੇ ਕਹਿੰਦੇ ਸੀ ਕਿ ਤੁਸੀਂ ਕਿਤੇ ਮੂਵ ਕਰ ਜਾਓ। ਇਹ ਬਹੁਤ ਹੀ ਮਤਲਬ ਰਿਕੁਐਸਟ ਵਾਲੀ ਸਟੇਟਮੈਂਟ ਸੀ। ਤਾਂ ਮਤਲਬ ਸਾਥੀਆਂ ਦਾ ਇਹ ਵੀ ਕਹਿਣਾ ਸੀਗਾ ਕਿ ਅਸੀਂ ਵੀ ਉਨੀ ਨਰਮਾਈ ਨਾਲ ਕਹਿ ਦਿੱਤਾ ਕਿ ਹਾਂਜੀ ਅਸੀਂ ਜਗ੍ਹਾ ਲੱਭ ਲੈਂਦੇ ਹਾਂ। ਬਟ ਜਿਸ ਦਿਨ ਮਤਲਬ ਉਸ ਤੋਂ ਥੋੜੇ ਦਿਨਾਂ ਬਾਅਦ ਹੀ ਜਦੋਂ ਇਹ ਹਾਦਸਾ ਵਾਪਰਦਾ ਹੈ ਕਿ ਉੱਥੇ ਇੱਕ ਤਰੀਕੇ ਨਾਲ ਇਹਨੇ ਮਤਲਬ ਉਸੇ ਹੀ ਹੁਲੀਗਨਿਜ਼ਮ ਚੋਂ ਮਤਲਬ ਟੈਂਟ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਤਾਂ ਫਿਰ ਤਾਂ ਹੋਰ ਵੀ ਮੈਨੂੰ ਲੱਗਦਾ ਵੱਧ ਡਟ ਕੇ ਉੱਥੇ ਹੀ ਆਪਣਾ ਤੰਬੂ ਲਾ ਕੇ ਬੈਠਣਾ ਚਾਹੀਦਾ ਆ। ਆਪਣੀ ਜਗ੍ਹਾ, ਆਪਣੀ ਸਪੇਸ ਉਨੀ ਰੀਕਲੇਮ ਕਰਨੀ ਚਾਹੀਦੀ ਹੈ, ਕਿਉਂਕਿ ਮੈਨੂੰ ਲੱਗਣ ਰਿਹਾ ਕਿ ਅੱਜ ਦੇ ਟਾਈਮ ਤੇ ਸਭ ਤੋਂ ਵੱਡਾ ਰੈਡੀਕਲ ਕੰਮ ਹੀ ਇਹ ਹੋ ਰਿਹਾ ਹੈ ਕਿ ਤੁਸੀਂ ਆਪਣੀ ਪਬਲਿਕ ਸਪੇਸ ਨੂੰ ਆਕਿਊਪਾਈ ਕਰ ਰਹੇ ਹੋ। ਚਾਹੇ ਮਤਲਬ ਮੈਨੂੰ ਉਹ 'ਚੋਂ ਕੋਈ ਉਹ ਨਹੀਂ ਲੱਗ ਰਿਹਾ, ਚਾਹੇ ਉਹ ਰੈੱਡ ਫੋਰਟ ਰਿਹਾ ਆ, ਚਾਹੇ ਉਹ ਦਿੱਲੀ ਦੀਆਂ ਸੜਕਾਂ ਰਹੀਆਂ ਨੇ, ਚਾਹੇ ਹੁਣ ਉਹ ਮੋਰਚੇ ਦੇ ਅੰਦਰ ਜਗ੍ਹਾ ਹੈ, ਸਭ ਪਬਲਿਕ ਸਪੇਸ ਹੈ, ਸਭ ਪਬਲਿਕ ਪ੍ਰੋਟੈਸਟ ਚੱਲਣ ਦਿਆ ਆ। ਕਿਸੇ ਦਾ ਆਪਣਾ ਨਹੀਂ ਹੈ, ਨਾ ਮੇਰਾ ਹੈ ਨਾ ਤੁਹਾਡਾ ਹੈ, ਇਹ ਸਾਡਾ ਕਿਸੇ ਦਾ ਪ੍ਰੋਟੈਸਟ, ਕਿਸੇ ਦਾ ਪ੍ਰਾਈਵੇਟ ਪ੍ਰੋਟੈਸਟ ਨਹੀਂ ਹੁੰਦਾ। ਤਾਂ ਉਹਦੇ ਚੋਂ ਇਸ ਤਰੀਕੇ ਦਾ ਵਰਤਾਵਾ ਜਿਹੜਾ ਹੈਗਾ ਉਹ ਇਹ ਹੋਰ ਵੀ ਮਤਲਬ ਅੱਗੇ ਸਾਨੂੰ ਸੁਨੇਹਾ ਇਹ ਵਧਾਉਣਾ ਚਾਹੀਦਾ ਹੈ ਕਿ ਪਬਲਿਕ ਸਪੇਸਿਸ ਜਿਹੜੀਆਂ ਨੇ ਉਹ ਮਤਲਬ ਲੋਕਾਂ ਦੀਆਂ ਹੀ ਨੇ, ਤੇ ਉਹਦੇ ਵਿੱਚੋਂ ਐਸਐਫਐਸ ਦੀ ਵੀ ਉਨੀ ਬਰੋਬਰ ਆ। ਤੇ ਇਸ ਤਰੀਕੇ ਦਾ ਜਿਹੜਾ ਉੱਥੇ ਆ ਕੇ ਤੰਗ ਕਰਨ ਵਾਲਾ ਹੈਗਾ ਆ, ਮਤਲਬ ਇਹਦੇ ਨਾਲ ਉਹ ਆਪਣੀ ਛਵੀ ਹੀ ਸਾਹਮਣੇ ਲਿਆ ਰਹੇ ਨੇ, ਆਪਣਾ ਹੀ ਕੀਤਾ ਸਾਹਮਣੇ ਲਿਆ ਰਹੇ ਨੇ, ਨਾ ਕਿ ਹੋਰ ਕਿਸੇ ਦਾ। ਬਿਲਕੁਲ। ਸੋ ਇੱਕ ਬੇਬੇ ਦੀ ਰਸੋਈ ਚੱਲਦੀ ਸੀ ਨਹੀਂ, ਜਿਹੜੀ ਕਿ ਸ਼ੰਭੂ ਬਾਰਡਰ ਦੇ ਨੇੜੇ ਤੇੜੇ ਹੀ ਆ। ਮੈਂ ਉਸ ਦੀ ਪ੍ਰੋਪਰ ਵੀ ਕਮੈਂਟ ਲੱਭ ਰਿਹਾਗਾ। ਹਾਂਜੀ, ਜਿੱਥੇ ਦੀਪ ਸਿੱਧੂ ਦਾ ਟੈਂਟ ਸੀ ਤੇ ਬੇਬੇ ਦੀ ਰਸੋਈ, ਉਹਨੂੰ ਵੀ ਇਸੇ ਹੀ ਜਥੇਬੰਦੀ ਦੇ ਵੱਲੋਂ ਪੁੱਟਣ ਦੀ ਕੋਸ਼ਿਸ਼ ਕੀਤੀ ਗਈ। ਦੀਪ ਸਿੱਧੂ ਦੇ ਟੈਂਟ ਤੋਂ ਨਿਹੰਗ ਸਿੰਘਾਂ ਨੇ ਭਜਾ ਦਿੱਤਾ ਸੀ, ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਆ। ਅਤੇ ਜਿਹੜੀ ਬੇਬੇ ਆ, ਉਹਨਾਂ ਦਾ ਪਰਿਵਾਰ ਬਹੁਤਾ ਬਾਹਰੇ ਰਹਿੰਦਾ ਗਾ, ਅਤੇ ਉਹ ਉੱਥੇ ਹੋਰ ਕਾਫੀ ਵਿਦਵਾਨ ਬੰਦੇ ਆ ਜਿਹੜੇ ਲੰਗਰ ਛਕ ਕੇ ਆਉਂਦੇ ਆ। ਉੱਥੇ ਵੀ ਜਾ ਕੇ ਇਹਨਾਂ ਨੇ ਪੁੱਟਣ ਦੀ ਕੋਸ਼ਿਸ਼ ਕੀਤੀ ਕਿਰਤੀ ਕਿਸਾਨ ਯੂਨੀਵਰਸਿਟੀ ਨੇ। ਕਿ ਠੀਕ ਆ, ਬੰਦਿਆਂ ਦੇ ਨਾਲ ਬੰਦਿਆਂ ਦਾ ਰੌਲਾ ਪੈਂਦਾ ਰਹਿੰਦਾ ਗਾ, ਪਰ ਬਿਲਕੁਲ ਵੀ ਕੋਈ ਇਹਨਾਂ ਦੇ ਅੰਦਰ ਕੋਈ ਇੰਨੇ ਇਨਸੈਂਸਿਟਿਵ ਹੋ ਗਏ ਨੇ ਕਿ ਬਿਲਕੁਲ ਇੱਕ ਜਿਹੜੀ ਫਾਸਿਸਟ ਗਵਰਨਮੈਂਟ ਦੇ ਜਿਹੜੇ ਸੰਦ ਹੁੰਦੇ ਨੇ, ਉਸ ਤਰ੍ਹਾਂ ਦੀ ਇਹਨਾਂ ਦੀ ਪ੍ਰਵਿਰਤੀ ਬਣ ਗਈ ਆ ਕਿ ਬੀਬੀਆਂ ਦਾ ਵੀ ਕੋਈ ਇਹ ਸ਼ਰਮ ਇਹਨਾਂ ਦੇ ਵੱਲੋਂ ਨਹੀਂ ਕੀਤੀ ਜਾ ਰਹੀ ਹੈ। ਮਤਲਬ 26 ਤਰੀਕ ਤੋਂ ਬਾਅਦ ਹੀ ਇੱਕ ਜਿਹੜੀ ਚੀਜ਼ ਸਾਨੂੰ ਦਿਖ ਰਹੀ ਸੀ ਕਿ ਦੂਸਰੇ ਦਾ ਭੰਡੀ ਪ੍ਰਚਾਰ ਕਰਕੇ ਆਪਣੀ ਲੀਡਰਸ਼ਿਪ ਐਸਟੈਬਲਿਸ਼ ਕਰਨ ਦੀ ਇੱਕ ਕੋਸ਼ਿਸ਼ ਲੱਗ ਰਹੀ ਸੀ, ਕਿ ਮਤਲਬ ਜਿਸ ਵਿੱਚ ਤੁਸੀਂ ਦੂਸਰੇ ਨੂੰ ਕੰਡੈਮ ਕਰਕੇ ਖੁਦ ਨੂੰ ਕਿਤੇ ਨਾ ਕਿਤੇ ਸਹੀ ਸਾਬਿਤ ਕਰ ਸਕੋਗੇ। ਮੈਨੂੰ ਲੱਗਦਾ ਕ੍ਰਿਟਿਸਿਜ਼ਮ ਜਾਂ ਕੰਡੈਮ ਕਰਨਾ ਜਾਂ ਇਹ ਚਲੋ ਚੱਲ ਰਿਹਾ ਹੈ, ਪਰ ਲੋਕ ਤਾਂ ਉਸੇ ਲੀਡਰਸ਼ਿਪ ਨੂੰ ਮੰਨਣਗੇ ਨਾ, ਲੋਕ ਤਾਂ ਉਸੇ ਨੂੰ ਹੀ ਮੰਨਣਗੇ ਜਿਹੜਾ ਉਹ 3 ਬਿਲਕੁਲ ਹੀ ਡਿਟਰਮਿੰਡ ਹੋ ਕੇ ਵਾਪਸ ਕਰਾਉਣ ਦੀ ਗੱਲ ਕਰੇਗਾ ਤੇ ਉਹਦੇ ਉੱਤੇ ਹੀ ਪਹਿਰਾ ਦੇਵੇਗਾ। ਮਤਲਬ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਨਾ ਹੈਗਾ ਕਿ ਅੱਜ ਐਸਐਫਐਸ ਮਾੜੀ ਹੋ ਗਈ, ਅੱਜ ਲੱਖਾ ਸਿਧਾਣਾ ਮਾੜਾ ਹੋ ਗਿਆ, ਮਾੜੇ ਹੋ ਗਏ, ਪਰ ਤੁਹਾਡੇ ਤੋਂ ਤਾਂ ਉਹੀ ਐਕਸਪੈਕਟੇਸ਼ਨਸ ਨੇ ਨਾ, ਉਨੀ ਡਿਟਰਮਿੰਡ ਐਕਸਪੈਕਟੇਸ਼ਨਸ ਨੇ, ਉਹ ਫਿਰ ਨੈਗੋਸੀਏਸ਼ਨਸ ਵਾਲੀਆਂ ਐਕਸਪੈਕਟੇਸ਼ਨਸ ਤਾਂ ਨਹੀਂ ਹੈਗੀਆਂ। ਤਾਂ ਮੈਨੂੰ ਕਿਤੇ ਨਾ ਕਿਤੇ ਲੱਗ ਰਿਹਾ ਸੀ ਕਿ ਉਦੋਂ ਇਹੀ ਵਾਲਾ ਜਿਹੜਾ ਹੈਗਾ ਆ ਮਤਲਬ ਇਸ ਚੀਜ਼ ਨੂੰ ਪਾਸੇ ਕਰਨ ਲਈ ਜਾਂ ਫਿਰ ਇੱਕ ਆਪਣੀ ਖੁਦ ਦੀ ਇਰਰਿਸਪੌਂਸਿਬਿਲਿਟੀ ਨੂੰ ਢੱਕਣ ਦੇ ਲਈ
ਇਦਾਂ ਦਾ ਭੰਡੀ ਪ੍ਰਚਾਰ ਸਟੇਜ ਤੋਂ ਹੋਇਆ ਤੇ ਉਸ ਤੋਂ ਬਾਅਦ ਵੀ ਨਹੀਂ ਰੁਕਿਆ। ਉਸ ਤੋਂ ਬਾਅਦ ਵੀ ਹਰ ਇੱਕ ਦੇ ਤੰਬੂ ਲੱਭ ਕੇ ਪਰਚੇ ਲਗਾ ਕੇ ਮਤਲਬ ਜਿੰਨਾ ਐਫਰਟ ਇਸ ਤੇ ਲੱਗਾ ਕਿ ਵਾਸ਼ਰੂਮਸ ਦੇ ਉੱਤੇ ਅਸੀਂ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਸੀਗੇ ਇਹਨਾਂ ਨੇ। ਮਤਲਬ ਇਹਨਾਂ ਨੇ ਵਾਸ਼ਰੂਮ ਦੇ ਉੱਤੇ ਪੋਸਟਰ ਲਗਾਏ ਫਲਾਣਾ ਮੁਰਦਾਬਾਦ। ਤਾਂ ਇੰਨਾ ਜ਼ੋਰ ਅਗਰ ਅਸੀਂ ਬੀਜੇਪੀ ਤੇ RSS ਨੂੰ ਲਗਾ ਦਈਏ ਤਾਂ ਕਿਤੇ ਨਾ ਕਿਤੇ ਸਾਡਾ ਟੀਚਾ ਕਲੀਅਰ ਹੋ ਜਾਊਗਾ ਕਿ ਅਸੀਂ ਕਿਹਦੇ ਖਿਲਾਫ ਆਏ ਆ ਤੇ ਕਿਹਦੇ ਵਿਰੁੱਧ ਸਾਡੀ ਲੜਾਈ ਹੈਗੀ ਆ। ਮਤਲਬ ਦਿੱਲੀ ਪੁਲਿਸ ਨੂੰ ਨਾਲ ਇੰਨਾ ਮਤਲਬ ਲੋਕਾਂ ਦੇ ਵਿੱਚ ਏਦਾਂ ਬੈਠ ਗਿਆ ਜਿਵੇਂ ਆਪਣਾ ਮੋਰਚਾ ਬਹੁਤ ਹੀ ਦਿੱਲੀ ਪੁਲਿਸ ਦੀ ਕੋਆਪਰੇਸ਼ਨ ਤੇ ਕੋਆਰਡੀਨੇਸ਼ਨ ਨਾਲ ਚੱਲ ਰਿਹਾ ਹੋਵੇ। ਉਹੀ ਦਿੱਲੀ ਪੁਲਿਸ ਆ ਜਿਹੜੇ ਸਾਡੇ ਪ੍ਰੋਟੈਸਟਰਸ ਦੇ ਸਿਰ ਪਾੜ ਰਹੀ ਹੈ, ਖੋਲ ਰਹੀ ਹੈ ਨਾ। ਤਾਂ ਉਹ ਪਰ ਸੰਯੁਕਤ ਕਿਸਾਨ ਏਕਤਾ ਮੋਰਚਾ ਨੂੰ ਚਾਹੇ ਬੈਰੀਕੇਡਿੰਗ ਦੇ ਉੱਤੇ ਕਮੈਂਟਸ ਆਏ ਹੋਣ, ਉਹ ਬਹੁਤ ਹੀ ਏਦਾਂ ਸੀ ਕਿ ਅਸੀਂ ਨਹੀਂ ਡਿਸਾਈਡ ਕਰਦੇ, ਤਾਂ ਕਿਤੇ ਵੀ ਮਤਲਬ ਉਹ ਮਤਲਬ ਖੁਦ ਵਿੱਚ ਹੀ ਇੰਨੀ ਕੁ ਮੈਨੂੰ ਲੱਗਦਾ ਹੈ ਕਿ ਜਿੰਨੀ ਰਿਪਲਸ਼ਨ ਆਪਣੀ ਇੱਕੋਦਮ SFS ਜਾਂ ਲੱਖੇ ਤੋਂ ਜਾਂ ਦੀਪ ਤੋਂ ਦਿਖਾਈ ਹੈ, ਇੰਨੀ ਰਿਪਲਸ਼ਨ ਜੇ ਕਿਤੇ ਅਸੀਂ ਫਾਸ਼ਿਸਟ ਰਜੀਮ ਨਾਲ ਦਿਖਾਈਏ ਤਾਂ ਸਾਡੇ ਲੋਕਾਂ 'ਚ ਵੀ ਇੰਨੇ ਵਹਿਮ ਜਾਂ ਇੰਨਾ ਕਿਓਸ ਨਾ ਪਵੇ ਕਿ ਅਸੀਂ ਕੀ ਕਰਨਾ ਹੈ, ਉਹਨਾਂ ਨੂੰ ਕਲੀਅਰ ਹੋਵੇ ਅਸੀਂ ਕੀ ਕਰਨਾ ਹੈ। ਹਰਵਿੰਦਰ ਸਿੰਘ ਜੀ, ਬਹੁਤ ਲੋਕਾਂ ਨੂੰ ਇਹ ਕਿਹਾ ਸੀ ਕਿ ਸਾਡੀਆਂ ਹਰਕਤਾਂ ਨਾਲ BJP ਵਾਲੇ ਚਿੜ ਖਾਂਦੇ ਨੇ ਤੇ BJP ਵਾਲਿਆਂ ਨੂੰ ਆਪਾਂ ਮਤਲਬ ਤੰਗ, ਇਹ ਲੋਕ ਚਿੜ ਖਾਂਦੇ ਨੇ, ਆਪਾਂ ਕਿਉਂ ਚਿੜ ਚੜਾਉਣੀ। ਮਤਲਬ ਇੱਕ ਪਾਸੇ ਤਾਂ ਅਸੀਂ ਤੁਸੀਂ ਕਹਿ ਰਹੇ ਹੋ BJP ਖਤਮ ਕਰਨੀ ਹੈ, ਮਤਲਬ ਆਪਾਂ ਉਹਨਾਂ ਨੂੰ ਜਵਾਬ ਦੇਣਾ, ਇੱਕ ਪਾਸੇ ਉਹਨਾਂ ਨੂੰ ਅਨਕੰਫਰਟੇਬਲ ਹੁੰਦਿਆਂ ਵੀ ਤੁਸੀਂ ਦੇਖ ਨਹੀਂ ਸਕਦੇ। ਤੇ ਇਹ ਵੀ ਖੁਦ ਵਿੱਚ ਬਹੁਤ ਹੀ ਗਲਤ ਹੈ ਨਾ ਕਿ ਇੱਕ ਪਾਸੇ ਅਸੀਂ ਖਤਮ ਕਰਨ ਦੀ ਗੱਲ ਕਰਦੇ, ਦੂਸਰਾ ਉਹਨਾਂ ਦੇ ਡਿਸਕੰਫਰਟ ਤੋਂ ਸਾਨੂੰ ਪ੍ਰੋਬਲਮ ਹੋ ਜਾਂਦੀ ਹੈ ਕਿ ਉਹ ਤਾਂ ਪ੍ਰੋਟੈਸਟ ਕਰਨ ਆਉਣ ਲੱਗ ਗਏ ਅੱਗੇ ਨੂੰ, ਮੂਰਲੀ ਸਟੇਜ ਦੇ ਉੱਤੇ ਜਿਹੜਾ ਪ੍ਰੋਟੈਸਟ ਕਰਨ ਆਉਣ ਲੱਗ ਗਏ ਬਿਕੋਜ਼ ਆਫ 26th। ਜੀ ਬਿਲਕੁਲ। ਵੈਸੇ ਯੂਨੀਵਰਸਿਟੀ ਅਸੀਂ ਵੀ ਰਹੇ ਹਾਂ, ਕਦੇ ਵੀ ਜਥੇਬੰਦੀਆਂ ਦੀ ਇੰਨੇ ਲੈਵਲ ਤੱਕ ਡਿੱਗਣ ਦੀ ਕਦੇ ਕੋਈ ਪ੍ਰਵਿਰਤੀ ਨਹੀਂ ਦੇਖੀ, ਭਾਵੇਂ ਕਿ ਉਦੋਂ ABP ਵੀ ਇੰਨੇ ਲੈਵਲ ਤੱਕ ਨਹੀਂ ਸੀ ਡਿੱਗੀ, 2009 ਦੀ ਮੈਂ ਗੱਲ ਕਰ ਰਿਹਾ ਹੈਗਾ। ਪਰ ਆਪਣੀਆਂ ਫੌਜਾਂ ਨੂੰ ਉਹਨਾਂ ਦੇ ਆਪ ਹੀ ਪੈਰ ਵੱਢ ਰਹੇ ਨੇ, ਇਹ ਤਾਂ ਕਿਤੇ ਦੀ ਵੀ ਸਿਆਣਪ ਨਹੀਂ ਨੇ। ਕਿਰਤੀ ਕਿਸਾਨ ਯੂਨੀਅਨ ਉਹ ਇੱਕ ਲੀਡਰ ਨੇ, ਇੱਕ ਕਮਾਂਡਰ ਨੇ ਇਸ ਸੰਘਰਸ਼ ਦੀ, ਉਹ ਵਾਕਈ ਉਹਨਾਂ ਦੀ ਬੜੀ ਨਿੰਦਣਯੋਗ ਤੇ ਘਿਨਾਉਣੀ ਤੇ ਜੱਗੋਂ ਤੇਰਵੀਂ ਗੱਲ ਆ। ਹਾਂ, ਮੈਨੂੰ ਇੱਕ ਗੱਲ ਹੋਰ ਯਾਦ ਆ ਰਹੀ ਹੈ ਕਿ ਮੇਰਾ ਇਹ ਪਰਸਨਲ ਐਕਸਪੀਰੀਅੰਸ ਹੈ, ਮੈਂ ਸਾਫ਼ ਤੌਰ ਤੇ ਕਹਿਣਾ ਚਾਹੁੰਦੀ ਹਾਂ ਕਿ ਇਹ ਮੇਰਾ ਪਰਸਨਲ ਐਕਸਪੀਰੀਅੰਸ ਹੈ। ਤੇ ਸ਼ੁਰੂ ਤੋਂ ਹੀ ਜਦੋਂ ਦਾ ਇਹ ਸੰਘਰਸ਼ ਸ਼ੁਰੂ ਹੋਇਆ ਆ, ਇੱਕ ਦਿਨ ਸਾਨੂੰ ਬੁਲਾਇਆ ਗਿਆ ਕਿਸਾਨ ਭਵਨ ਮੀਟਿੰਗ ਦੇ ਲਈ, ਤੇ ਉਦੋਂ ਵੀ ਮੈਂ ਜਾਣਦੀ ਨਹੀਂ ਸੀਗੀ ਵੀ ਰਜਿੰਦਰ ਜੀ ਕੌਣ ਨੇ, ਪਰ ਰਜਿੰਦਰ ਜੀ ਦਾ ਪਹਿਲਾ ਹੀ ਦਬਕਾ ਉੱਥੇ ਜਿਹੜਾ ਉਹਨਾਂ ਨੇ ਮਾਰਿਆ ਉਹ ਲੱਗ ਹੀ ਰਿਹਾ ਸੀ ਕਿ ਵੀ ਇਹ ਕਿੰਨੇ ਫਿਊਡਲ ਜਿਹੇ ਬੰਦੇ ਨੇ, ਮਤਲਬ ਏਦਾਂ ਕਿਉਂ ਕਿਹਾ ਇਹਨਾਂ ਨੇ। ਬਟ ਫਿਰ ਵੀ ਆਦਰ ਸਤਿਕਾਰ ਨਾਲ ਤੇ ਇਹਨਾਂ ਦੀ ਟੈਨਸ਼ਨ ਜਿਹੜੀ ਇਹਨਾਂ ਦੇ ਉੱਤੇ ਪ੍ਰੈਸ਼ਰ ਸੀ ਉਹ ਸਮਝਦਿਆਂ ਬਹੁਤ ਆਰਾਮ ਨਾਲ ਮੈਨੂੰ ਵੀ ਲੱਗਾ ਕਿ ਨਹੀਂ ਇੰਨਾ ਟਾਈਮ ਦੇਣਾ ਚਾਹੀਦਾ ਹੈ, ਕਿਉਂਕਿ ਉਹ ਲੀਡਰਸ ਨੇ, ਕਿਉਂਕਿ ਉਹ ਬਹੁਤ ਹੀ ਅੰਡਰ ਪ੍ਰੈਸ਼ਰ ਨੇ ਤੇ ਇੱਕ ਮੂਵਮੈਂਟ ਨੂੰ ਸੰਭਾਲਣ ਦੇ ਲਈ, ਉਹਨੂੰ ਬਣਾਉਣ ਦੇ ਲਈ ਇੱਕ ਵੱਧ ਐਫਰਟ ਹੈ ਜਿਹੜਾ ਉਹਨਾਂ ਦਾ ਪ੍ਰਾਇਮਰੀਲੀ ਤੌਰ ਤੇ ਜਿਹੜਾ ਲੱਗ ਰਿਹਾ ਹੈ। ਬਟ ਉਹ ਸੇਮ ਸੀਰੀਜ਼ ਆਫ ਇਵੈਂਟ ਦੇ ਵਿੱਚ ਇਹ ਜੁੜਿਆ ਕਿ ਜਦੋਂ ਦੂਸਰਾ ਹੀ ਦਿਨ ਸੀ ਸ਼ਾਇਦ ਉਹ ਸਟੇਜ ਲੱਗੀ ਦਾ, ਤੇ ਮੇਰਾ ਨਾਮ ਉਹ ਕਹਿ ਰਹੇ ਸੀ ਕਿ ਤੁਸੀਂ ਆ ਕੇ ਬੋਲੋ, ਤੇ ਬਟ ਉਹਨਾਂ ਸਭ ਵਿੱਚੋਂ ਸਿਰਫ ਇੱਕ ND ਔਰ ਸਿਰਫ ਰਜਿੰਦਰ ਦਾ ਆਰਗੇਨਾਈਜੇਸ਼ਨ ਸੀ ਜਿਹੜਾ ਕਹਿ ਰਿਹਾ ਸੀ ਕਿ ਕਨੂਪ੍ਰਿਆ ਨੂੰ ਨਹੀਂ ਬੁਲਵਾਉਣਾ। ਤਾਂ ਉਦੋਂ ਇਹ ਗੱਲ ਕਹੀ ਗਈ ਸੀ ਕਿ ਕਨੂਪ੍ਰਿਆ ਕੌਣ ਹੈ, ਤਾਂ ਮੇਰਾ ਬਹੁਤ ਸਾਫ਼ ਸੀਗਾ ਕਿ ਮੈਂ ex-PUCSC ਪ੍ਰੈਜ਼ੀਡੈਂਟ, ਉਹਨਾਂ ਦਾ ਉੱਥੇ ਕਹਿਣਾ ਸੀਗਾ ਕਿ ਨਹੀਂ ਐਕਸ ਨਹੀਂ, ਸਾਬਕਾ ਨਹੀਂ ਚੱਲੇਗਾ, ਮੌਜੂਦਾ ਲਿਆਓ। ਤੇ ਮੈਂ ਬਹੁਤ ਹੀ ਹੱਸ ਕੇ ਕਹਿ ਦਿੱਤਾ ਕਿ ਠੀਕ ਹੈ ਜੀ, ਮੈਂ ਚਲੇ ਜਾਂਦੀ ਹਾਂ, ਤੁਸੀਂ ਮੌਜੂਦਾ ਪੰਜਾਬ ਤੋਂ ਲੱਭ ਕੇ ਬੁਲਵਾ ਲਿਓ, ਨੋ ਇਸ਼ੂਜ਼। ਤੇ ਉਦੋਂ ਕਹਿੰਦੇ ਕਿਸੇ ਇੰਡੀਵਿਜੂਅਲ ਤੋਂ ਨਹੀਂ ਬੁਲਾਵਾਂਗੇ, ਅਸੀਂ ਆਰਗੇਨਾਈਜੇਸ਼ਨ ਤੋਂ ਬੁਲਵਾਵਾਂਗੇ। ਤਾਂ ਮੇਰੇ ਸਾਥੀਆਂ ਨੇ ਕਿਹਾ ਕਿ ਤੂੰ SFS ਦੇ ਬਤੌਰ ਬੋਲ ਉੱਥੇ ਜਾ ਕੇ। ਤਾਂ ਉਸ ਤੋਂ ਬਾਅਦ ਮੈਂ ਬੋਲਿਆ ਕਿ ਮੈਂ SFS ਤੋਂ ਬੋਲਣਾ। ਤਾਂ ਮਤਲਬ ਉਹ ਇੱਕ ਤੋਂ ਬਾਅਦ ਦੂਸਰਾ ਪੈਰਾਮੀਟਰ ਲਗਾਈ ਜਾ ਰਹੇ ਸੀ ਕਿ ਮੈਂ ਉੱਥੇ ਸਟੇਜ ਤੇ ਨਾ ਬੋਲਾਂ, ਕਿ ਮੇਰਾ ਉੱਥੇ ਮਤਲਬ ਮੈਨੂੰ ਨਹੀਂ ਲੱਗਦਾ ਕਿ ਇਕੱਲਾ ਸਟੇਜਾਂ 'ਚ ਬੋਲ ਕੇ ਹੀ ਕੋਈ ਲੀਡਰ ਬਣਦਾ ਹੈ, ਜਾਂ ਅਸੀਂ ਸਟੇਜ ਤੋਂ ਬਹੁਤ ਕੋਈ ਅੱਜ ਤੱਕ ਇੰਨੀ ਵੱਡੀ ਖਾਸ ਗੱਲ ਕੀਤੀ ਹੋਵੇ। ਉਹਨਾਂ ਲੋਕਾਂ ਦੇ ਨਾਲ ਹੀ ਜੁੜ ਕੇ ਉਸੇ ਸਟੇਜ ਤੇ ਬਸ ਆਪਣੀ ਹਾਜ਼ਰੀ ਲਗਵਾਉਣ ਆਏ ਹੁੰਦੇ ਸੀਗੇ। ਤੇ ਪਰ ਇੱਕ ਜਿਹੜਾ ਸ਼ੁਰੂ ਤੋਂ ਹੀ ਮੈਨੂੰ ਲੱਗਦਾ ਉਹਨਾਂ ਨੂੰ ਇੰਨਾ ਕੁ ਰਿਪਲਸ਼ਨ ਰਿਹਾ ਹੈ ਆਰਗੇਨਾਈਜੇਸ਼ਨ ਨਾਲ ਤੇ ਮੇਰੇ ਬਤੌਰ ਆਰਗੇਨਾਈਜੇਸ਼ਨ ਦੇ ਮੈਂਬਰ ਨਾਲ, ਕਿ ਉਹ ਉਹਨਾਂ ਨੂੰ ਖੁੱਲਾ ਮੌਕਾ ਮਿਲ ਗਿਆ ਹੁਣੇ ਬੋਲਣ ਦਾ। ਤੇ ਇੱਕ ਤਰੀਕੇ ਨਾਲ ਉਹਨਾਂ ਨੂੰ ਓਪਰਚੁਨਿਟੀ ਜੀ ਲੱਗਦੀ ਸੀ ਕਿ ਹਾਂ ਹੁਣ ਟਾਈਮ ਹੈ ਜਿਸ SFS ਖੁਦੇੜੀ ਜਾਵੇ, ਜਿਸ ਵਿੱਚ ਕਨੂਪ੍ਰਿਆ ਨੂੰ ਮਲਾਇਨ ਕੀਤਾ ਜਾਵੇ। ਏਦਾਂ ਦੇ ਰੂਮਰਸ ਵੀ ਬਹੁਤ ਸ਼ੁਰੂ ਕੀਤੇ ਇਹਨਾਂ ਨੇ ਪ੍ਰੋਟੈਸਟ ਦੇ ਅੰਦਰ ਹੀ ਮੇਰੇ ਖਿਲਾਫ ਦੇਣੇ ਵੀ। ਤੇ ਮੈਨੂੰ ਲੱਗਦਾ ਰੂਮਰਸ ਬਹੁਤ ਛੋਟੇ ਨੇ, ਮਤਲਬ ਜਿੰਨੇ ਅਸੀਂ ਪੋਲੀਟੀਕਲ ਕੋਲ 'ਚ 10 ਕਿਲੋਮੀਟਰ ਦੇ ਸਾਡੇ ਸਟ੍ਰੈਚ ਦੇ ਪ੍ਰੋਟੈਸਟ ਚੱਲ ਰਹੇ ਨੇ, ਹੈ ਨਾ, ਠੀਕਰੀ ਦਾ 35 ਕਿਲੋਮੀਟਰ, ਉਹ 'ਚ ਤੁਸੀਂ ਇੰਨੇ ਛੋਟੇ ਪਰਸਨਲ ਰੂਮਰਸ ਸ਼ੁਰੂ ਕਰੋਗੇ, ਸਪੈਸ਼ਲੀ ਜਦੋਂ ਔਰਤਾਂ ਦੇ ਕੇਸ ਦੇ ਅੰਦਰ ਉਹ ਇੰਨੇ ਪਰਸਨਲ ਛੋਟੇ ਰੂਮਰਸ ਤੁਸੀਂ ਸੋਚਦੇ ਹੋ ਕਿ ਉਹ ਕੈਰੈਕਟਰ ਮੈਲਾਈਨੇਸ਼ਨ ਕਿਤੇ ਇਫੈਕਟ ਕਰੇਗੀ, ਤਾਂ ਉਹ ਕਰਦੀ ਨਹੀਂ ਹੈ। ਮਤਲਬ ਅਸੀਂ ਬਹੁਤ ਹੀ ਸਟਰੋਂਗਲੀ ਇੱਕ ਸਮਝ ਰੱਖ ਕੇ ਉੱਥੇ ਪ੍ਰੋਟੈਸਟ ਦੇ ਮੋਰਚੇ ਤੇ ਪਹੁੰਚੇ ਆ ਤੇ ਡਟੇ ਆ ਹਜੇ ਤੱਕ ਵੀ। ਤੇ ਮੈਨੂੰ ਲੱਗਦਾ ਇਹੋ ਜਿਹੀਆਂ ਕੋਸ਼ਿਸ਼ਾਂ ਹੁਣ ਉਹਨਾਂ ਦੀਆਂ ਲੋਕਾਂ ਦੇ ਸਾਹਮਣੇ ਵੀ ਆ ਰਹੀਆਂ ਨੇ।
ਆ ਟੈਂਟ ਵਾਲੀ ਹਰਕਤ ਦੇ ਕਰਕੇ ਵੀ ਉਹਨਾਂ ਨੇ ਆਪਣੇ ਖੁਦ ਨੂੰ ਹੀ ਨੰਗਾ ਕੀਤਾ ਹੈ, ਹੋਰ ਕੁਝ ਨਹੀਂ। ਹਰਵਿੰਦਰ ਸਿੰਘ ਜੀ, ਤੁਸੀਂ ਕੋਈ ਸਵਾਲ ਕਰਨਾ ਚਾਹੁੰਦੇ ਹੋ? ਉਸ ਤੋਂ ਬਾਅਦ ਸਰਵਿੰਦਰ ਸਿੰਘ ਜੀ। ਹਾਂਜੀ, ਤੁਸੀਂ ਅਨਮਿਊਟ ਹੋ। ਹਾਂਜੀ, ਇੱਕ ਮੇਰਾ ਸਵਾਲ ਭੈਣ ਹੋਰਾਂ ਨੂੰ ਵੀ, ਚਾਹੇ ਅੰਤਰਵਿਤ ਵੀਰ ਉਹ ਵੀ ਦੇ ਦੇਣ। 2 ਸਵਾਲ ਨੇ ਮੇਰੇ। ਇੱਕ ਤਾਂ ਸਵਾਲ ਇਹ ਹੈ ਕਿ ਇੱਕ ਆਪਾਂ ਉੱਥੇ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਇੱਕ ਤਾਨਾਸ਼ਾਹੀ, ਇੱਕ ਫਾਸਿਸਟ ਰਜੀਮ ਦੇ ਨਾਲ ਆਪਾਂ ਉੱਥੇ ਲੜ ਰਹੇ ਹਾਂ, ਤੇ ਇੱਕ ਪਾਸੇ ਜੋ ਸਰਕਾਰ ਦੇ ਨਾਲ ਆਪਾਂ ਲੜ ਰਹੇ ਹਾਂ, ਤੇ ਦੂਜੇ ਪਾਸੇ ਇੱਕ ਜਿਹੜੀ ਹੈ ਮੋਰਚੇ ਦੇ ਵਿੱਚ ਇੱਕ ਸਰਕਾਰ ਬਣ ਗਈ ਹੈ, ਜਿਹੜੀ ਇੱਕ ਹੋਰ ਤਾਨਾਸ਼ਾਹੀ ਜਿਹੜੀ ਹੈ ਉੱਥੇ ਤੁਹਾਨੂੰ ਦੋ ਜਦੋਂ ਤਾਨਾਸ਼ਾਹੀਆਂ ਦੇ ਨਾਲ ਲੜਨਾ ਪਏਗਾ, ਉਸ ਸਮੇਂ ਇਸ ਮੋਰਚੇ ਦੀ ਜਿਹੜੀ ਆਤਮਾ ਹੈ ਉਹਦੇ ਤੇ ਤੁਸੀਂ ਕਿਵੇਂ ਦਾ ਅਸਰ ਵੇਖਦੇ ਹੋ? ਇਹ ਮੇਰਾ ਪਹਿਲਾ ਸਵਾਲ ਹੈ। ਦੂਜਾ ਸਵਾਲ ਹੈ, ਕਿਉਂਕਿ ਇੱਥੇ ਜੋ ਵੀ 26 ਤਰੀਕ ਵਾਲੀ ਘਟਨਾ ਹੋਈ ਹੈ ਉਹਦੇ ਵਿੱਚ 3 ਪੱਖ ਨੇ। ਇੱਕ ਦੀਪ ਸਿੱਧੂ ਵਾਲਾ ਜਿਹੜੇ ਉਹਨੂੰ ਜਾਇਜ਼ ਠਹਿਰਾਉਂਦੇ ਆ, ਇੱਕ ਸੰਯੁਕਤ ਮੋਰਚੇ ਦਾ ਜਿਹੜੇ ਉਹਨੂੰ ਨਿੰਦਦੇ ਆ ਜਾਂ ਉਹਨਾਂ ਦਾ ਪੱਖ ਹੈ ਨਾ, ਆਪਾਂ ਨਿੰਦਨ ਉਹਦੇ ਤੋਂ ਆਪਾਂ ਬਾਹਰ ਨਿਕਲੇ। ਇੱਕ ਉਹਨਾਂ ਦਾ ਪੱਖ, ਇੱਕ ਸੱਚ ਹੈ ਉਹਦੇ ਵਿੱਚੋਂ। ਤੀਜਾ ਪੱਖ ਹੈ ਜਿਹੜਾ ਸ਼ਾਇਦ ਤੁਸੀਂ ਨਾ ਉਹਨਾਂ ਨਾਲ ਉਨੇ ਅਲਾਈਨਡ ਹੋ, ਨਾ ਦੀਪ ਸਿੱਧੂ ਦੀ ਸ਼ਾਇਦ ਤੁਸੀਂ ਉਨੀ ਉਸ ਤਰ੍ਹਾਂ ਦੀ ਹਮਾਇਤ ਕਰਦੇ ਹੋਵੋਗੇ, ਤੁਸੀਂ ਨਿਊਟਰਲ ਹੋ। ਤੇ ਇਹ ਤੁਸੀਂ ਉਸ ਦਿਨ ਜੋ ਵੀ ਘਟਨਾ ਹੋਈ, ਤੁਹਾਡੇ ਸ਼ਬਦਾਂ ਦੇ ਵਿੱਚ ਜੋ ਉਹ ਰੂਟ ਚੁਣਿਆ ਗਿਆ, ਤੁਸੀਂ ਉੱਥੇ ਸੀ, ਤੁਸੀਂ ਉਸ ਜਿਹੜਾ ਮਾਹੌਲ ਹੈ ਉਹਨੂੰ ਵੇਖਿਆ, ਵਾਚਿਆ, ਉਸ ਜਿਹੜੀ ਉਹਦੀ ਤੁਹਾਡੀ ਸੱਚਾਈ ਹੈ ਉਹ ਕੀ ਹੈ? ਇਹ ਮੇਰਾ ਦੂਜਾ ਸਵਾਲ ਹੈ। ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਉਹਨੂੰ ਪਲੀਜ਼ ਐਕਸਪਲੇਨ ਕਰ ਦਿਓ। ਜੀ ਅੰਤਰਪ੍ਰੀਤ ਸਿੰਘ ਜਾਂ ਕਨਪ੍ਰੀਤ, ਜੋ ਵੀ ਪਹਿਲਾਂ ਸ਼ੁਰੂ ਕਰਨਾ ਚਾਹੁੰਦੇ। ਅੱਛਾ, ਮੈਂ ਅੰਤਰਪ੍ਰੀਤ ਸਿੰਘ ਹੋਰਾਂ ਦੀ ਆਵਾਜ਼ ਅਨਮਿਊਟ ਕਰਨੀ ਚਾਹੁੰਦਾ। ਹਾਂਜੀ ਅੰਤਰਪ੍ਰੀਤ ਸਿੰਘ। ਹਾਂਜੀ, ਜਿਹੜਾ ਆਹ ਸਵਾਲ ਹੈ ਨਾ ਕਿ ਉਦਮ ਘਟਨਾਵਾਂ ਕਿਵੇਂ, ਆਵਾਜ਼ ਨਹੀਂ ਭਾਈ ਸਾਹਿਬ ਦੀ ਆ ਰਹੀ, ਤੁਹਾਡੀ ਆਵਾਜ਼ ਨਹੀਂ ਆ ਰਹੀ। ਨਹੀਂ, ਅਨਮਿਊਟ ਕਰ ਦਿਓ ਜੀ। ਹੈਲੋ। ਹਾਂਜੀ, ਠੀਕ ਹੈ, ਹੁਣ ਆ ਰਹੀ ਹੈ ਜੀ। ਠੀਕ ਹੈ। ਮੈਂ ਕਿਹਾ ਜਿਹੜੀਆਂ ਉਦੋਂ 26 ਤਰੀਕ ਨੂੰ ਘਟਨਾਵਾਂ ਵਾਪਰੀਆਂ ਨੇ, ਉਹ ਲੋਕਾਂ ਨੂੰ ਵੀ ਪਤਾ ਲੱਗਣੇ ਚਾਹੀਦੇ ਨੇ ਬੇਸਿਕਲੀ ਵਾਪਰੀਆਂ ਕਿਵੇਂ ਵਾਪਰੀਆਂ ਨੇ, ਤੇ ਫਿਰ ਉਹਦੇ ਵਿੱਚ ਇਲਜ਼ਾਮਬਾਜ਼ੀਆਂ ਲੱਗੀਆਂ ਨੇ ਤਾਂ ਲੋਕ ਵੀ ਥੋੜਾ ਆਪ ਤੈਅ ਕਰ ਲੈਣਗੇ ਹਨਾ ਵੀ ਕੌਣ ਕਿੰਨਾ ਕੁ ਦੋਸ਼ੀ ਹੈਗਾ। ਅਸਲ ਦੇ ਵਿੱਚ ਦੇਖੋ, ਜਿਹੜਾ ਤੁਹਾਡਾ ਪਹਿਲਾ ਸਵਾਲ ਸੀਗਾ ਕਿ ਇੱਕ ਪਾਸੇ ਤਾਂ ਜਿਹੜੀ ਮੌਜੂਦਾ ਸੱਤਾ ਹੈ ਉਹ ਡਿਕਟੇਟਰਸ਼ਿਪ ਤੇ ਉਤਰੀ ਹੋਈ ਹੈਗੀ, ਫਾਸਿਸਟ ਸਟੇਟ ਆਪਾਂ ਉਹਨੂੰ ਫਾਸੀਵਾਦੀ ਐਲਾਨ ਦੇ ਵੀ ਹੈਗੇ ਆ ਹਨਾ, ਤੇ ਫਾਸੀਵਾਦੀ ਲੱਛਣ ਉਹਦੇ ਦਿਖ ਵੀ ਰਹੇ ਨੇਗੇ। ਤੇ ਉਹਦੇ ਉਲਟ ਜਦੋਂ ਇਹ ਕਿਸਾਨੀ ਜਿਹੜੇ ਬਿੱਲ ਨੇ, ਜਿਹੜੇ ਖੇਤੀ ਕਾਨੂੰਨਾਂ ਤੇ ਕੇਂਦਰਿਤ ਇੱਕ ਜਿਹੜਾ ਸੰਘਰਸ਼ ਚਲਾ ਰਹੀਆਂ ਨੇ ਜਥੇਬੰਦੀਆਂ, ਪਰ ਸਾਨੂੰ ਪਤਾ ਹੈ ਕਿ ਫਾਸਿਸਟ ਸਟੇਟ ਦੇ ਉਲਟ ਕਿਸੇ ਵੀ ਮੰਗ ਤੇ ਸੰਘਰਸ਼ ਚਲਾਉਣਾ ਡੈਮੋਕ੍ਰੇਟਿਕ ਹੀ ਹੋ ਸਕਦਾ ਹੈਗਾ, ਉਹ ਐਂਟੀ ਡਿਕਟੇਟਰਸ਼ਿਪ ਹੀ ਹੋ ਸਕਦਾ ਹੈਗਾ ਹਨਾ। ਤਾਂ ਇਸ ਸੰਘਰਸ਼ ਦੇ ਵਿੱਚ ਜਮਹੂਰੀਅਤ ਹੋਣੀ ਚਾਹੀਦੀ ਸੀਗੀ। ਇਸ ਲੀਡਰਸ਼ਿਪ ਨੂੰ ਭਾਜਪਾ ਵਾਲੇ ਲੱਛਣ ਨਹੀਂ ਸੀ ਫੜਨੇ ਚਾਹੀਦੇ, ਜਮਹੂਰੀ ਲੱਛਣ ਫੜਨੇ ਚਾਹੀਦੇ ਸੀਗੇ। ਜਮਹੂਰੀਅਤ ਦੇ ਵਿੱਚ ਤਾਂ ਫਿਰ ਇਹ ਆ ਜਾਂਦਾ ਹੁੰਦਾ ਕਿ ਲੀਡਰਸ਼ਿਪ ਦੇ ਫੈਸਲੇ ਦਾ ਸਖਤ ਤੋਂ ਸਖਤ ਵਿਰੋਧ ਵੀ ਲੀਡਰਸ਼ਿਪ ਨੂੰ ਮੰਨਣਾ ਪੈਣਾ ਸੀਗਾ, ਤੇ ਮਤਲਬ ਕੁੱਲ ਲਕਾਈ ਨੂੰ ਨਾਲ ਲੈ ਕੇ ਕੁੱਲ ਲਕਾਈ ਦੇ ਹਾਣ ਦੇ ਹੋ ਕੇ ਫੈਸਲੇ ਲੈਣੇ ਚਾਹੀਦੇ ਸੀਗੇ। 26 ਤਰੀਕ ਨੂੰ ਜਿਹੜੀ ਘਟਨਾ, 26 ਤੋਂ ਪਹਿਲਾਂ ਹੀ ਖੈਰ ਵੀ 32 ਜਥੇਬੰਦੀਆਂ ਆਪਦੇ ਰਿੰਗ ਰੋਡ ਵਾਲੀ ਮੰਗ ਤੋਂ ਪਿੱਛੇ ਹਟ ਗਈਆਂ ਤੇ ਪੁਲਿਸ ਨਾਲ ਸਹਿਮਤੀ ਬਣਾ ਕੇ ਇੱਕ ਪਿੰਡਾਂ ਵਾਲਾ ਰੂਟ ਮੰਨ ਕੇ ਆ ਗਿਆ ਵੀ ਪੁਲਿਸ ਸਾਡਾ ਰਾਹ ਨਹੀਂ ਰੋਕਦੀ, ਪੁਲਿਸ ਬੈਰੀਕੇਡ ਹਟਾਊਗੀ ਤੇ ਆਪਾਂ ਫਲਾਣੇ ਪਿੰਡਾਂ ਦਾ ਗੇੜਾ ਕੱਢਣਾ ਹੈਗਾ 26 ਤਰੀਕ ਨੂੰ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਹਿੰਦੀ ਹੈ ਕਿ ਅਸੀਂ ਰਿੰਗ ਰੋਡ ਤੈਅ ਕੀਤਾ, ਅਸੀਂ ਰਿੰਗ ਰੋਡ ਤੇ ਹੀ ਕਰਾਂਗੇ। ਹੁਣ ਆਪਾਂ ਆਮ ਲੋਕਾਂ ਵਜੋਂ ਜੇ ਸੋਚੀਏ, ਜਮਹੂਰੀਅਤ ਤਾਂ ਇਹ ਕਹਿੰਦੀ ਹੈ ਕਿ 32 ਯੂਨੀਅਨਾਂ ਨੇ ਜਿਹੜਾ ਆਪਦਾ ਪਿੰਡਾਂ ਵਾਲਾ ਰੂਟ ਤੈਅ ਕਰ ਲਿਆ, ਉਹ ਆਜ਼ਾਦ ਨੇ ਆਪਦੇ ਉਸ ਰੂਟ ਤੇ ਮਾਰਚ ਕੱਢਣ ਦੀ ਆਜ਼ਾਦੀ ਹੈ ਉਹਨਾਂ ਨੂੰ। ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਰਿੰਗ ਰੋਡ ਤੇ ਰੂਟ ਕੱਢਣ ਦੀ ਗੱਲ ਕਰ ਰਹੀ ਹੈ, ਉਹ ਆਪਦਾ ਰਿੰਗ ਰੋਡ ਤੇ ਰੂਟ ਮਾਰਚ ਕੱਢਣ ਦੇ ਲਈ ਆਜ਼ਾਦ ਹੈ। ਦੋਨੇ ਯੂਨੀਅਨਾਂ ਮਤਲਬ 32 ਯੂਨੀਅਨਾਂ ਤੇ ਸੰਘਰਸ਼ ਕਮੇਟੀ ਆਪੋ ਆਪਣੇ ਰੂਟਾਂ ਤੇ ਜਾਣ ਲਈ ਆਜ਼ਾਦ ਨੇ, ਤੇ ਲੋਕ ਆਜ਼ਾਦ ਨੇ। ਲੋਕ ਤੈਅ ਕਰ ਸਕਦੇ ਨੇ ਵੀ ਉਹਨਾਂ ਨੇ ਕਿਹਦੇ ਨਾਲ ਕਿੱਥੇ ਜਾਣਾ ਹੈਗਾ। ਉਹ ਬੱਤੀਆਂ ਦੇ ਮਗਰ ਲੱਗ ਕੇ ਪਿੰਡ ਵਾਲੇ ਰੂਟ ਤੇ ਵੀ ਜਾ ਸਕਦੇ ਨੇ, ਉਹ ਸੰਘਰਸ਼ ਕਮੇਟੀ ਦੇ ਪਿੱਛੇ ਲੱਗ ਕੇ ਰਿੰਗ ਰੋਡ ਤੇ ਵੀ ਜਾ ਸਕਦੇ ਨੇ। ਮਤਲਬ ਅਸੀਂ ਇਹ ਨਾ ਮੰਨੀਏ ਵੀ ਲੋਕ ਉੱਥੇ ਇਕੱਲੇ ਟਰੈਕਟਰ ਤੇ ਆਪਦੇ ਸਰੀਰ ਲੈ ਕੇ ਆਏ ਨੇ, ਲੋਕ ਦਿਮਾਗ ਵੀ ਲੈ ਕੇ ਆਏ ਨੇ। ਲੋਕਾਂ ਕੋਲ ਦਿਮਾਗ ਹੈਗਾ, ਲੋਕਾਂ ਦੀ ਆਪਣੀਆਂ ਭਾਵਨਾਵਾਂ ਵੀ ਨੇ ਵੀ ਲੋਕ ਕਿੱਥੇ ਜਾਣਾ ਚਾਹੁੰਦੇ ਨੇ, ਤੇ ਉਹ ਸਭ ਨੂੰ ਪਤਾ ਵੀ ਲੋਕ 20 ਤਰੀਕ ਤੋਂ ਜਿਹੜਾ ਇੱਥੇ ਵੱਡੀ ਗਿਣਤੀ 'ਚ ਪਹੁੰਚੇ ਨੇ ਕਿੱਥੇ ਜਾਣਾ ਚਾਹੁੰਦੇ ਨੇ। ਲੋਕਾਂ ਨੂੰ 32 ਯੂਨੀਅਨਾਂ ਦਾ ਪਿੰਡਾਂ ਵਾਲਾ ਰੂਟ ਕਿੰਨਾ ਕੁ ਮਨਜ਼ੂਰ ਹੈ ਸਭ ਨੂੰ ਪਤਾ, ਕਿੰਨਾ ਕੁ ਨਹੀਂ ਮਨਜ਼ੂਰ ਇਹ ਵੀ ਸਭ ਨੂੰ ਪਤਾ। ਤਾਂ ਉਦਣ ਜੋ ਘਟਨਾਵਾਂ ਹੋਈਆਂ 32 ਯੂਨੀਅਨਾਂ, ਮੈਨੂੰ ਲੱਗਦਾ ਥੋੜੀ ਜਿਹੀ ਆਵਾਜ਼, ਹਾਂਜੀ ਕਨਪ੍ਰੀਤ ਜੀ ਤੁਸੀਂ ਵੀ ਦੋਨੇ ਸੰਘਰਸ਼ ਕਮੇਟੀ, ਹਾਂਜੀ ਹੈਲੋ ਠੀਕ, ਹੁਣ ਤੁਹਾਡੀ ਆਵਾਜ਼ ਆ ਰਹੀ ਹੈ। ਖੈਰ ਆਪਾਂ ਕਨਪ੍ਰੀਤ ਹੋਰਾਂ ਕੋਲ ਵੱਧਦੇ ਹਾਂ ਜੀ। ਕਨਪ੍ਰੀਤ, ਜੋ ਦੋਨੇ ਸਵਾਲ ਨੇ ਹਰਵਿੰਦਰ ਸਿੰਘ ਹੋਰਾਂ ਦੇ, ਤੁਸੀਂ ਉਹਨਾਂ ਦੇ ਉੱਤੇ ਕੋਈ ਆਪਣੀ ਟਿੱਪਣੀ ਰੱਖਣੀ ਚਾਹੋਗੇ?
ਇੱਕ ਚੀਜ਼ ਤਾਂ ਜ਼ਰੂਰ ਕਿ ਮਤਲਬ ਅੰਤਰਪ੍ਰੀਤ ਦੀ ਗੱਲ ਤੋਂ ਹੀ ਜੋੜੂੰਗੀ ਕਿ ਜਿਹੜਾ ਡੈਮੋਕ੍ਰੇਸੀ ਦੀ ਗੱਲ ਹੋ ਰਹੀ ਹੈ ਜਿਸ ਵਿੱਚ 25 ਦਾ ਇਨਸੀਡੈਂਟ ਵੀ ਕਾਊਂਟ ਹੁੰਦਾ ਹੈ ਕਿ ਜਦੋਂ ਇੱਕ ਨੌਜਵਾਨ ਸਟੇਜ ਤੇ ਚੜ ਕੇ ਦੱਸਣ ਲੱਗ ਪੈਂਦਾ ਹੈ ਆਪਣਾ ਪਿੰਡ ਦਾ ਪਤਾ, ਆਪਣਾ ਪਤਾ, ਔਰ ਗੱਲ ਕਰਨ ਲੱਗ ਜਾਂਦਾ ਹੈ ਰਿੰਗ ਰੋਡ ਬਾਰੇ ਤੇ ਆਊਟਰ ਰਿੰਗ ਰੋਡ ਦੇ ਉੱਤੇ ਜਾਣ ਬਾਰੇ। ਮਤਲਬ ਇੱਕ ਚੀਜ਼ ਤਾਂ ਇੱਕ ਹਲਚਲ ਤਾਂ ਆਲਰੇਡੀ ਉੱਥੇ ਹੋ ਹੀ ਚੁੱਕੀ ਸੀ 25 ਤਰੀਕ ਨੂੰ। ਉਹ ਚੀਜ਼ ਨੂੰ ਚਾਹੇ ਡਿਸਟਰਬੈਂਸ ਕਹਿ ਲਓ, ਚਾਹੇ ਪਾਰਟਿਸਿਪੇਸ਼ਨ ਕਹਿ ਲਓ, ਹੈ ਨਾ। ਮੈਂ ਪਾਰਟਿਸਿਪੇਸ਼ਨ ਠੀਕ ਸ਼ਬਦ ਸਮਝੂੰਗੀ ਕਿ ਜਿਸ ਚ ਲੋਕ ਖੁਦ ਗੱਲ ਕਰਨਾ ਚਾਹ ਰਹੇ ਨੇ ਤੇ ਆ ਰਹੇ ਨੇ ਅੱਗੇ ਹੋ ਕੇ। ਤੇ ਉਹਦੇ ਵਿੱਚ ਮੈਨੂੰ ਲੱਗਾ ਕਿ ਕਿਤੇ ਨਾ ਕਿਤੇ ਸਾਡਾ ਮਤਲਬ ਲੀਡਰਸ਼ਿਪ ਦਾ ਜਾਂ SKM ਦਾ ਇੰਨਾ ਹੋਲਡ ਨਹੀਂ ਰਿਹਾ ਕਿ ਉੱਥੇ ਉਹ ਆ ਕੇ ਗੱਲ ਕਰ ਸਕਣ, ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰ ਸਕਣ। ਤਾਂ ਉਹਦੇ ਵਿੱਚ ਅਗਲੇ ਦਿਨ ਲੋਕਾਂ ਨੇ ਉਹੀ ਕੀਤਾ ਕਿ ਆਪਣਾ ਰੂਟ ਡਿਸਾਈਡ ਕੀਤਾ। ਲੋਕਾਂ ਨੇ ਜਿਨ੍ਹਾਂ ਨੇ ਰਿੰਗ ਰੋਡ ਜਾਣਾ ਸੀ ਉਹ ਰਿੰਗ ਰੋਡ ਗਏ, ਜਿਨ੍ਹਾਂ ਨੇ ਉਹੀ ਆਪਣੇ ਕਿਸਾਨਾਂ ਵਾਲੇ ਤੈਅ ਰਸਤੇ ਤੇ ਜਾਣਾ ਸੀਗਾ ਉਸ ਤੇ ਵੀ ਗਏ। ਇਹਦੇ ਪਿੱਛੇ ਮਤਲਬ ਮੈਂ ਇੱਕ ਐਸਪੈਕਟ ਜਿਹੜਾ ਕਿ ਕਿੱਦਾਂ ਮਜਨੂ ਕੇ ਟਿੱਲੇ ਤੋਂ ਆਪਾਂ ਮਤਲਬ ਲਾਲ ਕਿਲੇ ਤੱਕ ਪਹੁੰਚੇ ਉਹਨੂੰ ਇੱਕ ਵਾਰ ਹਜੇ ਵੀ ਮਤਲਬ ਕਿ ਹਜੇ ਵੀ ਉਸ ਟਰੂਥ ਨੂੰ ਜਾਣਨ ਨੂੰ ਸਾਈਡ ਕਰਕੇ ਅਗਰ ਬਾਕੀ ਦੀ ਗੱਲ ਕਰਾਂ ਤਾਂ ਲੋਕਾਂ ਦੇ ਅੰਦਰ ਇੱਕ ਬਹੁਤ ਹੀ ਜ਼ਿਆਦਾ ਮਤਲਬ ਸਾਫ਼ ਤੌਰ ਤੇ ਐਸਪੀਰੇਸ਼ਨ ਸੀ ਕਿ ਅਸੀਂ ਹਰਿਆਣਾ ਦਾ ਗੇੜਾ ਨਹੀਂ ਕੱਢਣਾ, ਅਸੀਂ ਦਿੱਲੀ ਜਾਣਾ ਹੈ। ਕਿਉਂਕਿ ਤੱਤੀਆਂ ਸਪੀਚਾਂ ਦੇਤੀਆਂ ਲੇਕਿਨ ਲੋਕਾਂ ਦੇ ਅੰਦਰ ਤੁਸੀਂ ਉਹ ਫੀਡ ਕਰਦੇ ਰਹੇ ਲੋਕ ਕਿ ਉਦਾਂ ਹੀ ਪੋਲੀਟੀਕਲੀ ਐਜੂਕੇਟ ਹੁੰਦੇ ਰਹੇ ਕਿ ਸਾਨੂੰ ਦਿੱਲੀ ਵੱਲ ਨੂੰ ਕੂਚ ਕਰਨਾ ਹੈ, ਸਾਡੀਆਂ ਡਿਮਾਂਡਸ ਜਿਹੜੀਆਂ ਨੇ ਇੱਥੇ ਹੀ ਬੈਠ ਕੇ ਹੁਣ ਲੌਂਗਰ ਟਰਮ ਨਹੀਂ ਅਸੀਂ ਸੋਚ ਸਕਦੇ, ਸਾਨੂੰ ਅੱਗੇ ਵਧਣਾ ਪੈਣਾ ਹੈ। ਉਹਦੇ ਵਿੱਚੋਂ ਉਹਨਾਂ ਦੀ ਇੱਕ ਐਸਪੀਰੇਸ਼ਨ ਵੀ ਦੇਖਦੀ ਸੀ। ਤੇ ਮੈਨੂੰ ਇਹ ਵੀ ਲੱਗਦਾ ਹੈ ਕਿਤੇ ਨਾ ਕਿਤੇ ਅਗਰ ਇਹਨੂੰ ਸਿੰਪਲੀਫਾਈ ਕਰਕੇ ਦੇਖੀਏ ਤਾਂ ਲਾਲ ਕਿਲੇ ਤੇ ਝੰਡਾ ਫਹਿਰਾਣਾ ਜਾਂ ਫਿਰ ਏਦਾਂ ਝੰਡਾ ਕੱਢ ਕੇ ਆਉਣਾ ਇਹ ਵੀ ਲੋਕਾਂ ਦੇ ਅੰਦਰ ਬਹੁਤ ਹੀ ਕਿਤੇ ਨਾ ਕਿਤੇ ਸੈਂਟੀਮੈਂਟ ਬੈਠਾ ਹੋਇਆ ਸੀ, ਬਹੁਤ ਹੀ ਆਮ ਸੀਗਾ ਕਿ ਹਾਂ ਵੀ ਜਦੋਂ ਮੈਂ ਘਰੇ ਬੈਠੀਆਂ ਕਈ ਔਰਤਾਂ ਨੂੰ ਪੁੱਛਿਆ ਕਿ ਤੁਹਾਨੂੰ ਇਹ ਕਿੱਦਾਂ ਦਾ ਲੱਗਿਆ, ਉਹਨਾਂ ਦਾ ਬੜਾ ਸਿੰਪਲ ਜਿਹਾ ਆਨਸਰ ਸੀਗਾ ਕਿ ਹਾਂ ਕਿਸਾਨ ਝੰਡਾ ਕੱਢਿਆ ਹੈ। ਉਹਨਾਂ ਦੇ ਲਈ ਕੋਈ ਉਹ ਨਹੀਂ ਸੀਗਾ ਕਿਉਂਕਿ ਇਹ ਬਹੁਤ ਹੀ ਨੋਰਮਲ ਚੱਲ ਰਿਹਾ ਸੀ ਕਿ ਲਾਲ ਕਿਲੇ ਹੀ ਪਰੇਡ ਹੁੰਦੀ ਹੈ, ਲਾਲ ਕਿਲੇ ਹੀ ਜਾਣਾ ਹੋਊਗਾ। ਤਾਂ ਇਹ ਲੋਕਾਂ ਦੇ ਕਿਤੇ ਨਾ ਕਿਤੇ ਅਚਨਚੇਤ ਮਨ ਚ ਪਿਆ ਹੀ ਹੋਇਆ ਸੀਗਾ ਇਹ ਚੀਜ਼ ਜਿਹੜੀ ਕਿ ਉਸ ਟਾਈਮ ਤੇ ਸ਼ਾਇਦ ਕੋਈ ਫੋਰਸਿਸ ਆ ਕੇ ਉਸ ਨੂੰ ਲੈ ਗਈਆਂ ਜਾਂ ਫਿਰ ਲੋਕਾਂ ਦੀ ਖੁਦ ਦੀ ਹੀ ਉਹ ਐਸਪੀਰੇਸ਼ਨ ਚੋਂ ਅੱਗੇ ਮੂਵ ਕਰਦੇ ਰਹੇ ਤੇ ਰੁਕੇ ਨਹੀਂ। ਪਰ ਇਸ ਵਿੱਚ ਇਹ ਚੀਜ਼ ਤਾਂ ਸਾਫ਼ ਹੈ ਕਿ ਬਹੁਤ ਗਿਣਤੀ ਦੇ ਅੰਦਰ ਲੋਕ ਉੱਥੇ ਮੌਜੂਦ ਸੀਗੇ ਤੇ ਜਿਹੜੇ ਕਿ ਮਤਲਬ ਆਪਣੀਆਂ ਉਸ ਕਿਲੇ ਨੂੰ ਫਤਿਹ ਕਰਦੇ ਹੋਏ ਇਹ ਇੱਕ ਬਹੁਤ ਸਾਰੀਆਂ ਚੀਜ਼ਾਂ ਨੂੰ ਪ੍ਰਗਟਾਵ ਕਰ ਰਹੇ ਸੀ। ਮਤਲਬ ਮੇਰੇ ਮੁਤਾਬਕ ਤਾਂ ਇੱਕ ਮਾਈਨੋਰਿਟੀ ਦਾ ਜਿਹੜਾ ਸੈਂਟੀਮੈਂਟ ਕਿੰਨੇ ਸਾਲਾਂ ਪਹਿਲਾਂ ਗਲਿਆਂ 'ਚ ਟਾਇਰ ਪਾ ਕੇ ਵੀ ਲੀਰੋ ਲੀਰ ਕਰ ਦਿੱਤਾ ਗਿਆ ਸੀ ਉਹ ਵੀ ਉੱਥੋਂ ਉੱਠਦਾ ਸੀਗਾ। ਉਹਦੇ ਵਿੱਚ ਕਿਤੇ ਨਾ ਕਿਤੇ ਸਾਰੇ ਝੰਡੇ ਸੀਗੇ, ਉਹ ਤਾਂ ਚਲੋ ਮੀਡੀਆ ਨੇ ਡਿਸਾਈਡ ਕਰਨਾ ਸੀ ਕਿ ਉਹਨੇ ਕੀ ਦਿਖਾਣਾ ਆ। ਪਰ ਉੱਥੋਂ ਵਾਪਸ ਆਉਣ ਦੇ ਬਾਅਦ ਇੱਕ ਤਰੀਕੇ ਨਾਲ ਇੱਕ ਡ੍ਰਿਫਟ ਜ਼ਰੂਰ ਆ ਗਿਆ ਸੀਗਾ ਉਸ ਜਿਹੜਾ ਕਿ ਪਹਿਲਾਂ ਉੱਥੇ ਅਲੱਗ-ਅਲੱਗ ਵਿਚਾਰਧਾਰਾ ਦਾ ਵੀ ਇੱਕ ਸਿਰ ਜੋੜ ਕੇ ਬੈਠਣ ਵਾਲਾ ਕੰਮ ਸੀ ਜਾਂ ਫਿਰ ਇਕੱਤਰਤਾ ਨਾਲ ਚੱਲਣ ਵਾਲਾ ਕੰਮ ਸੀ, ਉਸ ਵਿੱਚ ਇੱਕ ਡ੍ਰਿਫਟ ਜ਼ਰੂਰ ਆਈ। ਉਹ ਵਿਵਹਾਰਕ ਡ੍ਰਿਫਟ ਵੀ ਦਿਖ ਰਹੀ ਕਿ ਜਿਸ ਦਿਨ ਜਦੋਂ ਅਗਲੇ ਦਿਨ ਇਹੀ ਪ੍ਰਚਾਰ, ਇਹੀ ਰੈਲੀਆਂ, ਪੋਸਟਰ ਲਗਾਉਣੇ, ਮੁਰਦਾਬਾਦ ਦੇ ਨਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਤਾਂ ਇੱਕ ਡੈਡ ਸਾਇਲੈਂਸ ਜਿਹੜੀ ਸੀਗੀ ਉਹ ਹੋਰ ਵੀ ਨੈਗੇਟਿਵ ਚ ਗਈ। ਉਹਦੇ ਵਿੱਚ ਕੁਝ ਉਹਨਾਂ ਨੇ ਹੋਲਡ ਫਾਸਟ ਨਹੀਂ ਕੀਤਾ, ਲੋਕਾਂ ਨੂੰ ਆਪਣੇ ਨਾਲ ਇਕੱਠਿਆਂ ਨਹੀਂ ਕੀਤਾ, ਉਹਨਾਂ ਲੋਕਾਂ ਨੂੰ ਓਨ ਨਹੀਂ ਕੀਤਾ, ਇਨਫੈਕਟ ਡਿਸਓਨ ਕੀਤਾ। ਮਤਲਬ ਅਗਲੇ ਦਿਨ ਜਦੋਂ ਸਟੇਟ ਫੋਰਸਿਸ ਉੱਥੇ ਆ ਕੇ ਹਮਲੇ ਵੀ ਕਰ ਰਹੀਆਂ ਸੀ ਤਾਂ ਸਟੇਜ ਤੋਂ ਡਿਸਓਨ ਕੀਤਾ ਜਾਂਦਾ ਸੀ, ਡਿਸਓਨ ਦੀਆਂ ਕਾਲਸ ਦਿੱਤੀਆਂ ਜਾ ਰਹੀਆਂ ਸੀਗੀਆਂ। ਹੁਣ ਜਦੋਂ ਉੱਥੇ ਬੈਰੀਕੇਡਿੰਗ ਹੋ ਗਈ ਆ ਫਿਰ ਵੀ ਜਿਹੜੇ ਮੁੰਡੇ ਉੱਥੇ ਬੈਠੇ ਨੇ ਉਹ ਓਨ ਕਰਦੇ ਨੇ ਦੋਨੋਂ ਤਰਫ ਦੇ ਲੋਕਾਂ ਨੂੰ, ਬਟ ਲੀਡਰਸ਼ਿਪ ਡਿਸਓਨ ਕਰੀ ਜਾ ਰਹੀ ਹੈ ਜਿਵੇਂ। ਤਾਂ ਇਹਦੇ ਵਿੱਚ ਇਹ ਹਜੇ ਫਿਲਹਾਲ ਉਸ ਸ਼ੇਕੀ ਗਰਾਊਂਡ 'ਚ ਬੈਠੇ ਆ ਜਿਸ ਵਿੱਚ ਹਜੇ ਆਪਣੇ ਮੋਰਚੇ ਦੇ ਅੰਦਰ ਹੀ ਉਹਨਾਂ ਪੋਲੀਟੀਕਲ ਨੈਗੋਸੀਏਸ਼ਨਸ ਦੇ ਉੱਤੇ ਉਹ ਕਿਤੇ ਸਹਿਮਤੀ ਨਹੀਂ ਬਣਾ ਪਾ ਰਹੇ। ਤੇ ਇਹ ਮੈਨੂੰ ਲੱਗਦਾ ਲੋਕਾਂ ਦੇ ਅੰਦਰ ਵੀ ਇੱਕ ਨਾ ਵੀਕਨੈਸ ਜਾ ਰਹੀ ਹੈ ਕਿਉਂਕਿ ਮੋਰਚੇ 'ਚ ਆਉਂਦੇ ਲੋਕ ਘਟੇ ਨਹੀਂ ਹੈ ਪਹਿਲੀ ਚੀਜ਼। ਇਨਫੈਕਟ ਹਰਿਆਣਾ ਹੁਣ ਅੱਧੀ ਗਿਣਤੀ ਦੇ ਅੰਦਰ ਪਾਰਟਿਸਿਪੇਟ ਕਰ ਰਿਹਾ ਹੈ, ਵਧਿਆ ਹੈ ਤੇ ਪੰਜਾਬ ਤੋਂ ਵੀ ਟਰਾਲੀਆਂ ਵੱਧ ਚੜ ਕੇ ਜਾ ਰਹੀਆਂ ਨੇ, ਔਰਤਾਂ ਦੀਆਂ ਵੀ ਮਰਦਾਂ ਦੀਆਂ ਵੀ। ਪਰ ਬਿਕੋਜ਼ ਲੀਡਰਸ਼ਿਪ ਇੰਨਾ ਕੁ ਮਤਲਬ ਫਰਜਾਈਲ ਹੋ ਕੇ ਬੋਲ ਰਹੀ ਹੈ ਜਾਂ ਇੰਨਾ ਕੁ ਕਮਜ਼ੋਰੀ ਦੇ ਨਾਲ ਜਾਂ ਫਿਰ ਉਹਦੇ ਐਡਰੈਸਿਸ 'ਚ ਇੰਨੀਆਂ ਸੌਰੀਜ਼ ਪਈਆਂ ਨੇ, ਇੰਨੀ ਅਪੋਲੋਜੈਟਿਕ ਅਪਰੋਚ ਪਈ ਹੋਈ ਹੈ, ਚਾਹੇ ਉਹ ਰਾਜੇਵਾਲ ਦਾ ਸਪੀਚ ਦੇਖ ਲਈਏ, ਚਾਹੇ ਉਹ ਬਾਕੀ ਕਿਰਤੀ ਯੂਨੀਅਨ ਦੀਆਂ ਜਿਹੜੀਆਂ ਸਪੀਚਸ ਵਿੱਚ ਦਿਖਦਾ ਹੈ ਕਿ ਲੋਕਾਂ ਤੱਕ ਵੀ ਉਹ ਇਮੋਸ਼ਨ ਪਹੁੰਚਦਾ ਹੈ ਕਿ ਅਸੀਂ ਕਿਤੇ ਨਾ ਕਿਤੇ ਹਜੇ ਪੋਲੀਟੀਕਲੀ ਵੀਕ ਆ ਸਾਡੇ ਸਟੇਟ ਨਾਲੋਂ ਵੀ ਜਿਹੜੀ ਅੱਗੇ ਦਮਨ ਕਰ ਰਹੀ ਹੈ। ਉਹਨੇ ਹੀ ਲੋਕ ਮੈਨੂੰ ਨਹੀਂ ਲੱਗਦਾ ਘਟੇ ਨੇ, ਬਲਕਿ ਮੈਨੂੰ ਲੱਗਦਾ ਲੀਡਰਸ਼ਿਪ ਦੇ ਬਲ ਦੇ ਅੰਦਰ ਜਾਂ ਉਹਨਾਂ ਦੀਆਂ ਐਡਰੈਸਿਸ ਦੇ ਅੰਦਰ ਇੱਕ ਪਿਛਲੇ ਦੌਰਾਨ ਥੋੜਾ ਜਿਹਾ ਢਿੱਲਮ ਢਿੱਲਾ ਆਇਆ ਵਾ, ਜਿਹਦੇ ਕਰਕੇ ਕਿ ਲੋਕਾਂ ਦੇ ਅੰਦਰ ਵੀ ਏਦਾਂ ਲੱਗ ਰਿਹਾ ਕਿ ਹਾਂ ਹੁਣ ਮੋਰਚਾ ਸ਼ਾਇਦ ਮੋਦੀ ਦੇ ਹੱਥ ਵੱਧ ਹੈ ਤੇ ਸਾਡੇ ਹੱਥ ਘੱਟ ਹੈ।
ਇੱਕ ਇਸ ਦੇ ਵਿੱਚ ਹੋਰ ਮੈਂ ਸਵਾਲ ਐਡ ਕਰਨਾ ਚਾਹੁੰਦਾ, ਉਸ ਤੋਂ ਬਾਅਦ ਸਰਵਿੰਦਰ ਸਿੰਘ ਰੂਮੀ ਤੁਸੀਂ ਜੇ ਕੋਈ ਸਵਾਲ ਪੁੱਛਣਾ ਹੋਇਆ। ਉਹ ਇਹ ਕਿ ਮਨਦੀਪ ਪੂਨੀਆ ਦੀ ਜਿਹੜੀ ਅਰੈਸਟ ਹੋਈ ਆ ਉਹ ਕੋਈ ਛੋਟੀ ਮੋਟੀ ਗੱਲ ਨਹੀਂ ਆ। ਮਨਦੀਪ ਪੂਨੀਆ ਜਿਹੜੇ ਕਾਰਵਾ ਮੈਗਜ਼ੀਨ ਦੇ ਪੱਤਰਕਾਰ ਨੇ, ਉਹਨਾਂ ਦੀ ਅਰੈਸਟ ਦੇ ਉੱਤੇ ਇੱਕ ਕੋਈ ਜ਼ਿਆਦਾ ਵੇਵ ਨਹੀਂ ਬਣ ਰਹੀ, ਜਦ ਕਿ ਉਹਨਾਂ ਨੇ ਇਸ ਮੋਰਚੇ ਦੀ ਜਿਹੜੀ 26 ਤਰੀਕ ਵਾਲੀ ਘਟਨਾ ਉਹਦੀ ਸਭ ਤੋਂ ਅਹਿਮ ਰਿਪੋਰਟਿੰਗ ਕੀਤੀ ਆ। ਖਾਸ ਕਰ ਜਿੱਥੇ ਉਹ ਗੱਲ ਕਹਿ ਰਹੇ ਨੇ ਕਿ ਜਿਹੜਾ ਕਿਸਾਨਾਂ ਨੂੰ ਰੂਟ ਦਿੱਤਾ ਗਿਆ ਸੀ ਪੁਲਿਸ ਦੇ ਵੱਲੋਂ, ਉੱਥੇ ਪੈਟਰੋਲ ਬੰਬ ਵੀ ਕਈ ਜਗ੍ਹਾ ਜਿਹੜੇ ਭਾਜਪਾ ਦੇ ਸਪੋਰਟਰ ਨੇ ਜਾਂ ਉਹਨਾਂ ਦੇ ਅਹੁਦੇਦਾਰ ਵੀ ਆ ਉਹਨਾਂ ਦੇ ਵੱਲੋਂ ਰੱਖੇ ਗਏ ਸੀ। ਅਤੇ ਦੂਸਰੀ ਗੱਲ, ਜਦੋਂ ਭਾਜਪਾ ਦੇ ਗੂੰਸ ਜਿਹੜੇ ਗੁੰਡੇ ਹਮਲਾ ਕਰਨ ਆਏ ਨੇ, ਉਸ ਵਕਤ ਦਾ ਵੀ ਚਸ਼ਮਦੀਦ ਗਵਾਹ ਗਾ ਮਨਦੀਪ ਪੂਨੀਆ। ਉਹ ਕੁਝ ਤਸਵੀਰਾਂ ਦਿਖਾ ਰਿਹਾ ਜਿੱਥੇ ਪੁਲਿਸ ਆ ਜਿਹੜੀ ਮੂਕ ਦਰਸ਼ਕ ਬਣ ਕੇ ਖੜੀ ਹੋਈ ਆ ਅਤੇ ਉਹਨਾਂ ਦੀ ਪ੍ਰੈਜੈਂਸ ਦੇ ਵਿੱਚ ਹੀ ਹਮਲਾ ਹੋ ਰਿਹਾ ਹੈ। ਉਸ ਦੀ ਗੱਲ ਮੋਰਚੇ ਤੋਂ ਥੋੜ੍ਹੀ ਬਹੁਤ ਹੋਈ ਆ, ਪਰ ਉਹਨੇ ਵੱਡੇ ਲੈਵਲ ਦੇ ਉੱਤੇ ਨਹੀਂ ਹੋ ਰਹੀ। ਚਲੋ ਉਹਨਾਂ ਦਾ ਤੋੜਾ ਝਾੜਤਾ ਨੌਜਵਾਨਾਂ ਦਾ, ਇਹਦਾ ਕੀ ਕਾਰਨ ਹੈ? ਜਦ ਕਿ ਤਾਂ ਇੱਕ ਵੇਵ ਬਣਨੀ ਚਾਹੀਦੀ ਸੀ। ਅੰਤਪ੍ਰੀਤ, ਤੁਸੀਂ ਇਹਦੇ ਉੱਤੇ ਪਹਿਲਾਂ ਕੋਈ ਟਿੱਪਣੀ ਕਰਨੀ ਚਾਹੋਗੇ? ਜਦੋਂ ਦਾ ਇਹ ਮੋਰਚਾ ਦਿੱਲੀ ਪਹੁੰਚਿਆ ਹੈਗਾ ਤਾਂ ਮਨਦੀਪ ਪੁਨੀਆ ਲਗਾਤਾਰ ਉਦੋਂ ਦਾ ਐਕਟਿਵਲੀ ਇਸ ਸੰਘਰਸ਼ ਨੂੰ ਕਵਰ ਕਰ ਰਿਹਾ ਸੀਗਾ। ਇਸ ਸੰਘਰਸ਼ ਦੇ ਜਿਹੜੇ ਅੱਡ-ਅੱਡ ਐਸਪੈਕਟ ਆ ਰਹੇ ਸੀਗੇ ਉੱਥੇ ਵੀ ਮਨਦੀਪ ਪੁਨੀਆ ਬਹੁਤ ਛੇਤੀ ਹਾਜ਼ਰ ਹੁੰਦਾ ਸੀਗਾ, ਜਿਹਦੇ ਵਿੱਚ ਬਹੁਤ ਇੰਪੋਰਟੈਂਟ ਘਟਨਾ ਜਿਹੜੀ ਮੈਨੂੰ ਯਾਦ ਆਉਂਦੀ ਹੈਗੀ ਕਿ ਜਦੋਂ ਸ਼ਾਹਜਹਾਂਪੁਰ ਬਾਰਡਰ ਤੋੜ ਕੇ ਨੌਜਵਾਨ ਧਾਰੂਹੇੜੇ ਪਹੁੰਚੇ ਸੀਗੇ ਤੇ ਧਾਰੂਹੇੜੇ ਮਤਲਬ ਸਿੱਧਾ ਉਹਨਾਂ ਦੇ ਟਰੈਕਟਰਾਂ ਵੱਲ ਅਥਰੂ ਗੈਸ ਸੁੱਟੇ ਗਏ ਸੀਗੇ, ਮਨਦੀਪ ਪੁਨੀਆ ਉੱਥੇ ਵੀ ਮਤਲਬ ਮੌਕੇ ਤੇ ਹਾਜ਼ਰ ਸੀਗਾ। ਉੱਥੇ ਵੀ ਉਹਨੇ ਸਾਰੀ ਰਿਪੋਰਟਿੰਗ ਕੀਤੀ ਹੈ। 26 ਤਰੀਕ ਨੂੰ ਆ ਜਿਹੜਾ ਰਿਫਟ ਪਿਆ ਆਪਣੀ ਇਸ ਤੋਂ ਪਿਛਲੀ ਗੱਲਬਾਤ ਜਿਹਦੇ ਆਲੇ ਦੁਆਲੇ ਰਹੀ ਹੈਗੀ ਕਿ 26 ਨੂੰ ਯੂਨੀਅਨਾਂ ਨੇ ਆਪਦਾ ਰੂਟ ਚੇਂਜ ਹਨਾ ਵੀ ਪਿੰਡਾਂ ਵਾਲਾ ਰੂਟ ਮੰਨ ਲਿਆ, ਲੋਕ ਉੱਥੇ ਚੱਲ ਗਏ, ਆਪਣਾ ਰਾਊਟਰਿੰਗ ਰੋਡ ਚੱਲ ਗਏ, ਉਸ ਤੋਂ ਬਾਅਦ ਲਾਲ ਕਿਲੇ ਚੱਲ ਗਏ। 26 ਤੋਂ ਇੱਕ ਸ਼ਾਮ ਪਹਿਲਾਂ 25 ਵਾਲੀ ਮੀਟਿੰਗ ਦੇ ਵਿੱਚ ਮਨਦੀਪ ਪੁਨੀਆ ਨੇ ਬਕਾਇਦਾ ਸੰਯੁਕਤ ਮੋਰਚੇ ਦੀ ਮੀਟਿੰਗ ਦੇ ਪ੍ਰੈਸ ਕਾਨਫਰੰਸ ਦੇ ਵਿੱਚ ਸਵਾਲ ਕੀਤਾ ਸੀਗਾ ਯੋਗਿੰਦਰ ਯਾਦਵ, ਡਾਕਟਰ ਦਰਸ਼ਨਪਾਲ ਹੋਰਾਂ ਨੂੰ, ਜਿਹਦਾ ਉਹਨਾਂ ਨੇ ਮਤਲਬ ਬਹੁਤ ਡੈਲੀਬਰੇਟਲੀ ਜਵਾਬ ਨਹੀਂ ਦਿੱਤਾ। ਉਹਦੇ ਸਵਾਲ ਨੂੰ ਮਨਦੀਪ ਪੁਨੀਆ ਦੇ ਸਵਾਲ ਨੂੰ ਇਗਨੋਰ ਕੀਤਾ। ਮਨਦੀਪ ਪੁਨੀਆ ਨੇ ਉੱਥੇ ਸਵਾਲ ਕੀਤਾ, ਉਹਦਾ ਸਵਾਲ ਇਹ ਸੀਗਾ ਕਿ ਤੁਸੀਂ ਜਦੋਂ ਆਪਦਾ ਇਹ ਜਿਹੜਾ ਪਿੰਡਾਂ ਵਾਲਾ ਰੂਟ ਤੈਅ ਕੀਤਾ, ਇਹਦਾ ਮੈਪ ਜਦੋਂ ਤੁਸੀਂ ਆਪਦੇ ਕਿਸਾਨ ਏਕਤਾ ਮੋਰਚਾ ਦੇ ਪੇਜ ਤੇ ਪਾਇਆ ਤਾਂ ਥੱਲੇ ਤੁਸੀਂ ਕਮੈਂਟ ਪੜੋ, ਮਤਲਬ 10 ਦੇ ਵਿੱਚੋਂ 9.5 ਕਮੈਂਟ ਨੈਗੇਟਿਵ ਨੇ। ਇਹਦਾ ਮਤਲਬ ਕਿ ਲੋਕਾਂ ਨੂੰ 95% ਲੋਕਾਂ ਨੂੰ ਤੁਹਾਡਾ ਰੂਟ ਨਹੀਂ ਮਨਜ਼ੂਰ, ਕੀ ਤੁਸੀਂ ਉਹਨਾਂ ਨੂੰ ਕੰਸੀਡਰ ਨਹੀਂ ਕਰਦੇ ਹੈਗੇ? ਤਾਂ ਉੱਥੇ ਡਾਕਟਰ ਦਰਸ਼ਨਪਾਲ ਨੇ ਬਸ ਇੰਨੀ ਕੁ ਗੱਲ ਕਹਿ ਕੇ ਨਿਬੇੜਤਾ ਕਿ ਜਿਹੜੇ ਆਨਲਾਈਨ ਰੌਲਾ ਪਾਉਂਦੇ ਹੁੰਦੇ ਨੇ ਉਹ ਮੈਦਾਨ ਤੇ ਨਹੀਂ ਹੁੰਦੇ। ਡਾਕਟਰ ਨੇ ਸਿਰਫ ਮੇਰੇ ਖਿਆਲ ਚ ਇੰਨੀ ਕੁ ਗੱਲ ਕਹੀ, ਇਹ ਤੋਂ ਵੱਧ ਘੱਟ ਕੁਝ ਨਹੀਂ ਕਿਹਾ ਤੇ ਨਾ ਹੀ ਕੁਝ ਰੀਕਨਸੀਡਰ ਕੀਤਾ ਹੈਗਾ। ਮਨਦੀਪ ਪੁਨੀਆ ਨੇ ਇਹ ਫਿਰ ਜਿਹੜਾ ਕਲਿੱਪ ਸੀਗਾ ਕਿ ਮਨਦੀਪ ਉਹਦੇ ਸਵਾਲ ਨੂੰ ਕਿਵੇਂ ਡੈਲੀਬਰੇਟਲੀ ਇਗਨੋਰ ਕੀਤਾ ਗਿਆ, ਇਹ 26 ਵਾਲੀ ਘਟਨਾ ਤੋਂ ਬਾਅਦ ਜਦੋਂ ਇਹ ਇਲਜ਼ਾਮਾਂ ਵਾਲਾ ਦੌਰ ਚੱਲਿਆ ਤਾਂ ਮਨਦੀਪ ਪੁਨੀਆ ਨੇ ਇਹ ਵੀ 27 ਤਰੀਕ ਨੂੰ ਪੋਸਟ ਕੀਤਾ ਹੋਇਆ। ਫਿਰ ਉਸ ਤੋਂ ਬਾਅਦ 29 ਤਰੀਕ ਨੂੰ ਜਿਹੜੇ ਉਹ ਹਮਲੇ ਤੋਂ ਬਾਅਦ ਹੀ ਉਹਦੀ ਸਾਰੀ ਰਿਪੋਰਟਿੰਗ ਹੈਗੀ ਉਹਨੇ ਉਹ ਪੋਸਟ ਕੀਤੀ ਹੋਈ ਹੈਗੀ। ਉਸ ਤੋਂ ਬਾਅਦ ਰਾਤ ਨੂੰ ਵੀ ਉਹ 30 ਤਰੀਕ ਦੀ ਰਾਤ ਨੂੰ 30 ਦੀ ਰਾਤ ਨੂੰ ਵੀ ਉਹ ਸੰਘਰਸ਼ ਕਮੇਟੀ ਦੀ ਸਟੇਜ ਵਾਲੀ ਉਹ ਰਿਪੋਰਟਿੰਗ ਕਵਰ ਕਰਨ ਗਿਆ ਹੋਇਆ ਸੀਗਾ, ਜਿੱਥੇ ਪੁਲਿਸ ਵਾਲਿਆਂ ਨੇ ਹੱਥੋਂ ਪਾਈ ਕੀਤੀ। ਆ ਪੁਨੀਆ ਦੀ ਫੋਟੋ ਇਹ, ਤੇ ਪੁਨੀਆ ਉੱਥੇ ਰਿਪੋਰਟਿੰਗ ਕਰਨ ਗਿਆ ਹੋਇਆ ਸੀਗਾ, ਉੱਥੇ ਫੈਕਟ ਫਾਈਂਡਿੰਗ ਤੇ ਗਿਆ ਹੋਇਆ ਸੀਗਾ, ਮਤਲਬ ਲੋਕਾਂ ਨਾਲ ਗੱਲਬਾਤ ਕਰ ਰਿਹਾ ਸੀਗਾ, ਜਿੱਥੇ ਉਹਨੇ ਪੁਲਿਸ ਮਤਲਬ ਉਹ ਪੁਲਿਸ ਦੀ ਨਿਗਾਹ ਚੜਿਆ ਤੇ ਪੁਲਿਸ ਉਹਨੂੰ ਚੱਕ ਕੇ ਲੈ ਕੇ ਗਈ ਹੈਗੀ। ਤੇ ਮਤਲਬ ਸੰਯੁਕਤ ਮੋਰਚੇ ਵੱਲੋਂ ਇੱਕ ਵਾਰ ਲਾਈਵ ਕੀਤਾ ਗਿਆ ਹੈਗਾ ਮਤਲਬ ਆਪਣਾ ਏਕਤਾ ਮੋਰਚਾ ਦੇ ਪੇਜ ਤੋਂ ਮਨਦੀਪ ਪੁਨੀਆ ਦੇ ਹੱਕ ਦੇ ਵਿੱਚ, ਪਰ ਉਸ ਕਿਸਮ ਦਾ ਮਤਲਬ ਵੀ ਡਿਫੈਂਡ ਜਿਹੜਾ ਕਰਨਾ ਚਾਹੀਦਾ ਸੀਗਾ ਮਤਲਬ ਉਹ ਸਾਨੂੰ ਵੀ ਲੱਗਦਾ ਵੀ ਕਿਸੇ ਨਾ ਕਿਤੇ ਨਹੀਂ ਹੋ ਰਿਹਾ ਹੈਗਾ। ਮਤਲਬ 26 ਤੋਂ ਬਾਅਦ ਲੀਡਰਸ਼ਿਪ ਬਹੁਤ ਜ਼ਿਆਦਾ ਢਿੱਲੀ ਪੈ ਰਹੀ ਹੈ, ਬਹੁਤ ਮਤਲਬ ਵੀ ਇਰਰਿਸਪੌਂਸਿਬਲ ਵੀ ਹੋ ਰਹੀ ਹੈ, ਬਹੁਤ ਬੈਕਫੁੱਟ ਤੇ ਵੀ ਜਾ ਰਹੀ ਹੈ ਕਿ 26 ਨੂੰ ਇੰਨੀਆਂ ਘਟਨਾਵਾਂ ਹੋਈਆਂ, ਸਾਡੇ ਨੌਜਵਾਨ ਇੰਨੇ ਜ਼ਖਮੀ ਹੋਏ ਨੇ, ਸਾਡੇ ਈਵਨ ਨੌਜਵਾਨ ਕਿੰਨੇ ਲਾਪਤਾ ਵੀ ਨੇ। ਉਹ ਤਾਂ ਲੋਕਾਂ ਦਾ ਪ੍ਰੈਸ਼ਰ ਪੈਣ ਤੋਂ 5 ਜਾਂ 6 ਦਿਨ ਬਾਅਦ ਉਹ ਮਾੜਾ ਮੋਟਾ ਬਿਆਨ ਦੇਣ ਲੱਗੇ ਨੇ ਵੀ ਅਸੀਂ ਚਲੋ ਉਹਨਾਂ ਬਾਰੇ ਥੋੜਾ ਦੇਖਦੇ ਹਾਂ, ਜਦ ਕਿ ਬਿਲਕੁਲ ਉਹਨਾਂ ਦੀ ਸਾਰ ਨਹੀਂ ਲਈ ਜਾ ਰਹੀ ਹੈਗੀ। ਤੁਸੀਂ ਉਹ ਜਿਹੜਾ ਨੌਜਵਾਨ ਨਵਨੀਤ ਸਿੰਘ ਮੈਨੂੰ ਹਾਂਜੀ ਉਹ ਜਿਹੜੇ ਸ਼ਹੀਦ ਹੋਏ ਹੈਗਾ ਨੌਜਵਾਨ, ਉਹਦੇ ਦਾਦਾ ਜੀ ਦਾ ਬਿਆਨ ਆਇਆ ਵੀ ਸਾਡੀ ਯੂਨੀਅਨਾਂ ਦੇ ਕਿਸੇ ਲੀਡਰ ਵੱਲੋਂ ਸਾਰ ਨਹੀਂ ਲਈ, ਇਹ ਨੌਜਵਾਨ ਵੀ ਸਾਡੇ ਯੂਨੀਅਨ ਦੇ ਕਿਸੇ ਲੀਡਰ ਨੇ ਸਾਰ ਨਹੀਂ ਲਈ ਹੈਗੀ। ਮਤਲਬ ਇਹ 26 ਤਰੀਕ ਦੇ ਘਟਨਾਕ੍ਰਮ ਤੋਂ ਮਤਲਬ ਯੂਨੀਅਨਾਂ ਨੇ ਇੰਨਾ ਬੁਰੀ ਤਰ੍ਹਾਂ ਪੱਲਾ ਜੀ ਮੇਰੇ ਖਿਆਲ ਚ ਉਹਨਾਂ ਦੀ ਫਿਰ ਨੈਟਵਰਕ ਨਾਲ ਨੌਜਵਾਨ ਕੋਈ ਕੁਝ ਨੇ ਆਮ ਨੌਜਵਾਨਾਂ ਦੇ ਕਿਸਾਨਾਂ ਦੀ, ਚਾਹੇ ਸਾਡਾ ਪੱਤਰਕਾਰ, ਮੈਂ 2 ਪੱਤਰਕਾਰ ਗ੍ਰਿਫਤਾਰ ਹੋਏ ਸੀ ਜਿਹਦੇ ਵਿੱਚੋਂ ਮਨਦੀਪ ਪੁਨੀਆ ਦੀ ਜ਼ਮਾਨਤ ਰੱਦ ਹੋ ਗਈ ਤੇ ਧਰਮਿੰਦਰ ਨੂੰ ਛੱਡਤਾ ਸੀਗਾ। ਤਾਂ ਯੂਨੀਅਨ ਮਤਲਬ ਉੱਥੇ ਜਿਹੜਾ ਇੱਕ ਰੋਲ ਨਿਭਾਉਣਾ ਚਾਹੀਦਾ ਸੀ ਉਹਨੂੰ ਨਿਭਾਉਣ ਤੋਂ ਤਾਂ ਭੱਜ ਹੀ ਰਹੀਆਂ ਨੇ, ਇਹ 'ਚ ਕੋਈ ਸ਼ੱਕ ਨਹੀਂ ਹੈਗਾ ਜੀ। ਹਾਂਜੀ ਕਨਪ੍ਰੀਤ ਜੀ। ਮਤਲਬ ਜਰਨਲਿਸਟ ਹੋ ਗਏ, ਨੌਜਵਾਨ ਹੋ ਗਏ,
ਜਾਂ ਸੋਸਾਇਟੀ ਦੇ ਮਤਲਬ ਆਪਾਂ ਕਿੰਨੇ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਉਹਦੇ ਵਿੱਚ ਇਹ ਵੀ ਕਿਹਾ ਕਿ ਐਸੈਂਸ਼ੀਅਲ ਕਮੋਡਿਟੀਜ਼ ਐਕਟ ਸਭ ਤੇ ਪ੍ਰਭਾਵ ਪਾਉਣ ਵਾਲਾ ਹੈ, ਸਭ ਇਸ ਮੂਵਮੈਂਟ ਨੂੰ ਜੁਆਇਨ ਕਰਨ, ਅਲੱਗ-ਅਲੱਗ ਵਰਗ ਆਉਣ। ਤਾਂ ਫਿਰ ਮੈਨੂੰ ਲੱਗਦਾ ਕਿ ਇੱਕ ਲੀਡਰਸ਼ਿਪ ਦੀ ਰਿਸਪੌਂਸਿਬਿਲਿਟੀ ਵੀ ਹੈ ਕਿ ਅਲੱਗ-ਅਲੱਗ ਵਰਗ ਨੂੰ ਵੀ ਨਾਲ ਸਮੇਟਣ ਦੀ ਤੇ ਨਾਲ ਹੀ ਉਹਨਾਂ ਦਾ ਵੀ ਉਹਨਾਂ ਲਈ ਵੀ ਖੜੇ ਹੋਣ ਦੀ ਬਰੋਬਰ। ਤਾਂ ਉਹਦੇ ਵਿੱਚ ਆਰਟਿਸਟ ਵੀ ਜ਼ਰੂਰ ਆਉਂਦੇ ਨੇ, ਹਨਾ। ਤਾਂ ਉਹਦੇ ਵਿੱਚ ਇੱਕ ਦੇਖਿਆ ਗਿਆ ਕਿ ਜਦੋਂ ਮਨਦੀਪ ਪੁਨੀਆ ਦਾ ਵੀ ਅਰੈਸਟ ਹੁੰਦਾ ਹੈ ਤਾਂ ਇੱਕ ਮਨਦੀਪ ਪੁਨੀਆ ਵੱਲੋਂ ਸਟੇਟਮੈਂਟ ਕੀਤੀ ਗਈ ਸੀ ਕਿ ਉਹਨੇ ਕਿਹਾ ਕਿ ਮੇਰਾ ਕੇਸ ਮੇਰੇ ਲਈ ਪਰਸਨਲ ਲਾਇਰ ਨਾ ਕੀਤਾ ਜਾਵੇ, ਮੇਰੇ ਲਈ ਸੰਯੁਕਤ ਕਿਸਾਨ ਏਕਤਾ ਮੋਰਚਾ ਹੀ ਦੇਖੇ ਮੇਰੇ ਲਈ। ਤਾਂ ਮੈਨੂੰ ਲੱਗਦਾ ਇਹ ਉਹਦੇ ਵੱਲੋਂ ਵੀ ਪਹਿਲ ਕਦਮੀ ਸੀਗੀ ਕਿ ਜਿਹੜਾ ਉਹ ਬੋਲ ਰਿਹਾ ਆ ਕਿ ਮੇਰੇ ਲਈ ਜਿਹੜਾ ਪਰਸਨਲ ਲਾਇਰ ਨਾ ਕੀਤਾ ਜਾਏ, ਕਿਉਂਕਿ ਉਹ ਸਿਰਫ ਆਪਣੇ ਲਈ ਨਹੀਂ ਬੋਲ ਰਿਹਾ, ਉਹ ਉਹਨਾਂ ਦੇ ਲਈ ਵੀ ਬੋਲ ਰਿਹਾ ਜਿਹੜੇ ਤਿਹਾੜ ਜੇਲ੍ਹ ਦੇ ਅੰਦਰ ਨਜਾਇਜ਼ ਪਾਏ ਗਏ ਨੇ 26 ਤਰੀਕ ਤੋਂ ਬਾਅਦ, ਮੋਰਚੇ ਚੋਂ ਕੱਢ ਕੇ ਰਸਤੇ ਚੋਂ ਫੜ ਕੇ, ਜਿਹੜੇ ਸਾਨੂੰ ਪਤਾ ਹੀ ਨਹੀਂ ਹੈ, ਜਿਹੜੇ ਫੇਰ ਤੋਂ ਕਿਸੇ ਡਿਸਅਪੀਅਰੈਂਸਿਸ ਦੇ ਅੰਦਰ ਹੀ ਨਾ ਕਿਤੇ ਖਤਮ ਹੋ ਜਾਣ। ਉਹਨਾਂ ਨੌਜਵਾਨਾਂ ਲਈ ਵੀ ਉਹ ਬੋਲ ਰਿਹਾ ਹੈ ਕਿ ਉਹਨਾਂ ਦਾ ਵੀ ਸੰਯੁਕਤ ਕਿਸਾਨ ਮੋਰਚਾ ਦੇਖੇ। ਬਟ ਇਹੀ ਢਿੱਲ ਜਿਹੜੀ ਅੰਤਰ ਵੀ ਦੱਸ ਰਿਹਾ ਹੈ ਕਿ ਸੰਯੁਕਤ ਕਿਸਾਨ ਏਕਤਾ ਮੋਰਚਾ ਦੇਖ ਹੀ ਨਹੀਂ ਰਿਹਾ ਕਿ ਕਿਹੜੀ ਤਸ਼ੱਦਦ ਸਟੇਟ ਸਾਹਮਣੇ ਉਠਾ ਰਹੀ ਹੈ, ਹਨਾ। ਮਤਲਬ ਜਿਹੜੇ ਸਿੱਧਾ ਸਾਡੇ ਨੌਜਵਾਨਾਂ ਦੇ ਸਿਰ ਪਾੜਨ ਤੱਕ, ਉਹਨਾਂ ਨੂੰ ਜੇਲ੍ਹਾਂ 'ਚ ਭਰਨ ਤੱਕ ਕੰਮ ਕਰ ਰਹੀ ਹੈ, ਕੇਸ ਪਾਉਣ ਤੱਕ ਕੰਮ ਕਰ ਰਹੀ ਹੈ। ਇਨਫੈਕਟ ਮੈਨੂੰ ਲੱਗਦਾ ਹੈ ਕਿ ਮਾਹੌਲ ਤਾਂ ਏਦਾਂ ਦਾ ਹੋ ਗਿਆ ਸੀਗਾ ਕਿ ਇਹ ਖੁਦ ਹੀ ਕੁਝ ਲੋਕਾਂ ਦੇ ਨਾਮ ਨੂੰ ਕੇਸ ਪਾਉਣ ਦੇ ਲਈ ਭੇਜਣ ਲੱਗੀ ਸੀ। ਮਤਲਬ ਕਿੱਥੇ ਸਾਡਾ ਟਾਈਮ ਨਿਕਲ ਗਿਆ, ਜਾਂ ਇੰਨੇ ਲੋਕਾਂ ਦਾ ਟਾਈਮ ਨਿਕਲ ਗਿਆ UAPA ਖਤਮ ਕਰਨ ਨੂੰ, ਆਵਾਜ਼ ਆਪਣਾ ਹੌਕਾ ਬੁਲੰਦ ਕਰਦਿਆਂ, ਜਾਂ ਫਿਰ ਇਹੋ ਜਿਹੇ ਕਾਨੂੰਨਾਂ ਦੇ ਖਿਲਾਫ ਬੋਲਦਿਆਂ। ਤੇ ਕਿੱਥੇ ਹੀ ਅਗਰ ਮੋਰਚਿਆਂ ਦੇ ਅੰਦਰੋਂ ਹੀ ਇਹ ਨਾਮ ਤੇ ਲਿਸਟਾਂ ਜਾਰੀ ਕੀਤੀਆਂ ਗਈਆਂ ਕਿਤੇ, ਤਾਂ ਉਹ ਬਹੁਤ ਹੀ ਖਤਰਨਾਕ ਹੋਣਗੀਆਂ। ਉਹਦੇ ਵਿੱਚੋਂ ਮਨਦੀਪ ਪੁਨੀਆ ਵਰਗੇ ਜਿਹੜੇ ਜਰਨਲਿਸਟ ਰਹੇ ਨੇ, ਜਿਹੜੇ ਕਿ ਔਨ ਗਰਾਊਂਡ ਬਿਲਕੁਲ ਬੈਠ ਕੇ ਲਗਾਤਾਰ ਰਿਪੋਰਟਿੰਗ ਕਰਦੇ ਰਹੇ ਤੇ ਨਿਡਰ ਰਿਪੋਰਟਿੰਗ ਕਰਦੇ ਰਹੇ, ਬਹੁਤ ਹੀ ਸਾਫ਼ ਤੇ ਸਪਸ਼ਟ ਰਿਪੋਰਟਿੰਗ ਕਰਦੇ ਰਹੇ, ਉਹਨਾਂ ਦਾ ਇਸ ਤਰੀਕੇ ਨਾਲ ਜਿਹੜਾ ਵਾਪਰਦਾ ਆ ਹਾਦਸਾ, ਉਹ ਕਿਤੋਂ ਵੀ ਮਤਲਬ ਅਲੱਗ ਨਹੀਂ ਹੈ। ਉਹ ਉਹੀ BJP ਤੇ ਉਹੀ ਜਿਹੜੀ ਪੁਲਿਸ ਨੂੰ ਜਿਹੜੀ ਉਹ ਕੁਐਸਚਨ ਕਰ ਰਿਹਾ ਹੈ ਕਿ ਪੁਲਿਸ ਬੈਕਅਪ ਪ੍ਰੋਵਾਈਡ ਕਰਦੀ ਰਹੀ ਹੈ ਤੇ ਕਿਹੜੇ BJP ਦੇ ਲੋਕ ਪਥਰਾਓ ਕਰਦੇ ਰਹੇ ਨੇ। ਇਹਨਾਂ ਕਲੀਅਰ ਵਿਜ਼ਨ ਲੈ ਕੇ ਤੇ ਇਹਨਾਂ ਸਾਫ਼ ਦਿਲੀ ਨਾਲ ਤੇ ਸਪਸ਼ਟ ਕੰਮ ਜਿਹੜਾ ਕਰਨ ਵਾਲਾ ਜਿਹੜਾ ਜਰਨਲਿਸਟ ਆ ਸਾਡਾ, ਉਹ ਖੋਇਆ ਗਿਆ ਆ। ਤੇ ਉਹਨੂੰ ਲੈ ਕੇ ਸੰਯੁਕਤ ਕਿਸਾਨ ਏਕਤਾ ਮੋਰਚਾ ਨੂੰ ਨਾਟ ਜਸਟ ਦ ਲਿਪ ਸਰਵਿਸ ਪਰ ਬਲਕਿ ਇਹਦੇ ਤੇ ਕੰਮ ਵੀ ਕਰਨਾ ਚਾਹੀਦਾ ਆ, ਤੇ ਬਾਕੀ ਆਪਣੇ ਨੌਜਵਾਨਾਂ ਦੇ ਲਈ ਵੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਮਤਲਬ ਧਰਨੇ ਦੇ ਅੰਦਰ ਲੀਡਰਸ਼ਿਪ ਨਹੀਂ ਜ਼ਿੰਮੇਵਾਰੀ ਲਏਗੀ ਤਾਂ ਫਿਰ ਕੌਣ ਲਏਗਾ? ਮਤਲਬ ਉਹਦੇ ਚੋਂ ਜਿੰਨੇ ਵੀ ਨੌਜਵਾਨ ਅੱਜ ਪੰਜਾਬ ਤੋਂ, ਹਰਿਆਣੇ ਤੋਂ ਖਾਲੀ ਕਰਕੇ ਉੱਥੇ ਪਹੁੰਚੇ ਨੇ, ਉਹਨਾਂ ਦਾ ਮਤਲਬ ਰਿਸਪੌਂਸਿਬਿਲਿਟੀ ਲੈਣਾ ਬਹੁਤ ਜ਼ਰੂਰੀ ਹੈ ਜੀ। ਇਸ ਤੋਂ ਬਾਅਦ ਸਰਵਿੰਦਰ ਸਿੰਘ ਰੂਮੀ, ਤੁਸੀਂ ਕੋਈ ਸਵਾਲ ਰੱਖਣਾ ਚਾਹੁੰਦੇ ਹੋ? ਫਿਰ ਆਪਾਂ ਅਖੀਰਲੇ ਸਵਾਲ ਦੇ ਵੱਲ ਵਧਾਂਗੇ, ਜਿੱਥੇ ਆਪਾਂ ਜ਼ਿਕਰ ਥੋੜਾ ਜਿਹਾ ਨਵਪ੍ਰੀਤ ਸਿੰਘ ਹੋਰਾਂ ਦਾ ਵੀ ਕਰਨਾ। ਸੋ ਮਾਫੀ ਚਾਹੁੰਦਾ ਜੀ ਕਨੂਪ੍ਰਿਆ ਤੇ ਅਨਪ੍ਰੀਤ, ਮੈਂ ਤੁਹਾਡਾ ਦੌਰ ਬਹੁਤ ਜ਼ਿਆਦਾ ਸਮਾਂ ਲੈ ਰਿਹਾ ਹੈਗਾ ਕਿਉਂਕਿ ਤੁਹਾਨੂੰ ਥੋੜੇ ਸਮੇਂ ਲਈ ਹੀ ਕਿਹਾ ਸੀਗਾ। ਤੇ ਸਰਵਿੰਦਰ ਸਿੰਘ ਜੀ, ਇੱਕੋ ਹੀ ਗੱਲ ਆ ਜਿਹੜੀ ਨਾ ਕਾਨੂੰਪ੍ਰੀਤਾ ਹੁਣ ਇਹ ਦੱਸ ਸਕਦੇ ਆ ਵੀ ਜਿਹੜੇ ਨੌਜਵਾਨਾਂ ਦੇ ਵਿੱਚ ਜੋ ਕੁਛ ਹੋਇਆ ਸਟੇਜ ਦੇ ਉੱਤੋਂ, ਜਿਸ ਤਰੀਕੇ ਦੇ ਨਾਲ ਇਸ ਸਾਰੇ ਮਸਲੇ ਨੂੰ ਜਿਹੜੀਆਂ ਇਹ ਸਾਡੀ ਜਿਹਨੂੰ ਆਪਾਂ ਜਥੇਬੰਦੀਆਂ ਦੇ ਆਗੂ ਨੇ ਜਿਹਨਾਂ ਨੂੰ ਕਹਿੰਦੇ ਆ ਵੀ ਇਹਨਾਂ ਦਾ ਦਹਾਕਿਆਂ ਵਿਰੋਧੀ ਤਜਰਬਾ ਵਾ, ਲੀਡਰਸ਼ਿਪ ਦਾ ਜਾਂ ਰਾਜਸੀ ਤਜਰਬਾ ਕਹਿ ਲਓ, ਜਾਂ ਕਿਸਾਨ ਜਥੇਬੰਦੀਆਂ ਦਾ ਤਜਰਬਾ ਕਹਿ ਦਓ, ਕਿਸਾਨੀ ਸੰਘਰਸ਼ ਦਾ ਤਜਰਬਾ ਕਹਿ ਦਓ, ਕਿ ਉਹਨਾਂ ਦੇ ਇਸ ਵਰਤਾਓ ਨੇ ਜਿਹੜਾ ਇਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਲੋਕਾਂ ਨੂੰ ਗਦਾਰ ਦੇ ਖਿਤਾਬ ਦਿੱਤੇ ਗਏ, ਸਟੇਜ ਤੋਂ ਸਰਟੀਫਿਕੇਟ ਵੰਡਣ ਦੀ ਗੱਲ ਕੀਤੀ ਗਈ, ਪੋਸਟਰ ਤੱਕ ਆਪਦੇ ਵਿਰੋਧੀਆਂ ਦੇ ਵਿਰੁੱਧ ਛਾਪ ਦਿੱਤੇ ਗਏ। ਕੁਛ ਦਿਨ ਤੱਕ ਜਿਸ ਤਰ੍ਹਾਂ ਸਟੇਜ ਤੋਂ ਪ੍ਰਚਾਰ ਹੋਇਆ, ਉਹ ਲੱਗਦਾ ਸੀ ਵੀ ਜਿਵੇਂ ਉਹਨਾਂ ਦਾ ਨਿਸ਼ਾਨਾ ਨਾ ਤਾਂ ਹੁਣ ਕਿਸਾਨੀ ਮਸਲੇ ਰਹਿ ਗਏ ਆ ਤੇ ਨਾ ਹੀ ਕਿਸਾਨੀ ਮੁੱਦੇ ਰਹਿ ਗਿਆ ਤੇ ਨਾ ਹੀ ਦਿੱਲੀ ਦੀ ਹਕੂਮਤ ਰਹਿ ਗਈ ਆ ਮੋਦੀ ਵਾਲੀ। ਉਹਨਾਂ ਦਾ ਨਿਸ਼ਾਨਾ ਤਾਂ ਸਿਰਫ ਤੇ ਸਿਰਫ ਉਹ ਲੋਕ ਹੋ ਗਏ ਨੇ ਜਿਹੜੇ ਉਹਨਾਂ ਨਾਲ ਸਹਿਮਤ ਨਹੀਂ ਸੀ ਜਾਂ ਉਹਨਾਂ ਤੋਂ ਵੱਖਰੀ ਸੌ ਰੱਖਦੇ ਸੀ। ਵੀ ਜਿਵੇਂ ਸੰਘਰਸ਼ ਉਹਨਾਂ ਦੇ ਵਿਰੁੱਧ ਚੱਲ ਰਿਹਾ ਹੋਵੇ, ਸਟੇਟ ਨਾਲੋਂ ਜ਼ਿਆਦਾ ਇਹਨਾਂ ਲੋਕਾਂ ਦਾ ਨਾਂ ਲਿਆ ਜਾ ਰਿਹਾ ਜਿਨ੍ਹਾਂ ਦੀ ਉਹ ਵਿਰੋਧਤਾ ਕਰਦੇ ਆ। ਇਸ ਗੱਲ ਨੇ ਕਿਤੇ ਨਾ ਕਿਤੇ ਨੌਜਵਾਨਾਂ ਦੇ ਵਿੱਚ ਨਿਰਾਸ਼ਤਾ ਤਾਂ ਨਹੀਂ ਭਰੀ, ਜਿਹੜੇ ਪੰਜਾਬ ਦੀ ਐਡੀ ਜਵਾਨੀ, ਯਾਨੀ ਕਿ ਪਹਿਲੀ ਵਾਰ ਉਸ ਪੰਜਾਬ ਦੀ ਜਵਾਨੀ ਜਿਹਨੂੰ ਆਪਾਂ ਕਹਿੰਦੇ ਸੀ, ਲੋਕ ਆਪਦੇ ਪੰਜਾਬ ਨਾਲੋਂ ਟੁੱਟ ਚੁੱਕੇ ਨੇ, ਆਪਦੇ ਸੱਭਿਆਚਾਰ ਨਾਲੋਂ ਟੁੱਟ ਚੁੱਕੇ ਨੇ, ਆਪਦੇ ਵਜੂਦ ਨਾਲੋਂ ਟੁੱਟ ਚੁੱਕੇ ਨੇ, ਆਪਦੇ ਵਿਰਸੇ ਨੂੰ ਭੁਲਾ ਚੁੱਕੇ ਨੇ, ਨਸ਼ਿਆਂ ਦਾ ਉੱਥੇ ਹੜ ਚੱਲਦਾ, ਜਿੱਦਾਂ ਦੀਆਂ ਵੀ ਗੱਲਾਂ ਆਉਂਦੀਆਂ ਸੀ ਸਾਰੀਆਂ ਮੀਡੀਆ ਦੇ ਵਿੱਚ ਜਾਂ ਸਮਾਜ ਦੇ ਆਪਣਾ ਸੋਸ਼ਲ ਮੀਡੀਆ ਦੇ ਉੱਤੇ। ਤੇ ਉਹਨੇ ਕਿੰਨਾ ਕੁ ਯਾਨੀ ਕਿ ਮਾਹੌਲ ਇਹਦੇ ਵਿੱਚ ਤਬਦੀਲ ਕੀਤਾ ਨੌਜਵਾਨਾਂ ਦੇ ਵਿੱਚ। ਨੌਜਵਾਨ ਵਰਗਾ ਜਿਹੜਾ ਉਹਦੇ ਦੋਨੇ ਨੁਮਾਇੰਦਗੀ ਕਰਦੇ ਨੇ, ਇਹ ਆਪਣੇ ਭੈਣ ਭਰਾ ਨੇ ਜਿਹੜੇ, ਇਹ ਉਹਦੇ ਬਾਰੇ ਕਿਵੇਂ ਸੋਚਦੇ ਨੇ ਜੀ? ਅੰਤਰਪ੍ਰੀਤ ਸਿੰਘ ਜੀ। ਹਾਂਜੀ, ਮਤਲਬ ਦੇਖੋ 26 ਵਾਲੀ ਘਟਨਾ ਤੋਂ ਬਾਅਦ ਜਿਹੜਾ ਇਲਜ਼ਾਮਬਾਜ਼ੀਆਂ ਦਾ ਦੌਰ ਚੱਲਿਆ ਹੈਗਾ, ਉਹਨੇ ਇੱਕ ਤਾਂ ਇਹਨਾਂ ਨੂੰ ਥੋੜੀ ਸਪੇਸ ਇਸ ਕਰਕੇ ਵੀ ਦਿੱਤੀ ਵੀ ਬਾਕੀ ਥਾਵਾਂ ਤੇ ਨੈਟ ਬੰਦ ਹੋ ਗਿਆ, ਹੋਰ ਕਿਸੇ ਦੀ ਆਵਾਜ਼ ਪਹੁੰਚ ਨਹੀਂ ਸੀ ਰਹੀ, ਸਿਰਫ ਸਟੇਜ ਦਾ ਪ੍ਰਚਾਰ ਹੀ ਚੱਲਿਆ ਹੈਗਾ। ਤਾਂ ਨੌਜਵਾਨਾਂ ਦੇ ਵਿੱਚ ਨਿਰਾਸ਼ਾ, ਜਿਹੜੇ ਘੱਟੋ ਘੱਟ ਸਿੰਘੂ ਮੋਰਚੇ ਤੇ ਸ਼ਾਮਲ ਸੀਗੇ ਜਾਂ ਟਿੱਕਰੀ ਜਾਂ ਜਿੱਥੇ ਵੀ,
ਮਤਲਬ ਉਹਨਾਂ ਦੇ ਵਿੱਚ ਤਾਂ ਇਸ ਕਿਸਮ ਦੀ ਆਈ ਕਿ ਜਦੋਂ ਉੱਥੋਂ ਦੇ ਲੋਕਾਂ ਨੂੰ ਸਾਫ਼ ਪਤਾ ਹੈਗਾ ਵੀ ਜਿਹੜਾ 1 ਜਾਂ 2 ਲੱਖ ਦਾ ਸਾਰਾ ਉਦੋਂ ਇਕੱਠ ਹੋਇਆ, ਉਹ ਲੋਕ ਆਪਦੀ ਮਰਜ਼ੀ ਦੇ ਨਾਲ ਆਊਟਰ ਰਿੰਗ ਰੋਡ ਜਾਣਾ ਚਾਹੁੰਦੇ ਸੀ ਤੇ ਉਹ ਇਸ ਕਰਕੇ ਗਏ ਨੇਗੇ, ਮਤਲਬ ਬੈਰੀਕੇਡ ਪੱਟ ਕੇ ਗਏ ਨੇਗੇ। ਅਗਲੇ ਦਿਨ ਸਾਰੀ ਇਲਜ਼ਾਮਬਾਜ਼ੀ 2 ਜਾਂ 4 ਨਾਮ ਲੈ ਕੇ ਸੁੱਟ ਦਿੱਤੀ ਜਾਂਦੀ ਹੈ ਵੀ ਦੀਪ ਸਿੱਧੂ ਦੀ ਇਹ ਮਤਲਬ ਸਾਜ਼ਿਸ਼ ਸੀਗੀ, ਲੱਖੇ ਦੀ ਫਲਾਣੀ ਸਾਜ਼ਿਸ਼ ਸੀ, SFSDSO ਨੇ ਆਹ ਰੋਲ ਨਿਭਾਇਆ, ਇਹ ਗੱਦਾਰ ਨੇ, ਇਹ ਨੇ। ਤਾਂ ਲੋਕਾਂ ਨੂੰ ਸੱਚ ਪਤਾ ਹੈਗਾ ਪਹਿਲੀ ਗੱਲ ਤਾਂ ਲੋਕ ਉਨੇ ਜ਼ਿਆਦਾ ਮਤਲਬ ਲੀਡਰਸ਼ਿਪ ਦੇ ਵਿਹਾਰ ਤੋਂ ਪਹਿਲਾਂ ਵੀ ਕਈ ਫੈਸਲੇ ਤੋਂ ਨਾਰਾਜ਼ ਹੋਏ ਨੇਗੇ, ਭੁੱਖ ਹੜਤਾਲ ਦੇ ਫੈਸਲੇ ਤੋਂ ਬਹੁਤ ਨਾਰਾਜ਼ ਹੋਏ ਨੇ ਵੀ ਅਸੀਂ ਦਾਅਵਾ ਕਰਦੇ ਆ ਵੀ ਅਸੀਂ ਸਾਰੇ ਮੁਲਕ ਦਾ ਢਿੱਡ ਭਰਦੇ ਆ, ਢਿੱਡ ਰਜਾਉਂਦੇ ਆਂਗੇ ਤੇ ਅਸੀਂ ਆਪ ਕਿਉਂ ਭੁੱਖੇ ਮਰੀਏ। ਨਾਲੇ ਲੋਕਾਂ 'ਚ ਤਾਂ ਇਹ ਸੀਗਾ ਕਿ ਭੁੱਖ ਹੜਤਾਲ ਤਾਂ ਰੱਖੀ ਉਦੋਂ ਜਾਂਦੀ ਹੈ ਜਦੋਂ ਸਾਨੂੰ ਉਮੀਦ ਹੋਵੇ ਵੀ ਅਸੀਂ ਆਪਦੇ ਵਿਰੋਧੀ ਦੀ, ਆਪਦੇ ਦੁਸ਼ਮਣ ਦੀ ਜ਼ਮੀਰ ਜਗਾ ਸਕਦੇ ਹਾਂ। ਤਾਂ ਇੱਥੇ ਤਾਂ ਦੁਸ਼ਮਣ ਦੀ ਅਸੀਂ ਜ਼ਮੀਰ ਜਗਾਉਣ ਤਾਂ ਹੀ ਨਹੀਂ ਹੈ ਕਿ ਸਾਨੂੰ ਪਤਾ ਹੈਗਾ ਉਹਦੀ ਜ਼ਮੀਰ ਕੀ ਚਾਹੁੰਦੀ ਹੈਗੀ। ਤਾਂ ਭੁੱਖ ਹੜਤਾਲ ਦੇ ਫੈਸਲੇ ਤੋਂ ਨਾਰਾਜ਼ ਹੋਏ। KMP ਰੋਕਣ ਦੀ ਬਾਰ-ਬਾਰ ਮੰਗ ਆ ਰਹੀ ਸੀ, ਹਾਲਾਂਕਿ ਲੀਡਰ ਆਪ ਸਟੇਜ ਤੋਂ ਬਾਰ-ਬਾਰ ਬੋਲਦੇ ਹੁੰਦੇ ਸੀਗੇ ਕਿ ਦਿੱਲੀ ਦੀ ਘੇਰਾਬੰਦੀ ਸਖਤ ਕਰਾਂਗੇ ਤੇ ਲੋਕ ਐ ਕਹਿੰਦੇ ਹੁੰਦੇ ਸੀਗੇ ਕਿ ਸਾਨੂੰ ਹੁਕਮ ਕਰੋ, ਅਸੀਂ ਆਪਦੇ 500 ਟਰਾਲੇ ਦੇ ਮੂੰਹ ਮੋੜ ਕੇ KMP ਤੇ ਚੜਾ ਦਿੰਦੇ ਆ। ਉਹ ਕਦੇ ਫੈਸਲਾ ਨਹੀਂ ਆਇਆ ਹੈਗਾ। ਉਲਟਾ ਜਿਹੜੇ ਨੌਜਵਾਨਾਂ ਨੇ ਹਰਿਆਣੇ ਦੇ ਪਿੰਡਾਂ ਚੋਂ ਕੁਝ ਨੌਜਵਾਨ ਇਕੱਠੇ ਹੋ ਕੇ ਆਪਦੇ 10 ਟਰਾਲੀਆਂ ਲੈ ਕੇ ਆ ਕੇ KMP ਰੋਕ ਲਿਆ, ਉਹ ਲੀਡਰਾਂ ਨੇ ਮੂਹਰੇ ਹੋ ਕੇ ਆਪ ਖੁਲਵਾ ਲਿਆ। ਤਾਂ ਇਹੋ ਜਿਹੇ ਫੈਸਲੇ ਤੋਂ ਨੌਜਵਾਨ ਮਾੜਾ ਮੋਟਾ ਪਹਿਲਾਂ ਵੀ ਨਿਰਾਸ਼ ਹੁੰਦੇ ਸੀਗੇ, ਹੁਣ ਵੀ ਨਿਰਾਸ਼ ਹੋਏ ਨੇ, ਪਰ ਉਸ ਕਿਸਮ ਦੀ ਨਿਰਾਸ਼ਾ ਨਹੀਂ ਹੈਗੀ। ਲੋਕਾਂ ਨੂੰ ਇਹ ਪਤਾ ਹੈਗਾ ਵੀ ਲੋਕਾਂ 'ਚ ਇੰਨੀ ਕੁ ਤਾਕਤ ਹੁੰਦੀ ਹੈ ਵੀ ਉਹ ਲੀਡਰਸ਼ਿਪ ਦੇ ਗਲਤ ਫੈਸਲੇ ਨੂੰ ਬਾਂਹ ਮਰੋੜ ਕੇ ਸਿੱਧਾ ਕਰਨ ਦਾ ਮਾਦਾ ਰੱਖਦੀ ਹੁੰਦੀ ਹੈ। ਅਸੀਂ 26 ਤੇ 27 ਨਵੰਬਰ ਨੂੰ ਵੀ ਦੇਖਿਆ ਵੀ ਯੂਨੀਅਨਾਂ ਤਾਂ ਇੱਥੇ ਸ਼ੰਭੂ ਜਾਂ ਖਨੌਰੀ ਬਾਰਡਰ ਤੇ ਬੈਠਣਾ ਚਾਹੁੰਦੀਆਂ ਸੀ, ਲੋਕ ਇੱਥੋਂ ਸਭ ਕੁਝ ਬੈਰੀਕੇਡ ਪਟਾ ਕੇ ਸਮੇਤ ਯੂਨੀਅਨ ਲੀਡਰਾਂ ਦੇ ਉੱਥੇ ਪਹੁੰਚ ਗਏ। ਮਤਲਬ ਇੱਕ ਜਥੇਬੰਦੀ ਆਪਣਾ ਬੈਠ ਹੀ ਗਈ ਸੀ ਖਨੌਰੀ ਦੇ ਡੱਬ ਵਾਲੀ ਆਪਣੇ ਉਗਰਾਹਾਂ ਤੇ ਅਗਲੇ ਦਿਨ ਉਹਨੂੰ ਵੀ ਇੰਨਾ ਕੁ ਲੋਕਾਂ ਨੇ ਮਜਬੂਰ ਕਰਤਾ ਵੀ ਉਹ ਵੀ ਜਾਣੀ ਪੈ ਗਈ। ਤਾਂ ਲੋਕ ਇੰਨਾ ਕੁ ਜਾਣਦੇ ਨੇ ਵੀ ਯਾਰ ਅਸੀਂ ਲੀਡਰਸ਼ਿਪ ਜਦੋਂ ਚੰਗੇ ਫੈਸਲੇ ਲਊਗੀ ਅਸੀਂ ਉਸ ਫੈਸਲੇ ਤੇ ਫੁੱਲ ਵੀ ਚੜਾਵਾਂਗੇ, ਲੀਡਰਸ਼ਿਪ ਜਦੋਂ ਮਾੜੇ ਫੈਸਲੇ ਲਊਗੀ ਅਸੀਂ ਉਹਦੀ ਬਾਂਹ ਮਰੋੜਨਾ ਵੀ ਜਾਣ ਦਿਆਂਗੇ। ਤਾਂ ਲੋਕਾਂ 'ਚ ਮਾੜੀ ਮੋਟੀ ਨਿਰਾਸ਼ਾ ਹੋਊਗੀ, ਪਰ ਲੋਕ ਬਹੁਤ ਮਤਲਬ ਚੜ੍ਹਦੀ ਕਲਾ ਦੇ ਵਿੱਚ ਨੇ। ਮੈਂ ਮਤਲਬ ਚੌਥੇ ਰਾਤ ਹੀ ਆਇਆਗਾ ਤੇ ਪਰਸੋਂ ਰਾਤ ਆਇਆਗਾ ਤੇ ਮਤਲਬ ਸੰਘਰਸ਼ ਬਹੁਤ ਚੜ੍ਹਦੀ ਕਲਾ ਦੇ ਵਿੱਚ ਜਾ ਰਿਹਾ ਹੈਗਾ। ਟਕੈਤ ਵਾਲੇ ਮਸਲੇ ਤੋਂ ਬਾਅਦ ਉੱਥੇ ਜਿਹੜੀ ਮਤਲਬ ਮੋਬਿਲਾਈਜੇਸ਼ਨ ਹੈ, ਜਿਹੜੀ ਗਿਣਤੀ ਹੈ ਲੋਕਾਂ ਦੀ, ਮਤਲਬ 1.5 ਗੁਣਾ ਦੇ ਕਰੀਬ ਹੋਈ ਹੈਗੀ। ਤੇ ਜਿਹੜਾ ਸੰਘਰਸ਼ ਕਮੇਟੀ ਦੇ ਸਟੇਜ ਤੇ ਹਮਲਾ ਹੋਇਆ, ਉਹ ਹਮਲੇ ਦਾ ਲੋਕਾਂ ਨੇ ਕਿਵੇਂ ਮੂੰਹ ਤੋੜ ਜਵਾਬ ਦਿੱਤਾ ਹੈਗਾ, ਉਹਦੇ ਕਰਕੇ ਵੀ ਲੋਕਾਂ 'ਚ ਹੌਸਲਾ ਵਧਿਆ। ਮਤਲਬ ਲੋਕਾਂ 'ਚ ਨੌਜਵਾਨਾਂ 'ਚ ਹੌਸਲਾ ਪਹਿਲਾਂ ਨਾਲੋਂ ਜ਼ਿਆਦਾ ਹੀ ਹੈਗਾ, ਉਹ 'ਚ ਕੋਈ ਸ਼ੱਕ ਨਹੀਂ ਹੈਗਾ। ਲੋਕ 26 ਜਨਵਰੀ ਵਾਲੀ ਘਟਨਾ ਨੂੰ ਉਵੇਂ ਨਹੀਂ ਦੇਖਦੇ ਹੈਗੇ ਜਿਵੇਂ 2 ਲੀਡਰ ਦੇਖਦੇ ਨੇਗੇ, ਇਹ ਸੱਚ ਹੈਗਾ। ਬਿਲਕੁਲ 26 ਨਵੰਬਰ ਅਤੇ 26 ਜਨਵਰੀ ਜਿੱਥੇ ਲੀਡਰਸ਼ਿਪ ਨੇ ਆਪਣੇ ਸਕਿੱਲ ਦਿਖਾਉਣੇ ਸੀਗੇ, ਦੋਨੇ ਹੀ ਥਾਂ ਉਹ ਸਕਿੱਲ ਦਿਖਾਉਣ ਦੇ ਵਿੱਚ ਕਾਫੀ ਫੇਲ ਹੋਏ ਆ ਤੇ ਉਲਟਾ ਆਪਣੀ ਹੀ ਉਹ ਜਿਹੜੇ ਖੇਤ ਨੂੰ ਖਾਣ ਲੱਗੇ ਹੋਏ ਆ, ਜੋ ਨੌਜਵਾਨੀਆਂ ਦਾ ਖੇਤ ਹੈ। ਹਾਂਜੀ ਕਨਪ੍ਰਿਆ ਜੀ, ਸਰਵਿੰਦਰ ਸਿੰਘ ਹੋਰਾਂ ਦੇ ਸਵਾਲ ਦੇ ਉੱਤੇ ਤੁਹਾਡੀ ਕੀ ਟਿੱਪਣੀ? ਜਿੱਦਾਂ ਕੱਲ ਰਾਤ ਦਾ ਹੀ ਇੱਕ ਇਨਸੀਡੈਂਟ ਹੈ ਕਿ ਇੱਕ ਵੀਡੀਓ ਆ ਰਹੀ ਸੀਗੀ ਕਿ ਪਹਿਲੀ ਸਟੇਜ ਔਰ ਦੂਜੀ ਸਟੇਜ ਦੇ ਅੰਦਰ ਜਿਹੜਾ ਇੱਕ ਬੈਰੀਕੇਡਿੰਗ ਸੀਗਾ ਉਹਨੂੰ ਹੋਰ ਸਟਰੋਂਗ ਕਰ ਦਿੱਤਾ ਗਿਆ ਹੈ ਤੇ ਰਸਤਾ ਬਿਲਕੁਲ ਬਲੌਕ ਕੀਤਾ ਹੋਇਆ ਤਾਂ ਕਿ ਦੋਨਾਂ ਧੜਿਆਂ ਦਾ ਆਪਸ ਦੇ ਅੰਦਰ ਕੋਈ ਮੇਲ ਨਾ ਹੋ ਸਕੇ। ਤੇ ਉਹਦੇ ਵਿੱਚ ਹੀ ਇੱਕ ਛੋਟੀ ਜਿਹੀ ਗਲੀ ਹੈਗੀ ਆ ਜਿਸ ਚੋਂ ਲੋਕ ਆਣ ਜਾਣ ਕਰਦੇ ਨੇ ਤੇ ਪੁਲਿਸ ਵਾਲਿਆਂ ਦਾ ਕੱਲ ਉਹ ਵੀ ਕੋਸ਼ਿਸ਼ ਸੀ ਕਿ ਉਸ ਰਸਤੇ ਨੂੰ ਵੀ ਬਲੌਕ ਕਰ ਦਿੱਤਾ ਜਾਵੇ। ਇੱਕ ਵੀਡੀਓ ਦੇਖੀ ਜਾ ਸਕਦੀ ਹੈ, ਸਿੱਖ ਐਕਸਪੋ ਪੇਜ ਦੇ ਉੱਤੇ ਪਈ ਹੋਈ ਹੈ ਤੇ ਉਹਦੇ ਵਿੱਚ ਸਾਫ਼ ਹੈ ਕਿ ਨੌਜਵਾਨ ਉੱਥੇ ਮਤਲਬ ਧੂਣੀ ਲਾ ਕੇ ਬੈਠੇ ਨੇ ਤੇ ਉਹ ਮਤਲਬ ਖੁਦ ਅਲਰਟ ਨੇ। ਇੰਨੀ ਕੌਨਸ਼ੀਅਸਨੈਸ ਤੇ ਚੇਤਨਤਾ ਲੋਕਾਂ 'ਚ ਤੇ ਨੌਜਵਾਨਾਂ 'ਚ ਆਈ ਹੋਈ ਹੈ ਕਿ ਉਹ ਸਮਝ ਰਹੇ ਨੇ ਅਸੀਂ ਇੱਥੇ ਡਿਊਟੀ ਨਾ ਦਿੱਤੀ ਤਾਂ ਇਹ ਰਸਤਾ ਬਲੌਕ ਹੋ ਜਾਏਗਾ। ਪਹਿਲੇ ਮੋਰਚੇ ਦਾ ਦੂਜੇ ਵਾਲੇ ਸਟੇਜ ਦਾ ਆਪਸ 'ਚ ਰਿਸ਼ਤਾ ਨਹੀਂ ਰਹਿ ਜਾਏਗਾ, ਲੋਕ ਇੱਧਰੋਂ ਬਚਾਉਣ ਨਹੀਂ ਆ ਪਾਉਣਗੇ, ਸਟੇਟ ਉੱਧਰ ਰਿਪਰੈਸ਼ਨ ਕਰੇਗੀ ਤੇ ਸਟੇਟ ਜਦੋਂ ਇੱਕ ਵੀ ਸਟੇਜ ਤੇ ਰਿਪਰੈਸ਼ਨ ਕਰੇਗੀ ਉਹ ਰਿਪਰੈਸ਼ਨ ਮੂਵਮੈਂਟ ਤੇ ਲੱਗੇਗਾ। ਉਹ ਸਿਰਫ ਇੱਕ ਸਟੇਜ ਜਾਂ ਫਿਰ ਕੋਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਹੀਂ ਖਤਮ ਹੋਊਗੀ, ਉਹ ਸਾਡੇ ਸੰਘਰਸ਼ ਦੀ ਵੀ ਖਤਮ ਕਰਨ ਦੀ ਇੱਕ ਸ਼ੁਰੂਆਤ ਸ਼ੁਰੂ ਹੋ ਜਾਏਗੀ ਉੱਥੋਂ। ਤਾਂ ਇਸ ਚੀਜ਼ ਨੂੰ ਸਮਝਦਿਆਂ ਨੌਜਵਾਨ ਉੱਥੇ ਆਪਣੀ ਖੁਦ ਪਹਿਰੇਦਾਰੀ ਲਾ ਕੇ ਖੁਦ ਡਿਊਟੀ ਲਾ ਕੇ ਬੈਠੇ। ਇਹ ਨੌਜਵਾਨਾਂ ਦਾ ਕਹਿਣਾ ਸੀ ਕਿ ਸਾਨੂੰ ਕਿਸੇ ਜਥੇਬੰਦੀ ਨੇ ਨਹੀਂ ਕਿਹਾ, ਸਾਨੂੰ ਕਿਸੇ ਸਟੇਜ ਨੇ ਨਹੀਂ ਕਿਹਾ, ਉਹ ਕੋਈ ਘੋਸ਼ਿਤ ਵਲੰਟੀਅਰ ਨਹੀਂ ਹੈਗੇ। ਇਹ ਉਹ ਚੇਤਨ ਨੌਜਵਾਨ ਨੇ ਜਿਹੜੇ ਦੋਨਾਂ ਸਟੇਜਾਂ ਦੇ ਵਿਚਾਰ ਜਿਹੜੀ ਇੱਕ ਸਾਂਝ ਪੈਦਾ ਕਰਨੀ ਹੈ ਤੇ ਜਿਹੜਾ ਇੱਕ ਰਿਸ਼ਤੇ ਨੂੰ ਤੇ ਚੜ੍ਹਦੀ ਕਲਾ ਨੂੰ ਰੱਖਣਾ ਆ ਉਹਨੂੰ ਬਰਕਰਾਰ ਕਰਨ ਦੇ ਲਈ ਆਪਣੀ ਡਿਊਟੀ ਰਾਤ ਪਰ ਰਾਤ ਦਿੰਦੇ ਰਹੇ। ਇੱਧਰੋਂ ਹਰਿਆਣੇ ਵਾਲੇ ਵੀਰ ਵੀ ਉੱਥੇ ਦੁੱਧ ਪਹੁੰਚਾਉਂਦੇ ਰਹੇ, ਪਿਆਉਂਦੇ ਰਹੇ, ਬੈਠਦੇ ਰਹੇ। ਤਾਂ ਮਤਲਬ ਲੋਕਾਂ ਦੀ ਸਾਂਝ ਅੱਜ ਦੇ ਸਮੇਂ ਸਾਨੂੰ ਬਹੁਤ ਕੁਝ ਸਿਖਾ ਰਹੀ ਹੈ। ਮਤਲਬ ਮੋਰਚੇ ਦੇ ਅੰਦਰੋਂ ਹੀ ਚਾਹੇ ਉਹ 26 ਦੀ ਘਟਨਾ ਵਾਪਰੀ ਹੈ, ਚਾਹੇ ਉਸ ਤੋਂ ਪਹਿਲਾਂ ਦਾ ਮੋਰਚਾ ਚੱਲ ਰਿਹਾ ਹੈ, ਉਹਦੇ ਅੰਦਰ ਜਿਹੜੀ ਸਾਂਝ ਇੰਨੇ ਡਿਫਰੈਂਟ ਲੈਵਲਸ ਤੇ ਸਾਨੂੰ ਦਿਖੀ ਹੈ ਉਹ ਬਹੁਤ ਹੀ ਜ਼ਿਆਦਾ ਇਨਕ੍ਰੈਡੀਬਲ ਆ। ਮਤਲਬ ਸਿੰਘੂ ਬਾਰਡਰ ਦਾ ਇੱਕ ਮੰਦਿਰ ਹੈ ਜਿੱਥੇ ਮੁਸਲਮਾਨਾਂ ਨੇ ਮਲੇਰਕੋਟਲਾ ਤੋਂ ਆ ਕੇ ਲੰਗਰ ਲਗਾਇਆ ਹੋਇਆ ਹੈ। ਤਾਂ ਉਸ ਪੰਡਿਤ ਰਜਿੰਦਰ ਦੇ ਨਾਲ ਰਫੀਕ ਜੀ ਆਰਾਮ ਨਾਲ ਘੁੰਮਦੇ ਨੇ, ਗੱਲਾਂ ਕਰਦੇ ਜਾਂਦੇ ਨੇ। ਮਤਲਬ ਉਹ ਜਿਹੜਾ ਕਮਿਊਨਲਿਜ਼ਮ ਜਾਂ ਜਿਹੜੀ ਹੇਟਰੇਡ ਜਾਂ ਜਿਹੜੇ ਤਰੀਕੇ ਦੇ ਫੱਟ ਜਿਹੜੀ ਸਰਕਾਰ ਪਾਉਣਾ ਸਿਖਾਉਂਦੀ ਹੈ ਉਹਨਾਂ ਦੀ ਜਿਹੜਾ ਬਿਲਕੁਲ ਹੀ ਅਲੱਗ ਸੱਚ ਹੈਗਾ ਆ ਕਿ ਲੋਕਾਂ ਦੇ ਆਪਸੀ ਪ੍ਰੇਮ ਪਿਆਰ ਕਿੰਨਾ ਹੈਗਾ ਆ ਉਹਦਾ ਮਤਲਬ ਮੈਨੂੰ ਲੱਗਦਾ ਹੈ ਕਿ ਇੱਕ ਵੱਡਾ
ਮੈਸੇਜ ਆ ਜਿਹੜਾ ਕਿ ਇਸ ਪ੍ਰੋਟੈਸਟ ਤੋਂ ਜਾਂਦਾ ਹੈ ਤੇ ਉਹੀ ਜਾਣਾ ਚਾਹੀਦਾ ਹੈ। ਅੱਜ ਦੇ ਟਾਈਮ ਵੀ ਸਾਡੇ ਜਿਹੜੇ ਚਾਹੇ ਸਟੇजेस 2 ਲੱਗੇ ਨੇ, ਟੇਬਲ 2 ਲੱਗੇ ਨੇ, ਬਟ ਲੋਕਾਂ ਦਾ ਆਪਸੀ ਜਿਹੜਾ ਪਿਆਰ ਹੈ ਤੇ ਜਿਹੜੀ ਸੰਘਰਸ਼ ਨੂੰ ਲੈ ਕੇ ਸਮਝ ਹੈ ਕਿ ਸਾਡੇ ਅੱਗੇ ਜਿਹੜੇ ਕਿਸਾਨਾਂ ਤੇ ਹਮਲਾ ਹੋਵੇਗਾ ਤਾਂ ਅਸੀਂ ਉਸ ਫਰੰਟ ਲਾਈਨ ਤੇ ਜਾ ਕੇ ਪਹੁੰਚੀਏ। ਜਦੋਂ ਕਾਲ ਦਿੱਤੀ ਗਈ ਕਿ ਅੱਗੇ ਫੇਰ ਉਹ ਸੰਘੀ ਆ ਰਹੇ ਨੇ ਅੱਜ 12 ਵਜੇ, ਤਾਂ ਬਹੁਤ ਸਾਰੇ ਲੋਕ ਪਿਛਲੇ ਮੋਰਚੇ ਤੋਂ ਅੱਗੇ ਨੂੰ ਭੱਜੇ। ਤਾਂ ਮਤਲਬ ਇਸ ਤਰੀਕੇ ਦੀ ਲੋਕਾਂ ਦੀ ਸਾਂਝ ਤਾਂ ਨਹੀਂ ਵੰਡੀ ਜਾ ਸਕੀ ਨਾ। ਕਿੱਥੇ ਤੇ ਅਸੀਂ ਪੰਜਾਬ ਹਰਿਆਣਾ ਦੀ ਗੱਲ ਕਰਦੇ ਸੀਗੇ ਕਿ ਉਹਨਾਂ ਦੇ ਵਿਚਾਰ ਦਾ ਜਿਹੜਾ ਇੱਕ ਲੀਕ ਹੈਗੀ ਉਹ ਮਿਟ ਗਈ ਹੈ ਤਾਂ ਕਿੰਨੀ ਸਾਂਝ ਪੈਦਾ ਹੋ ਗਈ ਹੈ, ਤੇ ਕਿੱਥੇ ਅਸੀਂ ਮਾਝੇ ਮਾਲਵੇ ਤੱਕ ਦੀ ਲੜਾਈ ਪਾ ਕੇ ਬਹਿ ਗਏ ਹਾਂ ਕਿ ਇੱਕ ਪਾਸੇ ਮਾਝੇ ਵਾਲੇ ਬੈਠੇ ਨੇ ਤੇ ਇੱਕ ਪਾਸੇ ਉਹ। ਮਤਲਬ ਇਹ ਬਹੁਤ ਹੀ ਮਤਲਬ ਕੀ ਕਹਿੰਦੇ ਕਿ ਛੋਟੀ ਗੱਲ ਹੈ ਤੇ ਬਹੁਤ ਹੀ ਇੰਨਾ ਇਸ਼ੂ ਨੂੰ ਇਸ ਤਰੀਕੇ ਨਾਲ ਦੇਖਣਾ। ਤੇ ਹੁਣ ਤੱਕ ਮੈਨੂੰ ਮਤਲਬ ਮੈਨੂੰ ਹੋ ਗਏ ਨੇ ਤਿੰਨ ਕੁ ਦਿਨ ਘਰੇ ਆਇਆ ਨੂੰ, ਤੇ ਮੈਨੂੰ ਕੋਈ ਵਿਜ਼ੀਬਲੀ ਹਲੇ ਤੱਕ ਕੋਈ ਸਟੇਟਮੈਂਟ ਨਹੀਂ ਮਿਲਿਆ ਜਿਸ 'ਚ ਇਹ ਦੋਨਾਂ ਸਟੇਜਾਂ ਦੇ ਵਿੱਚ ਵਾਲੀ ਬੈਰੀਕੇਡਿੰਗ ਨੂੰ ਰਿਮੂਵ ਕਰਨ ਲਈ ਕੋਈ ਕੰਸੀਡਰੇਬਲ ਐਫਰਟ ਕੀਤਾ ਗਿਆ ਹੋਵੇ। ਏਦਾਂ ਦਾ ਕੋਈ ਐਫਰਟ ਨਹੀਂ ਕੀਤਾ ਗਿਆ, ਬਲਕਿ ਇਹਦਾ ਉਲਟ ਪ੍ਰਚਾਰ ਬਹੁਤ ਸੁਣ ਲਿਆ। ਤਾਂ ਇਹ ਸਾਡੇ ਮਤਲਬ ਪ੍ਰਦਰਸ਼ਨ ਦੀ ਅੱਜ ਦੇ ਸਮੇਂ ਤੇ ਮਤਲਬ ਬੁਰੀ ਚੀਜ਼ ਜਿਹੜੀ ਹੈਗੀ ਆ ਚੱਲ ਰਹੀ ਹੈ ਕਿ ਜਿਸ 'ਚ ਅਸੀਂ ਖੁਦ ਨੂੰ ਹੀ ਵੰਡ ਕੇ ਬੈਠੇ ਹਾਂ ਤੇ ਇਨਵਾਈਟ ਕਰ ਰਹੇ ਹਾਂ ਸਟੇਟ ਨੂੰ ਕਿ ਇਸ ਡਿਵਾਈਡ ਨੂੰ ਤੂੰ ਹੋਰ ਡੂੰਘਾ ਕਰ ਤੇ ਉਹਦੇ ਵਿੱਚ ਸੀਮੈਂਟ ਪਾ ਕੇ ਉਹਨੂੰ ਪੱਕਾ ਕਰ ਦੇ, ਹਨਾ। ਮਤਲਬ ਇਸ ਚੀਜ਼ ਨੂੰ ਤੋੜਨ ਦੇ ਲਈ ਵੀ ਉੱਥੇ ਨੌਜਵਾਨਾਂ ਦੀ ਜਿਹੜੀ ਹੱਲਾਸ਼ੇਰੀ ਆ ਉਹ ਦੇਖੀ ਜਾ ਸਕਦੀ ਹੈ। ਤੇ ਮੈਨੂੰ ਲੱਗਦਾ ਹੈ ਆਉਣ ਵਾਲੇ ਦਿਨਾਂ ਦੇ ਅੰਦਰ ਵੀ ਉਹ ਨੌਜਵਾਨ ਹੀ ਹੋਣਗੇ ਕਿ ਜਿਹੜੇ ਉਸ ਵਿੱਚ ਵਾਲੀ ਬੈਰੀਕੇਡਿੰਗ ਨੂੰ ਵੀ ਚੱਕਣਗੇ ਤੇ ਅੱਗੇ ਵਾਲੀ ਬੈਰੀਕੇਡਿੰਗ ਨੂੰ ਵੀ ਕੂਚ ਕਰਨਗੇ। ਅੱਜ ਦੀ ਗੱਲਬਾਤ ਦੇ ਆਪਾਂ ਅਖੀਰਲੇ ਪੁਆਇੰਟ ਦੇ ਵੱਲ ਵਧਦੇ ਹਾਂ। ਨਵਰੀਤ ਸਿੰਘ ਜਿਹੜਾ ਕਿ ਕਿਸਾਨ ਆ, ਸਾਡੇ ਸ਼ਹਿਰ ਮੈਲਬੌਰਨ ਆਸਟ੍ਰੇਲੀਆ ਦਾ ਹੀ ਰਹਿਣ ਵਾਲਾ, ਇੱਥੋਂ ਹੀ ਗਿਆ ਹੋਇਆ ਸੀਗਾ। ਇਸ ਕਰੋਨਾ ਵਾਇਰਸ ਕਰਕੇ ਉਹ ਵਾਪਸ ਨਹੀਂ ਆ ਸਕਿਆ। ਉਸ ਦੀ ਗੋਲੀ ਲੱਗਣ ਕਰਕੇ ਮੌਤ ਹੁੰਦੀ ਆ। ਉਸ ਤੋਂ ਬਾਅਦ ਉਹਦਾ ਟਰੈਕਟਰ, ਗੋਲੀ ਲੱਗਣ ਤੋਂ ਬਾਅਦ ਟਰੈਕਟਰ ਬੇਕਾਬੂ ਹੁੰਦਾ, ਉਹ ਬੈਰੀਕੇਡ ਦੇ ਵਿੱਚ ਵੱਜਦਾ ਤੇ ਉਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ। 26 ਵਾਲੀ ਤਰੀਕ ਨੂੰ ਜ਼ਿਆਦਾ ਕਾਰਨ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦੇ, ਪਰ ਜਿਉਂ-ਜਿਉਂ ਵੀਡੀਓਜ਼ ਆਉਣ ਲੱਗ ਜਾਂਦੀਆਂ ਉਸ ਤੋਂ ਪਤਾ ਲੱਗ ਜਾਂਦਾ ਕਿ ਹਾਂ, ਉਸਦੀ ਗੋਲੀ ਲੱਗਣ ਕਰਕੇ ਹੀ ਮੌਤ ਹੋਈ ਆ। ਇਸ ਨੂੰ ਆਪਾਂ ਕਹਿ ਦਈਏ ਕਿ ਬਾਕੀ ਜਿਹੜੀਆਂ ਮੌਤ ਹੋਈਆਂ ਨੇ, ਮੌਤਾਂ ਮੋਰਚੇ ਦੇ ਦੌਰਾਨ, ਕੁਝ ਕੁ ਨੈਚੁਰਲ ਡੈਥ ਸੀ, ਪਰ ਫਿਰ ਵੀ ਅਸੀਂ ਉਹਨਾਂ ਨੂੰ ਕੁਰਬਾਨੀ ਦੇ ਝੋਲੇ ਦੇ ਵਿੱਚ ਹੀ ਪਾਵਾਂਗੇ। ਜਾਂ ਬਾਬਾ ਜੀ ਜਿਹੜੇ ਨਾਨਕਸਰ ਨਾਲ ਸੰਬੰਧਿਤ ਸਨ, ਉਹਨਾਂ ਦੀ ਜਿਹੜੀ ਸ਼ਹਾਦਤ ਆ। ਪਰ ਇਹ ਇੱਕ ਅਜਿਹੀ ਸੀ ਜਿਹੜੀ ਔਨ ਗਰਾਊਂਡ ਸੰਘਰਸ਼ ਦੇ ਵਿੱਚ ਹੋਈ ਸੀ। ਇਹਨਾਂ ਨੂੰ ਸ਼ਹੀਦ ਨਵਰੀਤ ਸਿੰਘ ਆਪਾਂ ਕਹਿ ਕੇ ਸੰਬੋਧਿਤ ਕਰੀਏ। ਇਹਨਾਂ ਦੀ ਸਟੇਜ ਤੋਂ ਬਿਲਕੁਲ ਵੀ ਗੱਲ ਨਹੀਂ ਹੋ ਰਹੀ, ਅਤੇ ਖਾਸ ਕਰ ਇਹਨਾਂ ਦੀ ਮੌਤ ਦੇ ਜਿਹੜੇ ਕਾਰਨ ਤੋਂ ਸਰਕਾਰ ਮੁੱਕਰ ਰਹੀ ਆ, ਸਟੇਟ ਭੱਜ ਰਹੀ ਆ, ਉਸ ਦੇ ਉੱਤੇ ਬਿਲਕੁਲ ਵੀ ਯੂਨੀਅਨਾਂ ਦੇ ਵੱਲੋਂ ਵੀ ਅਤੇ ਜਾਂ ਆਮ ਮੀਡੀਆ ਦੇ ਵੱਲੋਂ ਵੀ ਕੋਈ ਵੱਡੇ ਰੂਪ ਦੇ ਵਿੱਚ ਗੱਲ ਨਹੀਂ ਕੀਤੀ ਜਾ ਰਹੀ। ਇੱਥੋਂ ਤੱਕ ਕਿ ਜਿਹੜਾ ਆਪਾਂ ਕਹੀਏ ਕਿ ਸਟੇਟ ਦਾ ਮੀਡੀਆ ਗਾ, ਉਹ ਪੂਰਾ ਨੈਰੇਟਿਵ ਘੜਨ ਦੀ ਕੋਸ਼ਿਸ਼ ਕਰ ਰਿਹਾ ਕਿ ਹਾਂ, ਇਹ ਝੂਠ ਬੋਲਿਆ ਜਾ ਰਿਹਾ, ਇਹਦੀ ਗੋਲੀ ਲੱਗ ਕੇ ਨਹੀਂ ਮੌਤ ਹੋਈ। ਤੇ ਸ਼ਸ਼ੀ ਥਰੂਰ ਅਤੇ ਕੁਝ ਕੁ ਜਿਨ੍ਹਾਂ ਨੇ ਸੱਚ ਬੋਲਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਕੇਸ ਵੀ ਕਰ ਦਿੱਤੇ ਗਏ ਨੇ। ਸੋ ਇੱਥੇ ਵੀ ਕਿਉਂ ਖੁੰਝ ਰਹੀ ਆ ਜਿਹੜੀ ਲੀਡਰਸ਼ਿਪ ਆ, ਜਦ ਕਿ ਇਹ ਬਹੁਤ ਹੀ ਅਹਿਮ ਮੁੱਦਾ ਸੀ। ਸ਼ਹੀਦ ਤਾਂ ਕੌਮ ਦਾ ਸਰਮਾਇਆ ਹੁੰਦੇ ਨੇ, ਉਹ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੇ ਨੇ ਕਿਸੇ ਵੀ ਸੰਘਰਸ਼ ਦੀ ਜਾਂ ਕਿਸੇ ਵੀ ਦੇਸ਼ ਦੀ। ਅੰਤਰਪ੍ਰੀਤ ਸਿੰਘ। ਦੀ ਘਟਨਾ ਤੋਂ ਬਾਅਦ ਉਹਨੂੰ ਲੈ ਕੇ ਜਿਹੜਾ ਸੰਯੁਕਤ ਮੋਰਚੇ ਦੇ ਆਗੂਆਂ ਦਾ ਰਵੱਈਆ ਹੈਗਾ, ਉਹ ਰਵੱਈਆ ਬਹੁਤ ਗੈਰ ਜ਼ਿੰਮੇਵਾਰਾਨਾ ਤਾਂ ਹੈਗਾ, ਪਰ ਉਹ ਗੈਰ ਜ਼ਿੰਮੇਵਾਰੀ ਸਾਨੂੰ ਐ ਸਮਝ ਆ ਜਾਂਦੀ ਹੈ ਕਿ 26 ਦੇ ਸਾਰੇ ਇਵੈਂਟ ਦੇ ਵਿੱਚ ਇਹਨਾਂ ਨੇ ਆਪਦਾ ਪੱਲਾ ਝਾੜਿਆ, ਇਲਜ਼ਾਮ ਦੂਜਿਆਂ ਦੇ ਸਿਰ ਸੁੱਟੇ ਨੇ, ਆਪ ਸੱਚੇ ਬਣੇ ਨੇ, ਤੇ ਉਸ ਦੇ ਚੱਕਰ ਦੇ ਵਿੱਚ 26 ਤੋਂ ਬਾਅਦ ਦੀਆਂ ਸਾਰੀਆਂ ਘਟਨਾਵਾਂ ਦੇ ਵਿੱਚ ਇਹਨਾਂ ਨੇ ਮਤਲਬ ਇੰਨੀ ਕੁ ਗੈਰ ਜ਼ਿੰਮੇਵਾਰੀ ਦਿਖਾਈ ਹੈ ਕਿ ਆਪਦੇ ਸ਼ਹੀਦਾਂ ਨੂੰ ਵੀ ਨਕਾਰਨ ਤੱਕ ਗਏ ਨੇਗੇ ਇਹ। ਪਰ ਮੈਂ ਆਪਣੀ ਇਸ ਗੱਲਬਾਤ ਤੋਂ ਅੱਧਾ ਘੰਟਾ ਪਹਿਲਾਂ ਜਿਹੜਾ ਨੌਜਵਾਨ ਸਾਰੇ ਸ਼ਹੀਦਾਂ ਦੀ ਲਿਸਟ ਤਿਆਰ ਕਰਕੇ ਮਤਲਬ ਉਹਨਾਂ ਨੂੰ, ਜਿਹੜਾ ਇੱਕ ITO ਗੋਲੀ ਵੱਜ ਕੇ ਟਰੈਕਟਰ ਪਲਟਣ ਸ਼ਹੀਦ ਹੋਇਆ ਤੇ ਜਿਹੜਾ ਇੱਕ ਆਪਣੇ ਲਾਲ ਕਿਲੇ ਸ਼ਹੀਦ ਹੋਇਆ, ਤੇ ਪਹਿਲਾਂ ਤਾਂ ਇਹ ਖਬਰ ਪਹੁੰਚੀ ਕਿ ਉਹਨਾਂ ਨੂੰ ਸ਼ਾਇਦ ਸ਼ਹੀਦ ਮੰਨ ਹੀ ਨਹੀਂ ਰਹੇ ਕਿ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਹੈਗਾ ਆਪਦੀ ਸ਼ਹੀਦਾਂ ਦੀ ਲਿਸਟ ਦੇ ਵਿੱਚ। ਪਰ ਉਹ ਮੈਂ ਕਨਫਰਮ ਕੀਤਾ ਸ਼ਹੀਦਾਂ ਦਾ ਦਰਜਾ ਤਾਂ ਦਿੱਤਾ, ਪਰ ਨਾ ਸਟੇਜ ਤੋਂ ਉਸ ਬਾਰੇ ਕੋਈ ਗੱਲਬਾਤ ਹੈ। ਤੇ ਈਵਨ ਉਹਦੇ ਦਾਦਾ ਜੀ ਦਾ ਬਿਆਨ ਆਇਆ ਕਿ ਯੂਨੀਅਨ ਲੀਡਰਾਂ ਦੇ ਵਿੱਚੋਂ ਕਿਸੇ ਨੇ ਸਾਡੀ ਮੋਰਚੇ ਵਿੱਚੋਂ ਕਿਸੇ ਨੇ ਸਾਡੀ ਸਾਰ ਨਹੀਂ ਲਈ ਹੈਗੀ। ਮਤਲਬ ਇਹ ਬਹੁਤ ਮਤਲਬ ਵੀ ਨਿੰਦਣਯੋਗ ਹੈਗਾ। ਮਤਲਬ ਵੀ ਸਾਡੇ ਸ਼ਹੀਦ, ਚਲੋ ਕੌਣ ਸ਼ਹੀਦ ਕਿਵੇਂ ਹੋਇਆ ਉਹ ਵੱਖ-ਵੱਖ ਕਾਰਨ ਹੋ ਸਕਦੇ ਨੇ। ਕੋਈ ਐਕਸੀਡੈਂਟ ਰਾਹੀਂ ਵੀ ਸ਼ਹੀਦ ਹੋਇਆ ਹੋ ਸਕਦਾ ਕਿ ਮੋਰਚੇ ਤੋਂ ਵਾਪਸ ਜਾ ਰਿਹਾ ਸੀ, ਮੋਰਚੇ ਤੇ ਜਾ ਰਿਹਾ ਸੀਗਾ। ਕੋਈ ਬਜ਼ੁਰਗ ਮੋਰਚੇ 'ਚ ਠੰਡ 'ਚ ਬੈਠਾ ਬਿਮਾਰੀ ਨਾਲ ਸ਼ਹੀਦ ਹੋਇਆ ਹੋ ਸਕਦਾ। ਪਰ ਪੁਲਿਸੀਆ ਜ਼ਬਰ ਦਾ ਟੱਕਰਾ ਮਤਲਬ ਕਰਦੇ ਹੋਏ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਣਾ, ਮਤਲਬ ਵੀ ਇਹ ਜਿਹੜੇ ਸਾਡੇ ਮਤਲਬ ਵੀ
ਖੂਨ ਨਾਲੇ ਵਾਰਤਾ ਲਿਖਣ ਵਾਲੀ ਕੌਮ ਹੈਗੀ ਇਹ, ਤੇ ਉਹਦੇ ਵਿੱਚ ਇੱਕ ਸ਼ਹੀਦ ਦਾ ਨਾਮ ਹੋਰ ਜੁੜਿਆ ਹੈਗਾ। ਉਹ ਸ਼ਹੀਦ ਨੂੰ ਮਤਲਬ ਸਾਨੂੰ ਤਵੱਜੋ ਦੇਣੀ ਚਾਹੀਦੀ ਸੀਗੀ। ਸਾਨੂੰ ਉਹਦੇ ਪਰਿਵਾਰ ਕੋਲ ਇੱਕ ਘੱਟੋ ਘੱਟ ਇੱਕ ਸੀਗਾ ਕਿ ਸ਼ਹੀਦ ਦਾ ਪਰਿਵਾਰ ਦਾ ਵੀ ਮਤਲਬ ਮਾਣ ਹਾਸਲ ਹੋਇਆ। ਠੀਕ ਹੈ, ਨੌਜਵਾਨ ਬੱਚੇ ਦਾ ਜਾਣ ਦਾ ਦੁੱਖ ਤਾਂ ਹੋਇਆ ਹੀ ਹੈਗਾ, ਪਰ ਉੱਥੇ ਲੀਡਰਸ਼ਿਪ ਨੇ ਬਹੁਤ ਗੈਰ ਜ਼ਿੰਮੇਵਾਰ ਪਹੁੰਚ ਅਪਣਾਈ ਹੈਗੀ। ਇਹ ਮਤਲਬ ਬਹੁਤ ਨਿੰਦਣਯੋਗ ਹੈ। ਤੇ ਪਰ ਉਹ ਸਮਝ ਆਉਂਦਾ ਹੈਗਾ ਕਿ ਉਹ ਸਾਰੀ ਗੈਰ ਜ਼ਿੰਮੇਵਾਰੀ ਉੱਥੇ ਹੀ ਹੈਗੀ ਕਿ ਸਾਨੂੰ ਹਰ ਇੱਕ ਚੀਜ਼ ਦਾਅ ਤੇ ਲਾਉਣੀ ਪੈ ਜੇ, ਸਾਨੂੰ ਆਪਦੇ ਸ਼ਹੀਦ ਤੱਕ ਦਾਅ ਤੇ ਲਾਉਣੇ ਪੈ ਜਾਣ। ਸਾਨੂੰ ਇੰਨਾ ਮਤਲਬ ਵੀ ਪਰ 26 ਵਾਲੀ ਘਟਨਾ ਤੋਂ ਪਾਸਾ ਪਟਣਾ, ਕਿਤੇ ਸਰਕਾਰ ਨਾ ਸਾਡੇ ਤੋਂ ਨਾਰਾਜ਼ ਹੋ ਜਾਏ ਕਿ ਝੰਡਾ ਚੜ ਗਿਆ ਜਾਂ ਨਿਸ਼ਾਨ ਸਾਹਿਬ ਚੜ ਗਿਆ ਜਾਂ ਪਤਾ ਨਹੀਂ ਮਤਲਬ ਫਿਰਕਾ ਪ੍ਰਸਤੀ ਕੋਈ ਫੈਲ ਗਈ, ਜਾਂ ਮਤਲਬ ਵੀ ਇਹ ਸਾਰੇ ਕਾਸੇ ਤੋਂ ਕਿਤੇ ਸਰਕਾਰ ਸਾਡਾ ਨਾ ਕੋਈ ਨੁਕਸਾਨ ਕਰਦੇ, ਉਹ ਤੋਂ ਪਾਸਾ ਪਲਟਣ ਦੇ, ਉਹ ਤੋਂ ਮਤਲਬ ਆਪਣਾ ਬਚਣ ਦੇ ਚੱਕਰ ਦੇ ਵਿੱਚ ਇਹਨਾਂ ਨੇ ਇਹ ਸਾਰੇ ਗੈਰ ਜ਼ਿੰਮੇਵਾਰੀਆਂ ਨਿਭਾਈਆਂ ਨੇਗੀਆਂ। ਹਾਂਜੀ ਕਨਪ੍ਰੀਤ ਜੀ, ਇੱਥੇ ਮੈਂ ਹੋਰ ਵੀ ਇਹਦੇ ਵਿੱਚ ਸਵਾਲ ਐਡ ਕਰਦਾ ਕਿ ਜੋ ਸ਼ਹੀਦ ਨਵਰੀਤ ਸਿੰਘ ਹੋਰਾਂ ਦੀ ਸ਼ਹੀਦੀ ਤੋਂ ਬਾਅਦ ਦੇ ਵਿੱਚ ਬਾਅਦ ਦੇ ਜੋ ਡਿਵੈਲਪਮੈਂਟਸ ਹੋਈਆਂ ਨੇ, ਕਿ ਉਹਨਾਂ ਦੀ ਜਿਹੜੀ ਪੋਸਟਮਾਰਟਮ ਰਿਪੋਰਟ ਸੀਗੀ ਉਹਨੂੰ ਵੀ ਚੇਂਜ ਕਰਾਉਣ ਦੇ ਵਿੱਚ ਸਰਕਾਰ ਨੇ ਪ੍ਰੈਸ਼ਰ ਪਾਇਆ ਪੂਰਾ, ਅਤੇ ਉਸ ਤੋਂ ਬਾਅਦ ਉਹਨਾਂ ਦੇ ਐਕਸਰੇ ਰਿਪੋਰਟ ਵੀ ਨਹੀਂ ਦੇ ਰਹੇ। ਕਾਫੀ ਸਾਰੀਆਂ ਚੀਜ਼ਾਂ ਹੋਈਆਂ ਨੇ, ਭਾਵ ਕਿ ਸਿੰਪਲੀ ਇਕੱਲੀ ਇਹ ਨਹੀਂ ਕਿ ਸ਼ਹੀਦੀ ਹੋ ਗਈ ਬਸ ਉਹਨੂੰ ਮੰਨ ਲਿਆ ਹਾਂ ਕਿ ਹਾਂ ਸ਼ਹਾਦਤ ਹੋ ਗਈ। ਉਸ ਤੋਂ ਬਾਅਦ ਜਿਹੜਾ ਸਰਕਾਰ ਉਹਨਾਂ ਦੇ ਪਰਿਵਾਰ ਦੇ ਉੱਤੇ ਆਪਰੇਸ਼ਨ ਕਰ ਰਹੀ ਆ, ਤੋ ਇਹ ਬਹੁਤ ਜ਼ਿਆਦਾ ਐਕਸਟ੍ਰੀਮ ਗੱਲ ਆ। ਇਸ ਸਟੇਜ ਦੇ ਤੇ ਤਾਂ ਬੋਲਣਾ ਚਾਹੀਦਾ ਸੀ, ਅੱਗੋਂ ਨੂੰ ਬੋਲਣਾ ਕਿ ਉਹਨਾਂ ਨੂੰ ਇੱਕ ਵੱਡਾ ਧਰਨਾ ਲਾਉਣਾ ਚਾਹੀਦਾ ਸੀਗਾ ਦਿੱਲੀ ਸਰਕਾਰ ਪੁਲਿਸ ਦੇ ਵਿਰੁੱਧ, ਪਰ ਉਹ ਬਿਲਕੁਲ ਹੀ ਚੁੱਪ ਬੈਠੀ। ਮੌਜੂਦਾ ਟਾਈਮ ਦੀ ਅਗਰ ਗੱਲ ਕਰਾਂ ਤਾਂ ਮਤਲਬ ਇਹ ਅਸੀਂ ਉਸ ਟਾਈਮ 'ਚ ਜਿਉ ਰਹੇ ਹਾਂ ਵੀ ਜਿਸ 'ਚ ਵੈਸੇ ਤਾਂ ਪਹਿਲਾਂ ਵੀ ਸਮਾਂ ਕੋਈ ਅਲੱਗ ਨਹੀਂ ਸੀ, ਸਟੇਟ ਇਹੋ ਜਿਹੀ ਹੋਈ ਸੀਗੀ ਜਿਹੜੀ ਕਸ਼ਮੀਰ ਦੀਆਂ ਇੰਨੀਆਂ ਡਿਸਅਪੀਅਰੈਂਸਿਸ ਨੂੰ ਓਨ ਨਹੀਂ ਕਰਦੀ, ਉਹਨੂੰ ਰੈਕਗਨਾਈਜ਼ ਨਹੀਂ ਕਰਦੀ, ਪੰਜਾਬ ਦੀਆਂ ਡਿਸਅਪੀਅਰੈਂਸਿਸ ਨੂੰ ਰੈਕਗਨਾਈਜ਼ ਨਹੀਂ ਕਰਦੀ। ਇਹ ਲੋਕ ਹੀ ਨੇ ਕਿ ਜਿਹੜੇ ਆਪਣੇ ਰਿਸਰਚ ਤੋਂ ਆਪਣੇ ਪ੍ਰੋਜੈਕਟਸ ਤੋਂ, ਚਾਹੇ ਉਹ ਖਾਲੜਾ ਜੀ ਰਹੇ ਨੇ, ਵੀ ਕੱਢਦੇ ਰਹੇ ਨੇ ਆਪਣੀਆਂ ਡਿਟੇਲਸ ਨੂੰ ਪਬਲਿਕ ਕਰਦੇ ਰਹੇ ਨੇ, ਤੇ ਫਿਰ ਉਹ ਅੰਤ ਵਿੱਚ ਉਹ ਵੀ ਨਹੀਂ ਬਚੇ, ਹਨਾ, ਉਹਨਾਂ ਦੇ ਉਹ ਵੀ ਸਟੇਟ ਦਾ ਵੱਡਾ ਨਿਸ਼ਾਨਾ ਰਹੇ ਨੇ। ਏਦਾਂ ਹੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਟਾਈਮ ਤੇ ਜਿਵੇਂ ਹਾਥਰਸ ਹੁੰਦਾ ਹੈ ਤਾਂ ਉਸ ਵਿੱਚ ਵੀ ਮਤਲਬ ਇਹ ਸਾਬਿਤ ਕਰਨਾ ਪੈਂਦਾ ਤੁਹਾਨੂੰ ਕਿ ਰੇਪ ਹੋਇਆ ਆ, ਹਨਾ। ਇਹੋ ਜਿਹੇ ਕਈ ਹਾਦਸੇ ਆਏ ਨੇ ਵੀ ਸਟੇਟ ਤਾਂ ਦੇਖੋ ਉਹ 'ਚ ਮੁੱਕਰਦੀ ਆਈ ਹੈ। ਉਹਨਾਂ ਦਾ ਕੰਮ ਹੀ ਇਹੀ ਰਿਹਾ ਆ ਕਿ ਇਨਫੈਕਟ ਸਾਰੇ ਮੋਰਚੇ ਦੇ ਅੰਦਰ ਜਿੰਨੀਆਂ ਵੀ ਸਾਡੇ ਸਾਹਮਣੇ ਸ਼ਹਾਦਤਾਂ ਆਈਆਂ, ਚਾਹੇ ਉਹ ਠੰਡ ਕਰਕੇ ਆਈਆਂ ਨੇ, ਹਾਰਟ ਅਟੈਕ ਕਰਕੇ ਆਈਆਂ ਨੇ, ਰਸਤੇ ਦੇ ਅੰਦਰ ਐਕਸੀਡੈਂਟ ਕਰਕੇ ਆਈਆਂ ਨੇ, ਮੈਂ ਅਗਰ ਸਿੰਪਲ ਭਾਸ਼ਾ 'ਚ ਕਹਾਂ ਤਾਂ ਦੁੱਖ ਤਾਂ ਇੱਕੋ ਆ ਨਾ ਜਿਹੜਾ ਉਹਨਾਂ ਨੂੰ ਉੱਥੋਂ ਮੋਰਚੇ ਤੇ ਪਹੁੰਚਾ ਰਿਹਾ ਆ। ਮਤਲਬ ਇੱਕ ਹੀ ਦੁੱਖ ਆ ਨਾ ਜਿਹਦੇ ਖੁਣੋਂ ਉਹ ਮਤਲਬ ਪ੍ਰੋਟੈਸਟ ਤੇ ਪਹੁੰਚ ਰਹੇ ਨੇ, ਲੜਾਈ 'ਚ ਵੱਧ ਰਹੇ ਨੇ, ਦਿੱਲੀ 'ਚ ਪਹੁੰਚ ਰਹੇ ਨੇ। ਤਾਂ ਫਿਰ ਇਸ ਪ੍ਰੋਬਲਮ ਦੀ ਸਾਂਝ ਨੂੰ ਸਮਝਦੇ ਹਾਂ ਸਾਨੂੰ ਉਹਨਾਂ ਸਭ ਨੂੰ ਸ਼ਹਾਦਤਾਂ ਕਾਊਂਟ ਕਰਨਾ ਚਾਹੀਦਾ ਹੈ ਰਾਦਰ ਦੈਨ ਕਿ ਉਹਨੂੰ ਕਿਸੇ ਲੀਡਰ ਦੇ ਉੱਤੇ ਪਾ ਦੇਣਾ ਸਿਰਫ ਤੇ ਸਿਰਫ। ਜਿੱਦਾਂ ਮਤਲਬ SKM ਦਾ ਮੇਨ ਮੈਨੂੰ ਲੱਗਦਾ ਇਸ ਤਰੀਕੇ ਨਾਲ ਰਹਿ ਰਿਹਾ ਹੈ ਕਿ 26 ਦੇ ਹੋਏ ਜਿੰਨੇ ਵੀ ਇਨਸੀਡੈਂਟ ਨੇ ਉਹਨਾਂ ਨੂੰ ਓਨ ਹੀ ਨਾ ਕਰਨਾ, ਜਦੋਂ ਕਿ ਉਹ ਵੀ 3 ਬਿੱਲ ਵਾਪਸ ਕਰਾਉਣ ਨੂੰ ਹੀ ਹੋ ਰਹੇ ਨੇ, ਉਹ ਵੀ ਇੱਕ ਫਾਸ਼ੀਵਾਦੀ ਹਕੂਮਤ ਦੇ ਵਿਰੁੱਧ 'ਚ ਹੀ ਹੋ ਰਹੇ ਨੇ, ਉਹ ਵੀ ਦਿੱਲੀ ਦੀ ਹਿੱਕ ਤੇ ਜਾਂ ਚੜਨ ਨੂੰ ਲੈ ਕੇ ਜਾਂ ਜੋ ਕੁਝ ਵੀ ਸਟੇਜ ਤੋਂ ਬੋਲਿਆ ਜਾਂਦਾ ਹੈ ਉਹਦੀ ਇੱਕ ਲਾਈਨ ਤੇ ਹੀ ਕੰਮ ਸੰਦਰਭ 'ਚ ਹੋ ਰਿਹਾ ਜੀ। ਬਿਲਕੁਲ, ਜੋ ਕੁਝ ਸਟੇਜ ਤੇ ਬੋਲਿਆ ਜਾਂਦਾ ਹੈ ਉਹਦੇ ਉਸ ਤੋਂ ਕਿਤੇ ਵੀ ਪਰੇ ਨਹੀਂ ਹੋਇਆ ਉਹ ਕੰਮ ਤਾਂ ਫਿਰ ਉਹਦੇ ਵਿੱਚ ਇਹੋ ਜਿਹਾ ਜਿਹੜਾ ਮਤਲਬ ਸਾਡੇ ਸਾਹਮਣੇ ਇਹੋ ਜਿਹੇ ਜਿਹੜੇ ਅਟੈਕ ਹੁੰਦਾ ਆ ਪੁਲਿਸ ਔਰ ਇਹ ਇੰਨਾ ਡਾਇਰੈਕਟ ਪੁਲਿਸ ਦੀ ਗੋਲੀ ਦੇ ਨਾਲ ਜਿਹੜਾ ਅਟੈਕ ਹੋਣਾ, ਉਸ ਦੀ ਓਨਰਸ਼ਿਪ ਨਾ ਲੈਣਾ, ਇਹ ਕਿਤੇ ਨਾ ਕਿਤੇ ਮਤਲਬ ਸਾਡੀ ਕੰਪਰੋਮਾਈਜ਼ਸ ਨੇ ਸਟਰਗਲ ਦੇ ਅੰਦਰੋਂ ਕਿ ਅਸੀਂ ਕਿਸੇ ਕੰਪਰੋਮਾਈਜ਼ ਵਾਲੀ ਪੋਲਿਟਿਕਸ ਦੇ ਨਾਲ ਖੇਡ ਰਹੇ ਹਾਂ ਤੇ ਉਹਦੇ 'ਚੋਂ ਉਹਨਾਂ ਦਾ ਨਾਮ ਐਡ ਕਰ ਲੈਂਦੇ ਹਾਂ ਕਿਸੇ ਡਰ ਖੁਣੋਂ, ਪਰ ਬੋਲ ਨਹੀਂ ਰਹੇ ਤੇ ਜਾਂ ਫਿਰ ਉਹਨਾਂ ਕੰਸੀਡਰ ਨਹੀਂ ਕਰ ਰਹੇ। ਤੇ ਇਹ ਸਾਫ਼ ਤੌਰ ਤੇ ਇੱਕ ਮਤਲਬ ਇਹਨਾਂ ਸਾਰੀਆਂ ਮੌਤਾਂ ਦਾ ਜ਼ਿੰਮੇਵਾਰ ਸਾਡਾ ਅੱਜ ਦਾ ਭਾਰਤੀ ਹਕੂਮਤ ਹੈ ਤੇ ਉਹਨੂੰ ਸਾਫ਼ ਕਰਕੇ ਇਹਨਾਂ ਨੂੰ ਬੋਲਣਾ ਵੀ ਚਾਹੀਦਾ ਹੈ। ਤੇ ਚਾਹੇ ਉਹ ਨਵਰੀਤ ਜੀ ਦੀ ਮੌਤ ਰਹੀ ਹੋਵੇ, ਚਾਹੇ ਉਹ ITO ਦੇ ਅੰਦਰ ਕਿਉਂ ਨਾ ਰਹੀ ਹੋਵੇ, ਇਹਨਾਂ ਸਭ ਦਾ ਉਹਨਾਂ ਵਰਣਨ ਕਰਨਾ ਜ਼ਰੂਰੀ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਦੋਨਾਂ ਹੀ ਸਟੂਡੈਂਟ ਆਗੂਆਂ ਦਾ, ਤੁਸੀਂ ਸਮਾਂ ਕੱਢਿਆ ਕੌਮੀ ਆਵਾਜ਼ ਦੇ ਲਈ। ਭਵਿੱਖ ਦੇ ਵਿੱਚ ਫਿਰ ਸਬੱਬ ਬਣਿਆ ਫਿਰ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਅੱਜ ਦੀ ਗੱਲਬਾਤ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਇਹ ਸਨ ਕਨੂਪ੍ਰਿਆ ਅਤੇ ਅਨਪ੍ਰੀਤ ਸਿੰਘ ਜਿਹੜੇ ਸਾਡੇ ਨਾਲ ਪੰਜਾਬ ਤੋਂ ਜੁੜੇ ਸੀ। SFS ਸਟੂਡੈਂਟ ਸੁਸਾਇਟੀ, ਮੈਂ ਐਬਰੀਵੇਸ਼ਨ ਉਹਨਾਂ ਦੀ ਭੁੱਲ ਗਿਆ ਜੀ। ਹਰਵਿੰਦਰ ਸਿੰਘ ਨੂੰ ਜੇ ਯਾਦ ਹੋਊ ਤੇ ਉਹ ਜ਼ਰੂਰ ਰਿਪੀਟ ਕਰਨਗੇ।
ਤੇ ਆਪਾਂ ਸਰਵਿੰਦਰ ਸਿੰਘ ਜੀ ਤੁਹਾਡੀਆਂ ਵੀ ਟਿੱਪਣੀਆਂ ਲੈਣੀ ਚਾਹੁੰਦੇ ਹਾਂ, ਖਾਸ ਕਰ ਨਵਰੀਤ ਸਿੰਘ ਵਾਲੇ ਮਾਮਲੇ ਦੇ ਉੱਤੇ ਕਿ ਸਟੇਟ ਹੁਣ ਆਪਣਾ ਪੁਰਾਣਾ ਕਰੈਕਟਰ ਹੀ ਦਿਖਾ ਰਹੀ ਆ ਕਿ ਪਹਿਲਾਂ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਬਾਅਦ ਦੇ ਵਿੱਚ ਉਹਨਾਂ ਤੋਂ ਮੁੱਕਰਨਾ ਤੇ ਬੜੀ ਬੇਸ਼ਰਮੀ ਦੇ ਨਾਲ। ਪਰ ਹੁਣ ਜਦੋਂ ਸੋਸ਼ਲ ਮੀਡੀਆ ਦਾ ਯੁੱਗ ਆ, ਇਕੱਲੀ ਚੀਜ਼ ਤੁਹਾਡੇ ਸਾਹਮਣੇ ਆ ਜਾਂਦੀ ਆ, ਉਦੋਂ ਵੀ ਉਹ ਮੁੱਕਰੀ ਰਹੀ ਹੈ। ਦੇਖੋ ਗੁਰਤੇਜ ਸਿੰਘ ਜੀ, ਇਹ ਨਾ ਇੱਕ ਗੱਲ ਕਹੀ ਜਾਂਦੀ ਹੈ ਕਿ ਕਹਾਵਤ ਨਹੀਂ, ਜਿਵੇਂ ਵੀ ਇੱਕ ਗੱਲ ਨੂੰ ਕਿੰਨੀ ਵਾਰ ਜ਼ਿਆਦਾ ਕਹਿ ਦੋਗੇ ਉਨੀ ਉਹਦੇ ਸੱਚ ਮੰਨਣ ਦੀ ਜਾਂ ਸੱਚ ਬਣਨ ਦੀ ਸੰਭਾਵਨਾ ਬਣ ਜਾਂਦੀ ਹੈ। ਕਿਤੇ ਨਾ ਕਿਤੇ ਸਟੇਜ ਤਾਂ ਇਹੀ ਤਰੀਕਾ ਵਾ ਗੱਲ ਕਰਨ ਦਾ, ਵੀ ਵੱਧ ਤੋਂ ਵੱਧ ਪ੍ਰਚਾਰ ਕਰ ਦੋ, ਕਰੀ ਜਾਓ ਕੁਝ ਕਿਤੇ ਦਾ ਅਸਰ ਕਰੂਗਾ ਹੀ। ਦੇਖੋ ਸਟੇਟ ਨੇ ਜੋ ਕਰਨਾ ਉਹ ਤਾਂ ਲੁਕਿਆ ਨਹੀਂ ਗਿਆ, ਤੇ ਬੀਜੇਪੀ ਨੇ ਜਿਸ ਤਰੀਕੇ ਦੇ ਨਾਲ ਆਉਣ ਸਾਰ ਪਹਿਲਿਆਂ ਜਾਣੀ ਕਿ ਜੇ ਆਪਾਂ ਮੋਦੀ ਵਾਲੇ ਜਿਹੜੀ ਪਹਿਲੀ ਟਰਮ ਤੇ ਧਿਆਨ ਮਾਰੀਏ, ਹੁਣ ਦੂਜੀ ਤੇ ਮਾਰੀਏ, ਜਿਸ ਤਰੀਕੇ ਦੇ ਨਾਲ ਜਿਹੜਾ ਗੋਦੀ ਮੀਡੀਆ ਜਾਂ ਨੈਸ਼ਨਲ ਮੀਡੀਆ ਉਹਨੂੰ ਗੋਦ ਚ ਲਿਆਂਦਾ ਗਿਆ, ਗੋਦੀ ਬਣਾਇਆ ਗਿਆ ਪਹਿਲਾਂ ਤਾਂ, ਤੇ ਫਿਰ ਸੋਸ਼ਲ ਮੀਡੀਆ ਦੇ ਉੱਤੇ ਆਪਦੀ ਜਿਹੜੀ ਆ ਟਰੋਲਸ ਹੈ ਨਾ ਛੱਡ ਕੇ ਆਪਦੇ ਹਿਸਾਬ ਦੇ ਨਾਲ ਇਹਨਾਂ ਨੇ ਹਿਸਾਬ ਤਾਂ ਬੈਠ ਕੀਤਾ ਜੀ। ਉਹਨਾਂ ਨੇ ਤਾਂ ਜੋ ਕਰਨਾ ਗੱਲ ਤਾਂ ਸਾਡੇ ਵਾਲਿਆਂ ਦੀ ਕਰੋ, ਆਪਾਂ ਵੀ ਆਪਾਂ ਕਿੱਥੇ ਖੜੇ ਆ, ਉਹਦਾ ਮੁਕਾਬਲਾ ਕਿਵੇਂ ਕਰ ਰਹੇ ਆ, ਆਪਾਂ ਕਿਹੜੇ ਪੱਖਾਂ ਨੂੰ ਢੱਕ, ਜਾਣੀ ਕਿ ਆਪਾਂ ਜਿਹੜਾ ਆਪਦਾ ਪੱਖ ਆ ਉਹਨੂੰ ਕਿਵੇਂ ਲੋਕਾਂ ਤੱਕ ਲੈ ਕੇ ਜਾ ਰਹੇ ਆ, ਤੇ ਨਾਲ ਉਹਨੂੰ ਲੋਕਾਂ ਤੱਕ ਲੈ ਕੇ ਹੀ ਨਹੀਂ ਜਾ ਰਹੇ, ਜਿਹੜਾ ਸਰਕਾਰੀ ਪ੍ਰਚਾਰ ਆ ਜਾਂ ਸਰਕਾਰੀ ਤੰਤਰ ਦਾ ਪ੍ਰਚਾਰ ਆ ਉਹਦਾ ਮੁਕਾਬਲਾ ਕਿਵੇਂ ਕਰ ਰਹੇ ਆ। ਮਾਰ ਤਾਂ ਉੱਥੇ ਖਾ ਰਹੇ ਆਪਣੇ ਵਾਲੇ ਬੰਦੇ, ਜਦੋਂ ਤੁਸੀਂ ਸਟੇਜ ਦੇ ਉੱਤੋਂ ਜਾਣੀ ਕਿ ਜਿਹੜੀਆਂ ਗੱਲਾਂ ਸਟੇਜ ਦੇ ਉੱਤੋਂ ਮਨਦੀਪ ਪੂਨੀਆ ਵਰਗੇ ਲੋਕਾਂ ਦੇ ਹੱਕ 'ਚ ਹੋਣੀਆਂ ਚਾਹੀਦੀਆਂ ਸੀ, ਇਸ ਨੌਜਵਾਨ ਨਵਰੀਤ ਦੇ ਹੱਕ 'ਚ ਹੋਣੀਆਂ ਚਾਹੀਦੀਆਂ ਸੀ। ਜੋ ਕਿਸਾਨਾਂ ਦੇ ਉੱਤੇ ਜ਼ੁਲਮ ਹੋਇਆ ਉੱਤੇ ਪੁਲਿਸ ਵੱਲੋਂ ਕੀਤਾ ਜਾ ਰਿਹਾ, ਜਿਸ ਤਰੀਕੇ ਦੇ ਨਾਲ ਹੁਣ ਜਿਵੇਂ ਗਾਜ਼ਾ ਪੱਟੀ ਵਾਂਗੂ ਦਿੱਲੀ ਦੇ ਆਲੇ ਦੁਆਲੇ ਜਿੱਥੇ ਵੀ ਕਿਸਾਨ ਜਥੇਬੰਦੀਆਂ ਬੈਠੀਆਂ ਨੇ ਉੱਥੇ ਕੰਡਿਆਲੀ ਤਾਰ ਲਾਈ ਜਾ ਰਹੀ ਆ, ਸੜਕਾਂ ਦੇ ਵਿੱਚ ਕਿੱਲ ਠੋਕੇ ਜਾ ਰਹੇ ਨੇ, ਕਿਸ ਤਰੀਕੇ ਦੀ ਜਾਣੀ ਕਿ ਕਹਿ ਲਓ ਇੱਕ ਕਿਸਮ ਦੀ ਆਪਾਂ ਇਹ ਕੁਛ ਇਜ਼ਰਾਈਲ ਦੇ ਨੇੜੇ ਤੇੜੇ, ਫਲਸਤੀਨ ਦੇ ਨੇੜੇ ਤੇੜੇ ਹੁੰਦਾ ਤਾਂ ਦੇਖਿਆ ਸੀ, ਸੁਣਿਆ ਸੀ, ਪੜ੍ਹਿਆ ਸੀ, ਪਰ ਹਿੰਦੁਸਤਾਨ ਦੀ ਹਕੂਮਤ ਜਿਹੜੀ ਆਪਦੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤਾਂਤਰਿਕ ਮੁਲਕ ਕਹਾਉਂਦਾ, ਉੱਥੋਂ ਦੀ ਸਰਕਾਰ ਰਾਜਧਾਨੀ ਦੇ ਬਾਹਰ ਬੈਠੇ ਲੋਕਾਂ ਨੂੰ, ਬੈਠੇ ਵੀ ਕੌਣ ਨੇ, ਜਿਹੜੇ ਜਾਣੀ ਕਿ ਵਿਚਾਰੇ ਲਤਾੜੇ ਹੋਏ ਲੋਕ ਨੇ, ਜਿਹੜੇ ਰੋਜੀ ਰੋਟੀ ਲਈ, ਆਪਦੀ ਰੋਟੀ ਬਚਾਉਣ ਦੇ ਲਈ, ਆਪਦਾ ਵਜੂਦ ਬਚਾਉਣ ਦੇ ਲਈ ਸੰਘਰਸ਼ ਤੇ ਤੁਰੇ ਨੇ, ਉਹਨਾਂ ਨੂੰ ਜਾਣੀ ਕਿ ਤੁਸੀਂ ਰੋਕਣ ਦੇ ਲਈ, ਉਹਨਾਂ ਦੇ ਸੰਘਰਸ਼ ਨੂੰ ਫੇਲ ਕਰਨ ਦੇ ਲਈ ਕੰਡਿਆਲੀ ਤਾਰ ਲਾ ਰਹੇ ਹੋ। ਜਿਵੇਂ ਨਾਲ ਜਾਂ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਲਾਉਣ ਦੀ ਗੱਲ, ਕਦੇ ਪਾਕਿਸਤਾਨ ਦੇ ਨਾਲ ਤਾਂ ਲਾਈ ਹੋਈ ਹੈ, ਚੀਨ ਦੇ ਉੱਤੇ ਜਿਵੇਂ ਗੱਲ ਕਰਦੇ ਨੇ ਵੀ ਉਹਦੇ ਨਾਲ ਵੀ ਅਸੀਂ ਆਪਦੀ ਸਰਹੱਦ ਇੱਦਾਂ ਦੀ ਮਜ਼ਬੂਤ ਕਰਾਂਗੇ, ਤੇ ਉਹਨਾਂ ਨੂੰ ਰੋਕਣ ਦਾ ਯਤਨ ਕਰ ਰਹੇ ਹੋ। ਬਹੁਤ ਜਾਣੀ ਕਿ ਉਹਦੇ ਵਿਰੁੱਧ ਜਿਹੜੀ ਸਟੇਟ ਜੋ ਕੁਛ ਕਰ ਰਹੀ ਹੈ ਉਹਦੇ ਬਾਰੇ ਜਿਹੜੀ ਸਾਡੀਆਂ ਜਥੇਬੰਦੀਆਂ ਨੇ ਉਹਨਾਂ ਦਾ ਜਿਹੜਾ ਪੈਂਤੜਾ ਵਾ ਉਹਦੇ ਵਿੱਚ ਬਹੁਤ ਸੁਧਾਰਾਂ ਦੀ ਲੋੜ ਆ। ਉਹਨਾਂ ਨੂੰ ਨਵੇਂ ਸਿਰਿਓਂ ਆਪਦੀ ਗੱਲ ਜਿਹੜੀ ਆ ਉਹਨੂੰ ਨਿਰੀਖਣ ਕਰਕੇ ਸਹੀ ਤਰੀਕੇ ਦੇ ਨਾਲ ਲਾਮਬੰਦ ਕਰਨਾ ਚਾਹੀਦਾ। ਹੁਣ ਦੇਖੋ ਆ ਜਿਹੜੇ ਨੌਜਵਾਨ ਦੋ ਗੱਲ ਕਰਕੇ ਗਏ ਆ, ਨੌਜਵਾਨ ਕਿਵੇਂ ਸੋਚਦਾ ਉੱਥੋਂ ਦਾ, ਆਪਾਂ ਤਾਂ ਇੱਥੇ ਬੈਠੇ ਹੋ, ਆਪਣੇ ਬਾਰੇ ਤਾਂ ਲੋਕ ਕਹਿੰਦੇ ਯਾਰ ਇਹ ਤਾਂ ਸੋਚਦੇ ਆ ਕਿਉਂਕਿ ਇਹਨਾਂ ਨੂੰ ਦਿੱਲੀ ਦੇ ਨਾਲ ਸਮੱਸਿਆ, ਹਾਲਾਂਕਿ ਸਾਨੂੰ ਦਿੱਲੀ ਦੇ ਨਾਲ ਸਮੱਸਿਆ ਨਹੀਂ, ਸਾਨੂੰ ਦਿੱਲੀ ਦੇ ਵੱਲੋਂ ਜੋ ਜ਼ੁਲਮ ਕੀਤੇ ਜਾਂਦੇ ਉਹਨਾਂ ਜ਼ੁਲਮਾਂ ਦੇ ਨਾਲ ਸਮੱਸਿਆ ਜੀ। ਅਸੀਂ ਲਤਾੜੇ ਵਰਗ ਨਾਲ ਖੜਦੇ ਆ, ਉਹ ਲਤਾੜਨ ਵਾਲਿਆਂ ਤੋਂ ਜਾਣੀ ਕਿ ਡਰ ਕੇ ਜਾਂ ਉਹਨਾਂ ਤੋਂ ਸਹੂਲਤਾਂ ਲੈਣ ਦੀ ਖਾਤਰ ਜਾਂ ਉਹਨਾਂ ਦੇ ਵਿਰੁੱਧ ਬੋਲਣ ਦੀ ਜ਼ਰੂਰਤ ਨਹੀਂ ਕਰਦੇ, ਜਿਹੜੇ ਸਾਨੂੰ ਜਾਂ ਸਾਡੇ ਵਰਗਿਆਂ ਨੂੰ ਕ੍ਰਿਟੀਸਾਈਜ਼ ਕਰਦੇ ਆ। ਗੱਲ ਸਿਰਫ ਇੰਨਾ ਕੀ ਆ, ਇੱਕ ਲੋਕਾਂ ਦੀ ਗੱਲ ਆ, ਇੱਕ ਜੋਕਾਂ ਦੀ ਗੱਲ ਆ। ਜੇ ਤੁਸੀਂ ਲੋਕਾਂ ਨਾਲ ਖੜੇ ਹੋ ਤਾਂ ਤੁਹਾਨੂੰ ਇਹ ਕੁਝ ਝੱਲਣਾ ਪੈਣਾ, ਪਰ ਸਾਡੇ ਜਿਹੜੇ ਲੋਕਾਂ ਦੇ ਆਗੂ ਨੇ ਉਹਨਾਂ ਨੂੰ ਆਪਦੀ ਜ਼ਿੰਮੇਵਾਰੀ ਜਿਹੜੀ ਆ ਉਹ ਸੰਭਾਲਣੀ ਚਾਹੀਦੀ ਹੈ ਇਸ ਮੁੱਦੇ ਦੇ ਉੱਤੇ, ਤੇ ਆਪ ਦੀ ਜਿਹੜੀ ਕੰਮ ਕਰਨ ਦਾ ਤਰੀਕਾ ਉਹ ਨਵੇਂ ਸਿਰਿਓਂ ਸੁਧਾਰ ਕੇ ਉਸ ਤਰੀਕੇ ਨਾਲ ਪੇਸ਼ ਕਰਨ ਕਿ ਸਾਰੇ ਵਰਗਾਂ ਨੂੰ ਜਿਹੜੀ ਨੁਮਾਇੰਦਗੀ ਉਹ 'ਚ ਮਿਲ ਸਕੇ, ਸਾਰਿਆਂ ਵਿਚਾਰਾਂ ਨੂੰ ਉਹਦੇ ਵਿੱਚ ਨੁਮਾਇੰਦਗੀ ਮਿਲ ਸਕੇ, ਸਾਰਿਆਂ ਦੀਆਂ ਭਾਵਨਾਵਾਂ ਅਨੁਸਾਰ ਜਿਹੜੀ ਜਥੇਬੰਦੀ ਆ ਸਾਰੀਆਂ ਦੇ ਸਾਡੀਆਂ ਉਹ ਫੈਸਲੇ ਲੈ ਸਕਣ ਜੀ। ਹਰਵਿੰਦਰ ਸਿੰਘ ਜੀ, ਤੁਸੀਂ ਆਪਣੀ ਕੋਈ ਆਖਰੀ ਟਿੱਪਣੀ? ਹਾਂਜੀ ਬਿਲਕੁਲ, ਕਿਉਂਕਿ ਸਰਕਾਰ ਦਾ ਜੋ ਵੀ ਸਰਕਾਰ ਨੇ ਆਪਣੇ ਪੱਖ ਦੇ ਵਿੱਚ ਜਿਹੜੀ ਗੱਲ ਭੁਗਤਾਣੀ ਸੀ, ਜਿਹੜੀ ਉਦਣ ਇਹ ਘਟਨਾ ਹੋਈ ਹੈ ITO ਦੇ ਕੋਲ ਨਵਰੀਤ ਸਿੰਘ ਦੀ ਜਿਹੜੀ ਮੌਤ ਹੋਈ ਹੈ, ਜੇ ਇਹ ਸਰਕਾਰ ਇਹ ਮੰਨਦੀ ਹੈ ਕਿ ਇਹ ਗੋਲੀ ਲੱਗਣ ਨਾਲ ਹੋਈ ਹੈ ਤੇ ਜੇ ਸਰਕਾਰ ਦੇ ਪੈਂਦੀ ਹੈ ਤੇ ਪੂਰੇ ਦਾ ਪੂਰਾ ਜਿਹੜਾ ਉਹਨਾਂ ਨੈਰੇਟਿਵ ਰਚਿਆ ਕਿਸਾਨਾਂ ਦੇ ਖਿਲਾਫ ਜਾਂ ਖਾਸ ਕਰ ਸਿੱਖਾਂ ਦੇ ਖਿਲਾਫ,
ਉਹ ਜਿਹੜਾ ਸੀ ਉਹ ਨੈਰੇਟਿਵ ਜਿਹੜਾ ਸੀ ਉਹ ਲੋਕਾਂ ਤੱਕ ਜਿੰਨਾ ਤੱਕ ਉਹ ਪਹੁੰਚਾਉਣਾ ਚਾਹੁੰਦੇ ਸਨ ਉਹ ਨਹੀਂ ਸੀ ਪਹੁੰਚਣਾ। ਫਿਰ ਕਿਉਂਕਿ ਉਹ ਜਿਹੜੀ ਉੱਥੇ ਜੋ ਵੀ ਵਾਇਲੈਂਸ ਜਿਹਨੂੰ ਹਿੰਸਾ ਆਂਦੇ ਨੇ ਹੋਈ ਹੈ ਉਹ ਕਿਸਾਨਾਂ ਦੇ ਜਿਹੜੀ ਹੈ ਉਹਨਾਂ ਦੇ ਹਿੱਸੇ ਪਾਉਣ ਡਏ ਨੇ ਕਿ ਕਿਸਾਨਾਂ ਵੱਲੋਂ ਜਿਹੜੀ ਉੱਥੇ ਹਿੰਸਾ ਕੀਤੀ ਗਈ। ਹਾਲਾਂਕਿ ਜਿਹੜਾ ਹੈ ਸ਼ੁਰੂਆਤ ਹਰ ਪਾਸੇ ਹੀ, ਚਾਹੇ ਲਾਲ ਕਿਲ੍ਹਾ ਹੋਵੇ ਚਾਹੇ IT ਹੋਵੇ, ਜਿੱਥੇ ਵੀ ਬੈਰੀਕੇਡਿੰਗ ਹੋਈ ਉਹ ਪਹਿਲਾਂ ਜਿਹੜੀ ਹੈ ਉਹ ਪੁਲਿਸ ਵੱਲੋਂ ਕੀਤੀ ਗਈ, ਸਟੇਟ ਵੱਲੋਂ ਕੀਤੀ ਗਈ ਹੈ। ਪਰ ਕਿਉਂਕਿ ਉਹਨਾਂ ਦਾ ਜੇ ਇਹ ਗੋਲੀ ਲੱਗਣਾ, ਨਵਰੀਤ ਸਿੰਘ ਦੀ ਮੌਤ ਜਿਹੜੀ ਹੈ ਜੇ ਉਹ ਕਿਸਾਨੀ ਦੇ ਪੱਖ 'ਚ ਤਾਂ ਹੀ ਜਾਏਗੀ ਜੇ ਉਹ ਸਾਬਤ ਹੋਏਗੀ। ਤੇ ਕਿਉਂਕਿ ਸਾਰੀ ਮਸ਼ੀਨਰੀ ਜਿਹੜੀ ਹੈ ਉਹ ਸਟੇਟ ਦੀ ਹੈ, ਸਟੇਟ ਕੋਲ ਰਿਸੋਰਸਿਸ ਨੇ, ਆਪਣਾ ਜ਼ੋਰ ਤੇ ਜ਼ਬਰ ਵਿਖਾ ਕੇ ਉਹਨੂੰ ਕੁਝ ਵੀ ਕਰ ਸਕਦੀ ਹੈ। ਪਰ ਇਹ ਤੇ ਸਟੇਟ ਨੇ ਦਾ ਜੋ ਮੰਤਵ ਸੀ ਉਹ ਉਹਨੇ ਕਰਨਾ ਹੀ ਕਰਨਾ ਸੀ। ਪਰ ਦੂਜੇ ਪਾਸੇ ਗੁਰਤੇਜ ਸਿੰਘ ਜਿਵੇਂ ਭਾਜੀ ਹੋਰਾਂ ਵੀ ਇਹਦੇ ਤੇ ਕਮੈਂਟ ਕੀਤਾ ਕਿ ਲੀਡਰਸ਼ਿਪ ਦਾ ਜਿਹੜੀ ਸੀ ਜ਼ਿੰਮੇਵਾਰੀ ਬਹੁਤ ਵੱਡੀ ਸੀ, ਕਿਉਂਕਿ ਕੋਈ ਵੀ ਸੰਘਰਸ਼ ਹੋਵੇ, ਸ਼ਹਾਦਤਾਂ ਜਿਹੜੀਆਂ ਹੁੰਦੀਆਂ ਨੇ ਉਹ ਕੌਮਾਂ ਤੇ ਸੰਘਰਸ਼ਾਂ ਦੇ ਵਿੱਚ ਰੂਹ ਫੂਕਦੀਆਂ ਹੁੰਦੀਆਂ ਨੇ। ਪਰ ਜਦੋਂ ਇਹ ਮੇਰੇ ਖਿਆਲ ਨਾਲ ਇਹ ਪਹਿਲੀ ਲੀਡਰਸ਼ਿਪ ਹੋਏਗੀ ਜਿਹੜੀ ਆਪਣੀ ਹੋਈ ਸ਼ਹਾਦਤ ਤੋਂ ਵੀ ਮੁਨਕਰ ਹੋ ਰਹੀ ਹੈ, ਜਿਹੜੀ ਪੈਰ ਹੀ ਫੂਕੀ ਜਾਂਦੀ ਹੈ ਆਪਣੇ ਨੌਜਵਾਨਾਂ ਦੀ। ਹਾਂਜੀ ਬਿਲਕੁਲ। ਤੇ ਇਸ ਕਰਕੇ ਬਿਲਕੁਲ ਜਿਵੇਂ ਭੈਣ ਹੋਰਾਂ ਵੀ ਗੱਲ ਕਹੀ ਸੀ ਵੀ ਸਾਰੀ ਜੋ ਵੀ ਹੋ ਰਿਹਾ ਹੈ ਇਹ ਸਟੇਟ ਹੀ ਇਹਦੇ ਲਈ ਜ਼ਿੰਮੇਵਾਰ ਹੈ। ਪਰ ਆਪਣੇ ਇਸ ਸੰਘਰਸ਼ ਨੂੰ ਅੱਗੇ ਲਿਜਾਣ ਵਾਸਤੇ ਜਿਹੜੇ ਬਿਆਨ ਦੇਣੇ ਸਟੇਜਾਂ ਤੋਂ ਉਹ ਇੱਕ ਗੱਲ ਹੈ ਵੀ ਸਟੇਜ ਠੀਕ ਹੈ, ਜੋਸ਼ ਭਰਨਾ ਹੈ ਲੋਕਾਂ ਦੇ ਵਿੱਚ, ਪਰ ਉਹਨਾਂ ਬਿਆਨਾਂ ਦੇ ਕਹਿਣੀ ਤੇ ਕਥਨੀ ਦੇ ਵੀ ਜਿਹੜਾ ਨਾ ਉਹ ਵੀ ਪੂਰੇ ਇੰਨਾ ਹੀ ਉਤਰਨਾ। ਜੇ ਨਹੀਂ ਉਤਰ ਸਕਦੇ ਤੇ ਉਹ ਲਾਮੇ ਹੋ ਜਾਣ, ਜਿਹੜੇ ਲੀਡਰਸ਼ਿਪ ਕਲੇਮ ਕਰਨ ਜੋਗੇ ਹੋਣਗੇ ਉਹ ਫਿਰ ਲੀਡਰਸ਼ਿਪ ਆਪੇ ਕਲੇਮ ਕਰ ਲੈਣਗੇ। ਜੇ ਤੁਹਾਡੀਆਂ ਲੱਤਾਂ ਜਿਹੜੀਆਂ ਉਹ ਭਾਰ ਨਹੀਂ ਚੱਲਦੀਆਂ, ਜੇ ਤੁਸੀਂ ਨਲਾਇਕੀ ਹਰ ਜਦੋਂ ਏਡੇ ਵੱਡੇ ਵਰਤਾਰੇ ਹੁੰਦੇ ਨੇ ਉਹਨਾਂ ਵਿੱਚ ਤੁਸੀਂ ਆਪਣੀ ਨਲਾਇਕੀ ਜਿਹੜੀ ਵਿਖਾਣੀ ਹੈ ਤੇ ਫਿਰ ਇਹਨਾਂ ਨੂੰ ਬਣੇ ਰਹਿਣ ਦਾ ਉੱਥੇ ਮੇਰੇ ਖਿਆਲ ਨਾਲ ਤੇ ਕੋਈ ਫਾਇਦਾ ਨਹੀਂ। ਤੇ ਇਸ ਸੰਘਰਸ਼ ਦਾ ਜਿਹੜਾ ਉਹ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਕਰਨਗੇ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਦੋਨਾਂ ਹੀ ਸੱਜਣਾ ਦਾ ਅੱਜ ਦੀ ਇਸ ਗੱਲਬਾਤ ਦੇ ਲਈ। ਫਿਰ ਮਿਲਦੇ ਹੁਣ ਆਪਾਂ ਕੱਲ ਨੂੰ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਅੱਜ ਦੀ ਇਹ ਖਾਸ ਗੱਲਬਾਤ ਦੇ ਵਿੱਚ ਇੰਨਾ ਹੀ। ਅੱਜ ਅਸੀਂ ਮੁੱਦਿਆਂ ਦੇ ਉੱਤੇ ਜਿਹੜੇ ਤੇ ਗੱਲਬਾਤ ਕੀਤੀ ਆ, ਸਭ ਤੋਂ ਪਹਿਲਾਂ SFS ਦੇ ਉੱਤੇ ਜੋ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਉਹਨਾਂ ਦੇ ਵੱਲੋਂ ਇੱਕ ਹਮਲਾ ਹੀ ਕਹਿ ਸਕਦੇ ਹਾਂ ਕੀਤਾ ਗਿਆ ਹੈ। ਉਹਨਾਂ ਦੇ ਟੈਂਟ ਪੱਟਣ ਦੀ ਕੋਸ਼ਿਸ਼ ਕੀਤੀ ਗਈ ਆ ਅਤੇ ਸ਼ਬਦੀ ਹਮਲੇ ਤਾਂ ਉਹ ਕਰ ਹੀ ਰਹੇ ਨੇ। ਇੱਥੇ ਹੀ ਨਹੀਂ, ਉਹਨਾਂ ਨੇ ਦੀਪ ਸਿੱਧੂ ਦਾ ਵੀ ਜਿਹੜਾ ਟੈਂਟ ਆ ਉਹ ਪੱਟਣ ਦੀ ਕੋਸ਼ਿਸ਼ ਕੀਤੀ ਸੀ। ਅਤੇ ਇੱਕ ਬੇਬੇ ਦੀ ਰਸੋਈ ਕਾਫੀ ਮਸ਼ਹੂਰ ਆ, ਮਾਤਾ ਜੀ ਪ੍ਰਸ਼ਾਦੇ ਲਾ ਕੇ ਦਿੰਦੇ ਨੇ, ਉਹ ਵੀ ਉਹਨਾਂ ਨੇ ਪੱਟਣ ਦੀ ਕੋਸ਼ਿਸ਼ ਕੀਤੀ ਸੀ। ਅਤੇ ਨਵਰੀਤ ਸਿੰਘ ਸ਼ਹੀਦ ਭਾਈ ਨਵਰੀਤ ਸਿੰਘ ਜਿਹੜੇ ਪੁਲਿਸ ਦੀ ਗੋਲੀ ਦੇ ਨਾਲ ਸ਼ਹੀਦ ਹੋਇਆ, ਉਹਦੀ ਗੱਲਬਾਤ ਕੀਤੀ ਹੈ ਕਿ ਸਟੇਟ ਕਿਵੇਂ ਭੱਜ ਰਹੀ ਹੈ ਅਤੇ ਸਟੇਟ ਆਪਣਾ ਉਹੀ ਪੁਰਾਣਾ ਚਿਹਰਾ ਦਿਖਾ ਰਹੀ ਆ ਜੋ ਉਹਨੇ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੇ ਦੌਰਾਨ ਦਿਖਾਇਆ ਹੈ। ਪਰ ਹੁਣ ਸਮਾਂ ਬਦਲ ਗਿਆ ਹੈ। ਅਸੀਂ ਟੈਕਨੋਲੋਜੀ ਦੇ ਜ਼ੋਰ ਦੇ ਉੱਤੇ ਵੀ, ਟੈਕਨੋਲੋਜੀ ਦੇ ਸਹਾਰੇ ਦੇ ਨਾਲ ਵੀ ਅਤੇ ਦੁਨੀਆ ਭਰ ਦੇ ਵਿੱਚ ਜੋ ਪੰਜਾਬੀ ਅਤੇ ਸਿੱਖ ਡਾਇਸਪੋਰਾ ਦਾ ਆਪਸੀ ਤਾਲਮੇਲ ਹੈ, ਇਸ ਗੱਲ ਨੂੰ ਇੰਝ ਹੀ ਨਹੀਂ ਛੱਡਾਂਗੇ। ਦੁਨੀਆ ਦੇ ਹਰ ਇੱਕ ਪੱਧਰ ਦੇ ਉੱਤੇ ਲਿਜਾਵਾਂਗੇ ਅਤੇ ਇੰਡੀਅਨ ਸਟੇਟ ਦਾ ਜਿਹੜਾ ਓਪਰੇਸ਼ਨ ਆ ਉਹਨੂੰ ਦਿਖਾਵਾਂਗੇ ਕਿ ਦੇਖੋ ਕਿਵੇਂ ਸਾਡੇ ਨੌਜਵਾਨਾਂ ਨੂੰ ਕੋਲਡ ਬਲੱਡ ਲਈ ਉਹ ਮਾਰ ਰਹੀ ਹੈ। ਤੀਜੀ ਅਸੀਂ ਗੱਲ ਕੀਤੀ ਸੀ ਮਨਦੀਪ ਪੂਨੀਆ ਹੋਰਾਂ ਬਾਰੇ। ਮਨਦੀਪ ਪੂਨੀਆ ਹੋਰਾਂ ਦੇ ਨਾਲ ਵੀ ਤਕਰੀਬਨ ਉਹੋ ਜਿਹੀ ਗੱਲ ਸਟੇਟ ਨੇ ਕੀਤੀ ਹੈ ਕਿ ਇੱਕ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਉਹਨਾਂ ਨੇ ਫਿਰ ਇੱਕ ਕੋਸ਼ਿਸ਼ ਕੀਤੀ ਹੈ। ਮਨਦੀਪ ਪੂਨੀਆ ਹੋਰਾਂ ਨੇ ਸਾਰਾ ਜਿਹੜਾ ਸਟੇਟ ਦਾ ਨੈਕਸਸ ਆ ਉਸ ਨੂੰ ਨੰਗਿਆਂ ਕੀਤਾ ਹੈ। ਉਹ 26 ਜਨਵਰੀ ਵਾਲੀ ਚਾਹੇ ਘਟਨਾ ਹੋਵੇ, ਚਾਹੇ ਜਿਸ ਤਰ੍ਹਾਂ ਅਟੈਕ BJP ਦੇ ਜਿਹੜੇ ਗੁੰਡੇ ਨੇ ਉਹ ਕਰਨ ਆਏ ਉਸ ਦਿਨ ਦੀ ਘਟਨਾ ਨੂੰ ਉਹਨਾਂ ਨੇ ਨੰਗਿਆਂ ਕੀਤਾ ਹੈ। ਅਤੇ ਉਹਨਾਂ ਨੂੰ ਵੀ ਸਟੇਟ ਨੇ ਜਿਹੜਾ ਚੱਕ ਲਿਆ ਹੈ, ਪੁਲਿਸ ਨੇ ਚੱਕ ਲਿਆ ਹੈ ਅਤੇ ਉਹਨਾਂ ਦੇ ਉੱਤੇ ਅੱਗੇ ਕੀ ਟੌਰਚਰ ਹੋਇਆ ਜਾਂ ਕੀ ਹੋਇਆ ਹੋਊਗਾ ਉਹ ਹੁਣ ਜਦੋਂ ਮਨਦੀਪ ਪੂਨੀਆ ਛੁੱਟ ਕੇ ਆਉਣਗੇ ਉਦੋਂ ਹੀ ਪਤਾ ਲੱਗੂਗਾ। ਪਰ ਉਹਨਾਂ ਦੇ ਨਾਲ ਉਹਨਾਂ ਦੀ ਆਵਾਜ਼ ਚੁੱਕਣ ਕਰਕੇ ਉਹਨਾਂ ਨਾਲ ਧੱਕਾ ਜਿਹੜੀ ਇਹ ਫਾਸਿਸਟ ਸਟੇਟ ਕਰ ਰਹੀ ਹੈ ਉਹ ਪ੍ਰਤੱਖ ਰੂਪ ਦੇ ਵਿੱਚ ਇੱਥੇ ਦਿਖ ਰਿਹਾ ਹੈ। ਦਿਓ ਜੀ ਆਗਿਆ। ਸਾਡੇ ਫੇਸਬੁੱਕ ਪੇਜ ਨੂੰ ਸੀ ਫਸਟ ਕਰ ਲਿਆ ਕਰੋ। ਸਾਡਾ ਪੇਜ ਕੋਈ ਬੜਾ ਐਂਟਰਟੇਨ ਵਾਲਾ ਤਾਂ ਨਹੀਂ ਹੈ ਕਿ ਤੁਹਾਨੂੰ ਇਹਦੀਆਂ ਵੀਡੀਓ ਜ਼ਿਆਦਾ ਦੇਖਣ ਦੂਜਿਆਂ ਦੇ ਮੁਕਾਬਲੇ, ਪਰ ਜੇ ਸੀ ਫਸਟ ਕਰਨ ਤੋਂ ਤੁਹਾਡੇ ਸਾਹਮਣੇ ਆ ਜਾਊਗੀ। ਅਤੇ YouTube ਚੈਨਲ ਵੀ ਸਬਸਕ੍ਰਾਈਬ ਕਰ ਲਿਓ।
ਦਿਓ ਜੀ ਇੱਥੇ ਆ ਗਿਆ। ਸਾਧ ਚੱਲਦੇ ਭਲੇ, ਨਗਰੀ ਵਸਤੀ ਭਲੀ, ਸਿੰਘ ਗੱਜਦੇ ਭਲੇ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।